ਜਿਨ੍ਹਾਂ ਨੇ ਆਪ ਦੋ ਦੋ ਮਨਾਜ਼ਰੇ ਕੀਤੇ ਨੇ ਲਾਮਾ ਸਾਹਿਬ ਨੇ, ਤੇ ਉਹਨਾਂ ਨੂੰ ਪਤਾ ਲੱਗ ਗਿਆ ਕਿ ਇਹ ਹਾਲ ਹੋਇਆ, ਤੇ ਉਹ ਜਾ ਕੇ ਦੱਸਦੇ ਨੇ ਵੀ ਭਾਈ ਨਹੀਂ ਇੰਜ ਨਹੀਂ ਗੱਲ ਨਹੀਂ ਕਰਨੀ ਹੈ, ਤੇ ਲਿਹਾਜ਼ਾ ਜਿਹੜਾ ਨਾ ਉਹ ਆਪਣੇ ਆਪ ਨੂੰ ਕੰਟਰੋਲ 'ਚ ਰੱਖੋ। ਉਹ ਭਾਈ ਅਲੀ ਹੱਕ ਨੂੰ ਵੀ ਸਵਾਲ ਆ ਗਿਆ ਤੇ ਉਹ ਮੈਨੂੰ ਪੁੱਛਦੇ ਨੇ ਪਏ ਵੀ ਆਪ ਮਿਰਜ਼ਾ ਸਾਹਿਬ को क्या समझते हैं? ਭਾਈ ਅਲੀ बड़ा लेट पूछा है ना हुसैनी साहब, मैं कहा भी 3.5 साल तो पे आने पर सवाल आज इन्होंने पूछा। ਹਾਂ ਨਹੀਂ ਉਹ ਇਹਨਾਂ ਨੂੰ ਵੇਲ ਅਸਲ ਵਿੱਚ ਕੰਮ ਹੁੰਦੇ ਨੇ ਬੜੇ ਤੇ ਵਿੱਚ ਵੇਲ ਨਹੀਂ ਲੱਗਦੀ। ਉਹ ਵੀ ਕਮੈਂਟ ਵਿੱਚ ਸੈਣੀ ਸਾਹਿਬ ਕੱਲ ਤੁਹਾਡੇ ਨਾਲ ਇੱਥੇ ਬੈਠੇ ਸੀ ਉੱਥੇ ਨਹੀਂ ਪੁੱਛਿਆ, ਅੱਜ ਕਮੈਂਟ ਤੇ ਪੁੱਛ ਤੁਸੀਂ ਕੀ ਸਮਝਦੇ ਹੋ? ਚੰਗਾ ਹੋਇਆ ਇਹ ਸਵਾਲ ਵੀ ਕਰ ਰਹੇ ਨੇ ਅਹਿਮਦੀਆਂ ਵਾਲੇ। ਅੱਛਾ ਕਸ਼ਮੀਰੀ ਸਾਹਿਬ, ਤੁਸੀਂ ਕੱਲ ਇੱਕ ਸਵਾਲ ਕੀਤਾ ਕਿ ਮਿਰਜ਼ਾ ਸਾਹਿਬ ਨੇ ਜਿਹੜਾ ਉਹ ਦਾਵਾ ਕੀਤਾ ਜਾਂ ਮੈਂ ਇਹਨਾਂ ਨੂੰ ਜਵਾਬ ਦੇ ਦਿਆ ਨਾਲ ਹੀ, ਕਿਉਂਕਿ ਉਹਨਾਂ ਫਿਰ ਜਾਣਾ ਹੋਏਗਾ। ਜੀ 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 ਦੇ ਭਾਈ ਅਲੀ ਆ ਕਿ ਮੈਂ ਉਹਨਾਂ ਨੂੰ ਮਿਰਜ਼ਾ ਸਾਹਿਬ ਹੀ ਸਮਝਣਾ। ਅੱਛਾ ਕਸ਼ਮੀਰੀ ਸਾਹਿਬ, ਤੁਸੀਂ ਕੱਲ ਸਵਾਲ ਕੀਤਾ ਤੇ ਮੈਂ ਤੁਹਾਨੂੰ ਕਿਹਾ ਸੀ ਕਿ ਸਾਰਾ ਮਸਲਾ ਰੋਟੀ ਦਾ ਅੱਜ ਕੱਲ ਪਤਾ ਬੜਾ ਚੱਲਿਆ, ਤੇ ਇਹ ਅਲਾਮਾ ਸਾਹਿਬ ਵੀ ਮੌਜੂਦ ਨੇ ਤੇ ਅਲਾਮਾ ਸਾਹਿਬ ਕੋਲੋਂ ਸਵਾਲ ਪੁੱਛ ਰਹੇ ਨੇ ਮਜ਼ੀਦ। ਅਲਾਮਾ ਸਾਹਿਬ, ਕਸ਼ਮੀਰੀ ਸਾਹਿਬ ਦਾ ਇਹ ਸਵਾਲ ਹੈ ਕਿ ਮਿਰਜ਼ਾ ਸਾਹਿਬ ਨੇ ਜਿਸ ਦੌਰ 'ਚ ਦਾਵਾ ਕੀਤਾ ਉਸ ਦਾ ਉਹਨਾਂ ਨੂੰ ਕੀ ਫਾਇਦੇ ਹਾਸਲ ਹੋਏ? ਕੀ ਸਵਾਲ ਹੈ ਜੀ? ਨਹੀਂ ਮੈਂ ਦੁਰਾ ਦੇਣਾ ਕਰ ਨਜ਼ੀਰ ਸਾਹਿਬ, ਅਸੀਂ ਤੁਹਾਨੂੰ ਪਤਾ ਸੀ ਸਾਰੇ ਜਿਹੜੇ ਖਤਮੇ ਨਬੂਤ ਦੇ ਕਾਇਲ ਹਾਂ, ਯਾਨੀ ਅਸੀਂ ਸੁन्नी ਸ਼ੀਆ ਸਾਰੇ, ਯਾਨੀ ਅਸੀਂ ਖਤਮੇ ਨਬੂਤ ਦੇ ਮੰਨਣ ਵਾਲੇ ਹਾਂ। ਉਸ ਤੋਂ ਬਾਅਦ ਕਿਸੇ ਕਿਸਮ ਦੀ ਕੋਈ ਵੀ ਨਬੂਤ ਅਸੀਂ ਨਹੀਂ ਮੰਨਦੇ, ਚਾਹੇ ਯਾਨੀ ਕਿ ਨਾ ਅਸੀਂ ਜ਼ਿਲੀ ਬਰੂਜ਼ੀ ਸਾਡੇ ਵਿੱਚ ਨਹੀਂ, ਇਹ ਇੱਕ ਸਾਡਾ ਅਕੀਦਾ ਸਾਰਿਆਂ ਦਾ। ਲੇਕਿਨ ਮੈਂ ਇਹ ਸਵਾਲ ਕੀਤਾ ਸੀ, ਮੈਂ ਕਿਹਾ ਕਿ ਮਿਰਜ਼ਾ ਸਾਹਿਬ ਦਾ ਅਗਰ ਜੋ ਉਹਨਾਂ ਦੇ ਦਾਅਵੇ ਨਬੀ ਦਾ, ਮੁਜੱਦਦ ਦਾ, ਖਲੀਫਾ ਦਾ, ਤੇ ਆਖਰ ਜੋ ਬੰਦਾ ਦਾਵਾ ਕਰਦਾ ਅਗਰ ਉਹ ਦਾਅਵੇ ਠੀਕ ਨਹੀਂ ਤਾਂ ਉਹਦਾ ਫਾਇਦਾ ਕੀ ਉਹਨੇ ਪਾਇਆ? ਯਾਨੀ ਕਿ ਦੁਨੀਆ ਦਾ ਕੋਈ ਫਾਇਦਾ ਨਜ਼ਰ ਨਹੀਂ ਆਉਂਦਾ। ਯਾਨੀ ਕਿ ਕੋਈ ਗੋਰਿਆਂ ਨੇ, ਅਸੀਂ ਕਹਿ ਦਿੰਦੇ ਨੇ ਸਾਡੇ ਲੋਕ ਕਿ ਭਾਈ ਗੋਰਿਆਂ ਨੇ ਖੜਾ ਕੀਤਾ, ਉਹਨਾਂ ਦਾ ਕਾਸ਼ ਪੌਦਾ ਹੈ, ਲੇਕਿਨ ਉਹ ਨਜ਼ਰ ਨਹੀਂ ਆਉਂਦਾ ਆਪਣਾ ਲਾਮਾ ਸਾਹਿਬ ਕਿ ਉਹਨਾਂ ਨੇ ਕੋਈ ਪੈਸਾ ਮਿਲਿਆ ਹੋਵੇ, ਕੋਈ ਜ਼ਮੀਨਾਂ ਮਿਲੀਆਂ ਹੋਣ, ਕੋਈ ਕਿਸੇ ਇਸ ਆਪਣਾ ਰਿਆਸਤ ਦੀ ਗੱਦੀ ਦੇ ਦਿੱਤੀ ਹੋਵੇ। ਕਹਿਣ ਦਾ ਮਤਲਬ ਇਹ ਫਾਇਦਾ ਕੀ ਉਹਨਾਂ ਨੇ ਪਾਇਆ ਇਸ ਚੀਜ਼? ਹਾਂਜੀ ਮੈਂ ਦੱਸੂ। ਬਲਕਿ ਮੁਖਾਲਫਤ ਹੀ ਲਈ ਹੈ ਪੂਰੀ ਦੁਨੀਆ ਦੀ, ਮੁਸਲਮਾਨਾਂ ਦੀ ਵੀ ਲਈ ਹੈ ਤੇ ਸਿੱਖਾਂ ਦੀ ਵੀ ਲਈ ਹੈ, ਹਿੰਦੂਆਂ ਦੀ ਵੀ ਲਈ ਹੈ। ਹਾਂਜੀ ਮੈਂ ਦੱਸੂ ਉਹਨਾਂ ਦਾ ਹਾਂਜੀ ਐ ਨਾ, ਮੈਂ ਜਦੋਂ 2007 ਚ ਇਟਲੀ ਆਇਆ ਨਾ, ਤੇ ਇੱਥੇ ਬਰੇਸ਼ੀਆ ਦੇ ਵਿੱਚ ਉਹ ਇੱਕ ਪੇਰੋਸ਼ਾ ਦਾ ਬੰਦਾ ਸੀ ਤੇ ਉਹਦਾ ਨਾਂ ਸੀ ਮੀਆਂ ਤਖੈਲ ਕੇ ਕੀ ਉਹਨਾਂ ਦਾ ਨਾਂ ਸੀ, ਤੇ ਉਹ ਨਾ ਰਾਈ ਬਰਾਦਰੀ ਨਾਲ ਤਾਲੁਕ ਰੱਖਦੇ ਸੀ। ਤੇ ਪੇਰੋਸ਼ਾ ਦੇ ਬੰਦੇ ਜਿਹੜੇ ਨੇ ਨਾ, ਉਹਨਾਂ ਨੇ ਰਾਈਆਂ ਨੇ ਮੋਮਨ ਬੱਕਰੀਆਂ ਰੱਖੀਆਂ ਨੇ ਉੱਥੇ ਪਿੰਡ ਵਿੱਚ। ਤੇ ਸਾਡੇ ਯਾਨੀ ਨਾਰਥ ਗੁਜਰਾਤ ਦਾ ਜਿਹੜਾ ਏਰੀਆ ਨਾ, ਉਹਨਾਂ ਬੱਕਰੀਆਂ ਦਾ ਰੇਵੜ ਰੱਖਿਆ ਹੁੰਦਾ ਹੈ ਤੇ ਟਾਂਗਣਾ ਹੱਥ 'ਚ ਹੁੰਦਾ ਹੈ ਤੇ ਕਿੱਕਰ ਤੋਂ ਲੌਂਗ ਸ਼ੁੰਗ ਲਾ ਕੇ ਤੇ ਬੱਕਰੀਆਂ ਨੂੰ ਪਾਲਦੇ ਨੇ। ਤੇ ਇੱਥੇ ਨਾ ਉਹ ਮੀਆਂ ਹੋਰੀ ਬੈਠੇ, ਉਹ ਮਹਿਰ ਸਾਹਿਬ, ਤੇ ਉਹ ਨਾ ਇੱਕ ਮਲਕ ਸੀ, ਤੇ ਉਹਨੇ ਆ ਕੇ ਆਖਿਆ ਭਾਈ ਮੀਆਂ ਜੀ ਅੱਜ ਮੈਂ ਗੱਲ ਫਿਰ ਸਹੀ ਕਰਾਂ। ਉਹਨੇ ਆਖਿਆ ਕਰੋ। ਉਹਨੇ ਆਖਿਆ ਮੈਂ ਸੋਚਣਾ ਕਿ ਇਹ ਇਟਲੀ ਵਾਲਿਆਂ ਦੇ ਸਦਕੇ ਜਾਈਏ, ਇਹਨਾਂ ਵੇਖੋ ਨਾ ਤੁਹਾਨੂੰ ਪਹੁੰਚਾਇਆ, ਇੰਨਾ ਚਿਰ ਹੋਇਆ ਤੁਹਾਨੂੰ ਇੱਥੇ ਆਇਆ, ਤੇ ਚਲੋ ਸ਼ੁਕਰ ਹੈ ਅੱਲਾ ਦਾ, ਅੱਲਾ ਦੀਆਂ ਰਹਿਮਤਾਂ ਹੋ ਗਈਆਂ ਨੇ, ਆਪ ਵੀ ਤੁਹਾਡਾ ਵੀ ਮੁਸਤਕਬਲ ਬਣ ਗਿਆ, ਬੱਚੇ ਵੀ ਤੁਹਾਡੇ ਇੱਥੇ ਸੈੱਟ ਹੋ ਗਏ ਨੇ। ਤੇ ਜੇ ਤੁਸੀਂ ਨਾ ਆਉਂਦੇ ਤੇ ਪਤਾ ਜੇ ਤੁਹਾਨੂੰ ਇਹ ਚਾਰਖਾਨੀ ਧੋਤੀ ਤੁਹਾਡੇ ਲੱਕ ਹੋਣੀ ਸੀ, ਤੇ ਕੈਂਚੀ ਚੱਪਲ ਹੋਣੀ ਸੀ, ਤੇ ਟਾਂਗਣਾ ਹੱਥ 'ਚ ਹੋਣਾ ਸੀ, ਤੇ ਕਿਕਰਾਂ ਤੋਂ ਲੌਂਗ ਲਾ ਕੇ ਤੁਸੀਂ ਬੱਕਰੀਆਂ ਨੂੰ ਪਾਉਂਦੇ ਹੋਣਾ ਸੀ ਉੱਥੇ ਗੁਜਰਾਤ। ਤੇ ਉਹ ਮੀਆਂ ਜੀ ਕਹਿੰਦੇ ਨੇ ਗੱਲ ਤੇ ਤੇਰੀ ਸਹੀ ਹੈ ਬਈ, ਸੱਚੀ ਗੱਲ ਤੇ ਇਹ ਹੈ ਕਿ ਅੱਲਾ ਦਾ ਫਜ਼ਲ ਹੋ ਗਿਆ, ਬੜਾ ਹੀ ਅੱਲਾ ਦਾ ਕਰਮ ਹੋ ਗਿਆ, ਸੋਹਣੀ ਥਾਂ ਆ ਗਿਆ, ਸੌਖੇ ਹੋ ਗਿਆ। ਪਰ ਮਲਕ ਸਾਹਿਬ ਇੱਕ ਗੱਲ ਹੈ, ਜੇ ਤੁਸੀਂ ਵੀ ਨਾ ਆਉਂਦੇ ਇਟਲੀ ਤੇ ਹੁਣ ਨੂੰ ਤੁਹਾਡੇ ਵੀ ਨਾ ਜਿਹੜਾ ਢੱਗੇ ਉਹ ਕੋਲੂ ਦੇ ਮਗਰ ਢੱਗਾ ਹੋਣਾ ਹਾ, ਇੱਕ ਹੀ ਢੱਗਾ ਹੋਣਾ ਹਾ, ਤੇ ਮੂੰਹ ਤੁਹਾਡਾ ਕਾਲਾ ਹੋਇਆ ਹੋਣਾ, ਤੇਲ ਨਾਲ ਸਾਰਾ ਲਿਪਿਆ ਹੋਣਾ ਹਾ, ਤੇ ਤੁਹਾਡੇ ਵੀ ਪੱਲੇ ਕੱਖ ਨਹੀਂ ਹੋਣਾ ਹਾ। ਸ਼ੁਕਰ ਹੈ ਚਲੋ ਇਟਲੀ ਨੇ ਸਾਰਿਆਂ ਨੂੰ ਪਹੁੰਚਾਇਆ। ਤੇ ਗੁਜ਼ਾਰਿਸ਼ ਇਹ ਵੇ ਕਿ ਤੁਸੀਂ ਆਂਦੇ ਹੋ ਕਿ ਮੀਆਂ ਆਪਣੇ ਮਿਰਜ਼ਾ ਸਾਹਿਬ ਨੂੰ ਦਾਵਾ ਕਰਕੇ ਕੀ ਲੱਭਾ? ਬਸ ਇਹ ਇਸ਼ਾਰਾ ਸਮਝ ਜਾਓ ਵੀ ਜੇ ਮਿਰਜ਼ਾ ਸਾਹਿਬ ਦਾਵਾ ਨਾ ਕਰਦੇ, ਇਹ ਜਿਹੜੇ ਅੱਜ ਖਿਲਾਫਤਾਂ ਦੀਆਂ ਗੱਦੀਆਂ ਤੇ ਬੈਠੇ ਨੇ ਤੇ ਬੜੀਆਂ ਉੱਚੀਆਂ ਮਤਲਬ ਸਕਾਟਲੈਂਡ ਯਾਰਡ ਦੇ ਦਸਤੇ ਲੈ ਕੇ ਘੁੰਮਦੇ ਨੇ ਨਾ, ਇਹਨਾਂ ਦੇ ਹੱਥ ਢਾਂਗਣਾ ਹੋਣਾ ਤੇ ਬੱਕਰੀਆਂ ਨੂੰ ਲੌਂਗ ਲਾ ਕੇ ਨਾ ਪਾਉਂਦੇ ਹੋਣਾ ਉੱਥੇ।
ਬਾਦਸ਼ਾਹ ਸੂਤਰ ਗਿਆ ਉਹਨਾਂ ਦਾ ਕਿ ਤੁਸੀਂ ਆਂਦੇ ਕੀ ਇਹ ਲੱਭਾ ਹੈ? ਇਹਨਾਂ ਦੀ ਤੇ ਨਸਲ ਦਰ ਨਸਲ ਜੋ ਕੋਈ ਸਮਰਿਆ ਤੁਹਾਡੇ ਅੱਖਾਂ ਦੇ ਸਾਹਮਣੇ ਰਹਿਮਤਾਂ ਹੀ ਰਹਿਮਤਾਂ ਹੋ ਗਈਆਂ ਬਾਦਸ਼ਾਹ ਕਸ਼ਮੀਰੀ ਸਾਹਿਬ। ਲੇਕਿਨ ਲਾਮਾ ਸਾਹਿਬ ਉਹਨਾਂ ਨੂੰ ਇਹ ਤਾਂ ਨਹੀਂ ਪਤਾ ਸੀ ਨਾ, ਉਹਨਾਂ ਦੀ ਜ਼ਿੰਦਗੀ ਪਹਿਲੇ 60-70 ਸਾਲ ਲਈ ਕਿ ਮੇਰੇ ਬਾਅਦ ਮੇਰੇ ਬੱਚੇ ਫਾਇਦਾ ਪਾਉਣਗੇ। ਉਹਨਾਂ ਨੇ ਆਪਣੀ ਜ਼ਿੰਦਗੀ ਤੱਕ ਦੇਖਿਆ ਹੋਵੇਗਾ ਨਾ ਕਿ ਮੈਨੂੰ ਕੀ ਫਾਇਦਾ ਮਿਲੇਗਾ, ਯਾਨੀ ਔਰ ਉਹਨਾਂ ਦੀ ਜ਼ਿੰਦਗੀ 'ਚ ਕੋਈ ਉਹਨਾਂ ਨੂੰ ਫਾਇਦਾ ਮੈਨੂੰ ਨਹੀਂ ਨਜ਼ਰ ਆਇਆ ਕਿ ਉਹਨਾਂ ਨੇ ਕੋਈ ਫਾਇਦਾ ਉਸ ਟਾਈਮ ਪਾਇਆ ਹੋਵੇ ਇਹ ਦਾਅਵਿਆਂ ਦੇ ਬਾਰੇ। ਜਦੋਂ ਉਹ ਜ਼ਿੰਦਗੀ 'ਚ ਉਹ ਜਵਾਨ ਆਏ ਨਾ ਤੇ ਉਹਨਾਂ ਦੇ ਅੱਬਾ ਜੀ ਫੌਤ ਹੋਣ ਲੱਗੇ ਨਾ, ਤੇ ਉਹਨਾਂ ਦੇ ਲਫ਼ਜ਼ ਨੇ ਵੀ ਮੈਂ ਅੱਬਾ ਜੀ ਦੇ ਫੌਤ ਹੋਣ ਤੇ ਇਹ ਸੋਚਦਾ ਸੀ ਕਿ ਨਾਨ ਨਫਕੇ ਦਾ ਖਰਚਾ ਕਿੰਨ ਚੱਲੇਗਾ। ਅੱਬਾ ਜੀ ਦੇ ਨਾਂ ਹੀ ਪੈਨਸ਼ਨ ਹੈ ਤੇ ਜੇ ਅੱਬਾ ਜੀ ਦੁਨੀਆ ਤੋਂ ਟੁਰ ਚੱਲੇ ਨੇ ਤੇ ਪੈਨਸ਼ਨ ਖਤਮ ਹੋ ਗਈ ਤੇ ਸਾਡਾ ਨਾਨ ਨਫਕੇ ਦਾ ਯਾਨੀ ਘਰ ਦਾ ਜਿਹੜਾ ਲੂਣ ਮਿਰਚ ਉਹ ਕਿੰਨ ਚੱਲੇਗਾ। ਇਹ ਹਾਲਾਤ ਸਨ। ਜਿਹੜੀ ਜ਼ਮੀਨ ਸੀ ਉਹ ਖੋਕਤੀ ਸੀ ਸਾਰੀ, ਤੇ ਉਹ ਜ਼ਮੀਨ ਤੇ ਸਾਰਾ ਪੈਸਾ ਜਿਹੜਾ ਸਿਆਲਕੋਟੋਂ ਆ ਕੇ 10 ਸਾਲ ਗੁਰਦਾਸਪੁਰ ਜਿਹੜੀ ਤਹਿਸੀਲ ਦਾ ਚੱਕਰ ਲਾ ਕੇ ਇਹਨਾਂ ਦੇ 10 ਸਾਲ ਇਹਨਾਂ ਦੀ ਉਮੁਲ ਮੋਮਿਨੀਨ ਦੇ ਅਲਫਾਜ਼ ਇਹ ਨੇ ਸੀਰਤੁਲ ਮਹਿਦੀ ਚ ਕਿ 50,000 ਰੁਪਇਆ ਘਰ ਪਿਆ ਸੀ ਸੜ ਕੇ ਰੱਖਿਆ ਸੀ, ਉਹ ਸਾਰਾ ਜ਼ਮੀਨਾਂ ਦੇ ਮੁਕੱਦਮਿਆਂ ਤੇ ਲਾ ਸੜਿਆ। ਬਾਪ ਦਾਦੇ ਦੀ ਜ਼ਮੀਨ ਖੋਕਤੀ ਤੋਂ ਵਾਪਸ ਲੈ ਆਵੋ। ਉਹ ਜ਼ਮੀਨ ਵਾਪਸ ਲੱਭੀ ਤੇ ਅੱਗੋਂ ਜਿਹੜੀਆਂ ਜ਼ਮੀਨਾਂ ਖੋਹੀਆਂ ਹੁੰਦੀਆਂ ਨੇ ਫਿਰ ਉਹਨਾਂ ਨੂੰ ਬਾਦ ਕਰਨਾ, ਸ਼ਾਇਦ ਲੱਭਣੀ ਉੱਥੋਂ ਲੱਭਣੀ ਨਾ ਲੱਭਣੀ। ਇਹਨਾਂ ਦੇ ਬਹਰਹਾਲ ਇਹ ਹਾਲਾਤ ਸਨ ਕਿ ਉਹ ਖੁਦ ਉਹਨਾਂ ਦੇ ਅਲਫਾਜ਼ ਨੇ ਵੀ ਅੱਬਾ ਜੀ ਦੇ ਫੌਤ ਹੋਣ ਤੇ ਮੈਂ ਸੋਚਦਾ ਸੀ ਘਰ ਦਾ ਨਿਜ਼ਾਮ ਕਿ ਨਾਨ ਨਫਕੇ ਦਾ ਖਰਚਾ ਕਿੰਨ ਚੱਲੇਗਾ। ਤੇ ਹੁਣ ਫਿਰ ਵੇਖ ਹੀ ਲੋ ਕਿੰਨੀਆਂ ਰਹਿਮਤਾਂ ਹੋਈਆਂ ਨੇ। ਬਾਕੀ ਉਹ ਫੌਤ ਹੋਣ ਲੱਗਿਆ ਵੀ ਮਿਰਜ਼ਾ ਸਾਹਿਬ ਦੱਸ ਗਏ ਸਨ ਵੀ ਇਹ ਜਿਹੜਾ ਬਸ਼ਤੀ ਮਕਬਰਾ ਹੈ ਨਾ, ਹਾਂਜੀ, ਇਹਦੇ ਚ ਜਿਹੜੇ ਮੇਰੇ ਖਾਨਦਾਨ ਦੇ ਬੰਦੇ ਨੇ ਇਹਨਾਂ ਨੂੰ ਇਹ ਮੁਯੱਸਰ ਹੋਵੇ ਸਹੂਲਤ ਫ੍ਰੀ ਆਫ ਕਾਸਟ, ਤੇ ਜਿਹੜਾ ਸਵਾਲ ਕਰੇ ਤਾਂ ਮੁਨਾਫਿਕ ਹੋਵੇ ਦਾ। ਤੇ ਕਿਤਾਬਾਂ ਦਾ ਵੀ ਕੋਈ ਸੀ, ਕਿਤਾਬਾਂ ਲਈ ਵੀ ਕੋਈ ਉਹਨਾਂ ਨੇ ਉਸ ਟਾਈਮ ਪੈਸਾ ਇਕੱਠਾ ਕੀਤਾ ਸੀ ਕੋਈ? ਕਿਤਾਬਾਂ ਦਾ ਤੇ ਉਹਨਾਂ ਨੇ ਖੁਦ ਤਸਲੀਮ ਕੀਤਾ ਨਾ। 10,000 ਰੁਪਇਆ ਨਾ, ਜਿਹੜਾ 10,000 ਰੁਪਇਆ ਹਾਂਜੀ 1880 ਦਾ 10,000 ਰੁਪਇਆ ਤੁਸੀਂ ਅੱਜ ਅੰਨਾ ਦੱਸ ਲਓ ਕਿ 1880 ਦਾ 10,000 ਰੁਪਇਆ ਅੱਜ ਦਾ ਕਿੰਨੇ ਕਰੋੜ ਰੁਪਇਆ ਬਣਦਾ। ਤੇ ਦੁਨੀਆ ਤੇ ਬਿਹਤਰੀਨ ਤਰੀਕਾ ਹੁੰਦਾ ਹੈ ਪੈਸੇ ਦਾ ਹਿਸਾਬ ਲਾਉਣ ਦਾ ਕਿ 1880 ਵਿੱਚ ਸੋਨਾ ਚੈੱਕ ਕਰ ਲਓ ਕਿੰਨੇ ਰੁਪਏ ਤੋਲਾ ਹੈ, ਕੰਪਿਊਟਰ ਤੇ ਮੋਬਾਈਲ ਤੇ ਮਾਰੋ ਤੇ ਲੱਭ ਜਾਏਗਾ। ਅੱਜ ਸੋਨਾ ਲਾ ਲਓ ਕਿੰਨੇ ਰੁਪਏ ਤੋਲਾ ਹੈ। ਉਦੋਂ 10,000 ਦਾ ਕਿੰਨੇ ਤੋਲਾ ਸੋਨਾ ਆਉਂਦਾ ਸੀ, ਅੱਜ ਉਹਨੇ ਤੋਲੇ ਕਿੰਨੇ ਦਾ ਆਉਂਦਾ ਤੁਹਾਨੂੰ ਪਤਾ ਲੱਗ ਜਾਂਦਾ ਕਿੰਨੇ ਕਰੋੜ ਰੁਪਇਆ ਬਣੇ। ਕਰੋੜਾਂ ਅਰਬਾਂ ਰੁਪਇਆ ਲੋਕਾਂ ਨੇ ਗਰੀਬ ਹਿੰਦੁਸਤਾਨ ਗਰੀਬੜੇ ਜੇ ਲੋਕ ਇਹ ਵੇਖੋ ਨਾ, ਮੁਹੰਮਦ ਅਲੀ ਜਿਨਾਹ ਨੇ ਇੱਕ ਆਵਾਜ਼ ਮਾਰੀ ਮੈਂ ਮੁਸਲਮਾਨਾਂ ਦਾ ਮੁਲਕ ਬਣਾਉਣਾ ਤੇ ਮੁਸਲਮਾਨ ਆਪਣੀ ਆਜ਼ਾਦੀ ਨਾਲ ਜ਼ਿੰਦਗੀ ਗੁਜ਼ਾਰਨ, ਲੋਕ ਆਪਣੇ ਬੱਚੇ ਜ਼ਿਬਾ ਕਰਾ ਕੇ ਦੌੜ ਆਏ ਨੇ ਵੀ ਚਲੋ ਆਜ਼ਾਦ ਹੋ ਜਾਂਦੇ ਆਪਣਾ ਮੁਲਕ। ਮੁਸਲਮਾਨਾਂ ਨੂੰ ਉੱਥੇ ਜਿਹੜਾ ਇਹਨਾਂ ਦੇ ਵਿੱਚ ਇਸਲਾਮੀ ਜਜ਼ਬਾ ਸੀ ਨਾ ਸਿਰਫ ਉਹ ਹੀ ਸੀ, ਬਾਕੀ ਤਾਂ ਹਿੰਦੂ ਗਾਲਬ ਸਨ, ਤਗੜਿਆਂ ਉਹਦੇ ਤੇ ਉਹ ਸਨ, ਮੁਸਲਮਾਨ ਤੇ ਪਿੱਛੇ ਹੋਈ ਕੌਮ ਸੀ। ਜਦੋਂ ਇਹਨਾਂ ਨੂੰ ਕਿਸੇ ਨੇ ਆਵਾਜ਼ ਮਾਰੀ ਹੈ ਨਾ ਵੀ ਮੈਂ ਤੁਹਾਨੂੰ 300 ਦਲਾਇਲ ਦਿਆਂ ਦਾ ਤੇ ਕਿਤਾਬ ਲਿਖਾਂ ਦਾ, ਲੋਕਾਂ ਨੇ ਆਪਣੇ ਬੱਚਿਆਂ ਦੇ ਮੂੰਹ ਚ ਨਵਾਲਾ ਕੱਢ ਕੇ ਨਾ ਉਹਨਾਂ ਆਖਿਆ ਨਹੀਂ ਭਾਈ ਹਟ ਜਾ ਪਿਛਾ ਪੁੱਤਰਾ, ਤੂੰ ਚੁੱਪ ਕਰ ਜਾ, ਇਸਲਾਮ ਨੂੰ ਜ਼ਿੰਦਾ ਰਹਿਣ ਦੇ, ਅਸੀਂ ਮਰ ਜਾਂਦੇ ਤਾਂ ਕਿ ਸਾਡੇ ਬੱਚੇ ਭੁੱਖੇ ਮਰ ਜਾਣ, ਤਾਂ ਕਿ ਇਸਲਾਮ ਜ਼ਿੰਦਾ ਰਹਿਣਾ ਚਾਹੀਦਾ। ਲੋਕਾਂ ਨੇ ਉਹ 10,000 ਰੁਪਇਆ ਅੱਜ ਦਾ ਉਹ ਕਰੋੜਾਂ ਅਰਬਾਂ ਰੁਪਇਆ ਬਣਦਾ ਜਿਹੜਾ ਉਹਨਾਂ ਦਿੱਤਾ ਕਿਤਾਬਾਂ ਵਾਸਤੇ। ਇਹਨਾਂ ਵੇੜੇ ਦੇਗਾਂ ਧਰ ਲੀਆਂ ਤੇ ਨਾਲ ਉੱਥੇ ਸੰਦੂਕੜੀ ਧਰ ਲਈ, ਇੱਥੋਂ ਖਾਈ ਜਾਓ ਤੇ ਇੱਥੇ ਪਾਈ ਜਾਓ। बात तो सच है मगर बात है रुसवाई। लामा साहब उस दौर में तकरीबन कितने मुसलमान होंगे इंडिया में ना? जवाब नहीं दे रहा, सारे दम साथ के बैठे ने। नहीं ये तो की जवाब दिता जा सकता है कि ਇਹਦਾ ਜਵਾਬ ਹੈ ਹੀ ਨਹੀਂ। ਮੂੰਹ ਤੋੜ ਜਵਾਬ ਇਹਦਾ ਦੇ 1947 ਚ ਕਸ਼ਮੀਰੀ ਸਾਹਿਬ 9 ਕਰੋੜ ਮੁਸਲਮਾਨ ਸੀ 1947 ਵਿੱਚ। 9 ਵਿੱਚ ਉਹ ਗਲਤ ਬੰਦੇ ਕੋਲੋਂ, ਕਿਉਂਕਿ ਜਿਹੜਾ ਮੁਖਾਲਫ ਹੁੰਦਾ ਨਾ ਤੁਹਾਡੇ ਦੋ ਬਰਾੜਾ ਛੱਡ ਕੇ ਘਬਰਾਹਟ ਲੱਗੀ ਹੋਈ ਜੇ, ਠੀਕ ਹੈ। ਇਹੀ ਜਿਹੜੇ ਗੱਲਾਂ ਨੇ ਨਾ ਇਹ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦੇ ਬਾਰੇ ਚ ਕਰ ਰਹੇ ਨੇ
ਜੋ ਬੱਕਰੀਆਂ ਕਿ ਉਹ ਬੰਦਾ ਬੱਕਰੀਆਂ ਚਾਰਦਾ ਸੀ। ਤੇ ਗੱਲ ਇਹ ਹੈ ਕਿ ਨਬੀਆਂ ਨੂੰ ਜਦੋਂ ਨਬੀ ਦਾਵਾ ਕਰਦੇ ਨੇ ਉਹਨਾਂ ਨੂੰ ਸਿਵਾਏ ਮੁਖਾਲਫਤਾਂ ਦੇ ਹੋਰ ਕੁਝ ਵੀ ਨਹੀਂ ਲੱਭਦਾ। ਉਹ ਨਬੀ ਜਿਹੜਾ ਵੀ ਦਾਵਾ ਕਰਦਾ ਹੈ ਉਹ ਖੁਦਾ ਤਾਲਾ ਕੋਲੋਂ ਪਾ ਕੇ ਕਰਦਾ, ਜਿਹੜੇ ਵੀ ਨਬੀ ਨੇ ਕੀਤਾ, ਠੀਕ ਹੈ। ਔਰ ਤੁਹਾਡੇ ਕੋਲ ਪਰਖਣ ਦਾ ਪੈਮਾਨਾ ਉਹਦਾ ਕਿਸੇ ਬੰਦੇ ਕੋਲ ਨਹੀਂ ਹੈ ਕਿ ਕੀ ਹੈ। ਉਹਦੀ ਵਜ੍ਹਾ ਇਹ ਹੈ ਜਦੋਂ ਹਜ਼ਰਤ ਮੁਹੰਮਦ ਸੱਲੱਲਾਹੁ ਅਲੈहि ਵਸੱਲਮ ਨੇ ਨਬੂਵਤ ਦਾ ਦਾਵਾ ਕੀਤਾ, ਕਿਆ ਖੁਦਾ ਤਾਲਾ ਨੇ ਬਾਕੀ ਲੋਕਾਂ ਨੂੰ ਦੱਸਿਆ ਕਿ ਇਹ ਨਬੀ ਹੈ? ਨਹੀਂ, ਖੁਦਾ ਤਾਲਾ ਨੇ ਉਹਨੂੰ ਹੀ ਦੱਸਿਆ ਕਿ ਜਾ ਕੇ ਲੋਕਾਂ ਨੂੰ ਦੱਸ। ਔਰ ਉਹਨਾਂ ਨੇ ਆ ਕੇ ਦੱਸਿਆ ਕਿ ਮੈਂ ਨਬੀ ਹਾਂ, ਠੀਕ ਹੈ, ਖੁਦਾ ਤਾਲਾ ਨੇ ਮੈਨੂੰ ਭੇਜਿਆ, ਠੀਕ ਹੈ। ਔਰ ਕਿਤਨੇ ਲੋਕ ਸਨ ਮੰਨਣ ਵਾਲੇ, ਜਿਹੜੇ ਸ਼ੁਰੂ ਵਿੱਚ ਸਨ ਉਹ ਤੇ ਉਧਰੋਂ ਜਨਾਬ ਮੂੰਹ ਫੇਰ ਕੇ ਨੱਸ ਗਏ, ਜਿਨ੍ਹਾਂ ਨੂੰ ਬੁਲਾਇਆ ਸੀ ਦਾਵਤ ਤੇ, ਉਹ ਜਿਨ੍ਹਾਂ ਨੂੰ ਦਾਵਤ ਦਿੱਤੀ ਸੀ ਕਿ ਆ ਜਾਓ ਮੇਰੀ ਗੱਲ ਸੁਣੋ। ਤੇ ਗੱਲ ਇਹ ਹੈ ਕਿ ਅੰਬੀਆ ਨੂੰ ਕੀ ਮਿਲਦਾ। ਤੁਹਾਡਾ ਸਵਾਲ ਇਹ ਸੀ ਕਿ ਮਿਰਜ਼ਾ ਸਾਹਿਬ ਨੂੰ ਕੀ ਮਿਲਿਆ। ਮਿਰਜ਼ਾ ਸਾਹਿਬ ਨੂੰ ਖੁਦਾ ਤਾਲਾ ਦਾ ਪੈਗਾਮ, ਜਦੋਂ ਕੋਈ ਸੱਚਾ ਖੁਦਾ ਤਾਲਾ ਦਾ ਨਬੀ ਜਦੋਂ ਖੁਦਾ ਤਾਲਾ ਦਾ ਪੈਗਾਮ ਦੁਨੀਆ ਵਿੱਚ ਪਹੁੰਚਾਉਂਦਾ ਹੈ ਨਾ, ਤੇ ਉਹਨੂੰ ਸਵਾਏ ਇਹਦੇ ਕਿ ਬਗੈਰ ਮੁਖਾਲਫਤਾਂ ਔਰ ਆਪਣਿਆਂ ਦੇ ਮੁਖਾਲਫਤਾਂ ਔਰ ਬਾਹਰ ਦੀਆਂ ਤੇ ਹੈ ਹੀ ਹੈ ਇਹ ਮਿਲਦੀਆਂ ਜੇ। ਔਰ ਇਹ ਜਿਹੜੀਆਂ ਨੇ ਇਹ ਮਿਰਜ਼ਾ ਸਾਹਿਬ ਨੂੰ ਮਿਲੀਆਂ। ਮਗਰ ਕਿਆ ਇਹ ਸਾਰੀਆਂ ਮੁਖਾਲਫਾਂ ਦੇ ਬਾਵਜੂਦ ਮਿਰਜ਼ਾ ਸਾਹਿਬ ਨੇ ਉਹ ਜਿਹੜਾ ਪੈਗਾਮ ਸੀ ਖੁਦਾ ਤਾਲਾ ਦਾ, ਕਿਆ ਉਹ ਭੇਜਣਾ ਬੰਦ ਕਰਤਾ? ਨਹੀਂ ਬੰਦ ਕੀਤਾ। ਵਰਨਾ ਤੇ ਮੁਖਾਲਫਤਾਂ ਜਿਸ ਤਰ੍ਹਾਂ ਲੋਕ, ਜਿਸ ਤਰ੍ਹਾਂ ਅਮਨ ਨਜ਼ੀਰ ਸਾਹਿਬ ਜਿਨ੍ਹਾਂ ਕੋਲ ਸਵਾਲ ਕਰ ਰਹੇ ਹੋ, ਇਹ ਤਾਂ ਬਦਤਰੀਨ ਮੁਖਾਲਫ ਨੇ। ਤੁਸੀਂ ਇਹਨਾਂ ਕੋਲ ਸਵਾਲ ਕਰ ਰਹੇ ਹੋ ਕਿ ਮਿਰਜ਼ਾ ਸਾਹਿਬ ਨੂੰ ਕੀ ਮਿਲਿਆ, ਠੀਕ ਹੈ। ਐਫ ਹੀ ਜਾ ਕੇ ਮੈਂ ਜਿਹੜੀ ਪਹਿਲੇ ਅਰਜ਼ ਕੀਤੀ ਹੈ, ਤੁਹਾਡੇ ਨਾਲ 2 ਬਰਾਡਾਂ ਛੱਡ ਕੇ 4 ਬਰਾਡਾਂ ਲੱਗੀਆਂ ਨੇ, ਉਹ ਵਿਕਟਰ ਸਾਹਿਬ ਔਰ ਫਲਾਣੀ ਔਰ ਸਾਰਿਆਂ ਦੀਆਂ, ਠੀਕ ਹੈ। ਮੈਂ ਜਾਣਦਾ, ਮੈਂ ਜਾ ਕੇ ਸੁਣੋ ਹਜ਼ਰਤ ਮੁਹੰਮਦ ਸੱਲੱਲਾਹੁ ਅਲੈहि ਵਸੱਲਮ ਦੇ ਬਾਰੇ ਵਿੱਚ ਕੀ ਇਹ ਕੋਈ ਗੱਲਾਂ ਨਹੀਂ ਕਰ ਰਹੇ। ਮੈਂ ਤੁਹਾਨੂੰ ਕਸਮ ਦੇ ਕੇ ਕਹਿਣਾ ਵਾ, ਸੇਮ ਅਲਫਾਜ਼ ਇਸਤੇਮਾਲ ਕਰ ਰਹੇ ਜੇ, ਸੇਮ ਗੱਲਾਂ ਕਰ ਰਹੇ ਜੇ। ਰਿਪੀਟ ਨਾ ਕਰੋ। ਮੈਂ ਤੁਸੀਂ ਵੀ ਕੀਤੀ ਹੈ ਨਾ, ਮੈਂ ਤੁਹਾਡੀ ਗੱਲ 'ਚ ਬੋਲਿਆ ਵਾ, ਤੁਸੀਂ ਵੀ ਕੀਤੀ ਹੈ ਨਾ ਇਤਨੀ ਦੇਰ। एक सवाल में एक मिनट कश्मीरी साहब मैं अलामा साहब मैं एक मैं क्लियर कर देवां चीज पापा जान जेड़े रसूल अल्लाह दे मुनकर सन और काफर सन सारे, मैं जवाब देंगा। मिर्जा साहब दे सारे मुनकर मुसलमान ने। और कश्मीरी साहब मैं जवाब दूंगा। मैं जवाब मेरे को पूछे अलामा साहब, आपने मेरे को पूछा, तुम जवाब ना दियो, मेरे को पूछा मैं देना हुआ, ठीक है ना। गलत बंदे को पूछा है ना उन्होंने भी, जिस तरह मेरी गल मेरे को पूछा, जिस वेले तुसा मेरी गल टोक के दसन लग पे हो कि गलत बंदे को पूछा। मेरा नहीं हक, मिर्जा साहब दा सवाल सही बंदे को पूछा। मैं क्या मेरा नहीं हक के मैं दसां कि गलत बंदे को लेन देने मिर्जा साहब नाल ਤੁਹਾਡਾ ਕੀ ਲੈਣ ਦੇਣਾ? ਕੋਈ ਲੈਣ ਦੇਣ ਨਹੀਂ ਹੈ। मैं दसना ना की ਲੈਣ ਦੇ, मैं दसना ना। ਇਹ ਸਵਾਲ ਮੇਰੇ ਮੈਂ ਦੱਸਣਾ ਵਾ ਕੀ ਲੈਣ ਦੇਣਾ, ਠੀਕ ਹੈ। ਮੈਨੂੰ ਜਵਾਬ ਦੇ ਲੈਣ ਦੇ, ਫਿਰ ਤੁਸੀਂ ਜਵਾਬ ਦੇ ਲੈਣਾ ਇਸ ਗੱਲ ਦੇ ਉੱਤੇ ਜਿਹੜਾ ਤੁਸੀਂ ਮੇਰਾ ਸਵਾਲ ਕੀਤਾ ਹੈ, ਠੀਕ ਹੈ। ਇਹ ਸਭ ਗੱਲ ਇਹ ਹੈ ਕਿ ਜੋ ਨਬੀ ਕੇ ਸੱਲਮ ਦੇ ਜਿਹੜੇ ਪਹਿਲੇ ਜਿਨ੍ਹਾਂ ਨੂੰ ਨਬੀ ਕੇ ਸੱਲਮ ਨੇ ਆ ਕੇ ਇਹ ਪੈਗਾਮ ਦਿੱਤਾ, ਉਹ ਲੋਕ ਕਿਸੇ ਨਾ ਕਿਸੇ ਮਜ਼ਹਬ ਉੱਤੇ ਕਾਇਮ ਸਨ ਨਾ, ਉਹ ਕਾਫਰ ਨਹੀਂ ਸਨ। ਅਸਲ ਗੱਲ ਇਹ ਹੈ ਕਸ਼ਮੀਰੀ ਸਾਹਿਬ ਤੁਸੀਂ ਇਸ ਤਰ੍ਹਾਂ ਨਾ ਲੰਮਾ ਸਾਡੀ ਗੱਲ ਸੁਣ ਲਓ, ਮੈਂ ਜਰਾ ਸਵਾਰੀ ਲਾ ਲਵਾਂ ਇੱਕ। ਹਾਂਜੀ ਮੈਂ ਇੱਥੇ ਜਾ ਨਹੀਂ ਰਿਹਾ। ਹਾਂਜੀ ਕਸ਼ਮੀਰੀ ਸਾਹਿਬ ਸੁਣੋ ਗੱਲ। ਨਬੀਆਂ ਨਾਲ ਬਰਾਬਰੀ ਕਰਨੀ ਆਸਾਨ ਹੈ, ਜ਼ੁਬਾਨ ਨਾਲ ਦਾਅਵੇ ਕਰਨੇ ਕਿ ਨਬੀ ਕਰੀਮ ਸੱਲੱਲਾਹੁ ਅਲੈहि ਵਸੱਲਮ ਵੀ ਬੱਕਰੀਆਂ ਚਰਾਉਂਦੇ ਸੀ, ਲੇਕਿਨ ਇਹ ਤੇ ਪਤਾ ਕਰੋ ਕਿ ਜਦੋਂ ਨਬੀ ਕਰੀਮ ਸੱਲੱਲਾਹੁ ਅਲੈहि ਵਸੱਲਮ ਫੌਤ ਹੋਏ ਸਨ ਤੇ ਉਹਨਾਂ ਦੀ ਜ਼ਰਾ ਕਿਹੜੇ ਯਹੂਦੀ ਦੇ ਕੋਲ ਬੰਦੇ ਪਈ ਸੀ। ਨਬੀ ਕਰੀਮ ਸੱਲੱਲਾਹੁ ਅਲੈहि ਵਸੱਲਮ ਦੇ ਘਰ 'ਚ ਕਿੰਨੇ ਦਿਨ ਤੱਕ ਚੁੱਲ੍ਹਾ ਨਹੀਂ ਸੀ ਬਲਦਾ। ਨਬੀ ਕਰੀਮ ਸੱਲੱਲਾਹੁ ਅਲੈहि ਵਸੱਲਮ ਦੀਆਂ ਬੀਵੀਆਂ ਨੇ ਉਹਨਾਂ ਨੂੰ ਕੀ ਆਖਿਆ ਸੀ ਕਿ ਯਾ ਰਸੂਲ ਅੱਲਾਹ, ਯਹੂਦ ਨਸਾਰਾ ਦੀਆਂ ਔਰਤਾਂ ਲੰਘਦੀਆਂ ਨੇ ਗਲੀ 'ਚੋਂ, ਉਹਨਾਂ ਦੇ ਜ਼ੇਵਰਾਤ ਛਨ ਦੀ ਆਵਾਜ਼ ਆਉਂਦੀ ਹੈ ਤੇ ਅਸੀਂ ਤੇ ਹੈ ਵੀ ਇਮਾਮੁਲ ਅੰਬੀਆ ਦੀਆਂ ਬੀਵੀਆਂ, ਤੇ ਸਾਡੇ ਘਰ ਤੇ ਕਈ ਦਿਨ ਚੁੱਲ੍ਹਾ ਨਹੀਂ ਬਲਦਾ। ਐਸੀ ਉਹਨਾਂ ਦੀ ਅਸਲ ਜ਼ਿੰਦਗੀ ਜਿਨ੍ਹਾਂ ਦੀ ਮਮਾਸਲਤ ਕੀਤੀ ਜਾ ਰਹੀ, ਜਿਨ੍ਹਾਂ ਦੀ ਹਮਸਰੀ ਕਰਨ ਦਾ ਦਾਵਾ ਕੀਤਾ ਜਾ ਰਿਹਾ ਹੈ ਤੇ ਕਿਹਾ ਜਾ ਰਿਹਾ ਹੈ ਕਿ ਜੀ ਉਹ ਮਿਰਜ਼ਾ ਸਾਹਿਬ ਦੇ ਬਾਰੇ ਜੋ ਇਹ ਗੱਲਾਂ ਪੇ ਕਰਦੇ ਨੇ ਉਹੀ ਨਬੀ ਪਾਕ ਦੇ ਬਾਰੇ। ਭਾਈ ਜਿਹੜਾ ਨਬੀ ਪਾਕ ਦੇ ਬਾਰੇ ਕਰੇਗਾ ਉਹਨੂੰ ਮੈਂ ਇਹ ਜਵਾਬ ਦੇਵਾਂਗਾ ਨਾ ਕਿ ਮੇਰੇ ਨਬੀ अलैहिस्सलातु वस्सलाम ਦੇ ਘਰ 'ਚ ਕਈ ਦਿਨ ਤੱਕ ਚੁੱਲ੍ਹਾ ਨਹੀਂ ਸੀ ਬਲਦਾ, ਖਾਣ ਜਿਹੀ ਕੋਈ ਸ਼ੈ ਨਹੀਂ ਸੀ ਹੁੰਦੀ, ਤੇ ਤੁਹਾਡੇ ਘਰ 4000 ਰੁਪਏ ਦਾ ਜਿਹੜਾ ਜ਼ੇਵਰ ਹੈ ਨਾ, ਜਦੋਂ ਆਪਣਾ ਹੀ ਬਾਗ ਆਪਣੇ ਹੀ ਬੇਟਿਆਂ ਤੋਂ ਫਾਰਗ ਕਰਨ ਵਾਸਤੇ ਆਪਣੀ ਹੀ ਬੀਵੀ ਦੇ ਅੱਗੇ ਬੰਦੇ ਰੱਖਿਆ ਗਿਆ,
ਜੋ ਇਹਨਾਂ ਦੀ ਕਿਤਾਬ 'ਚ ਮਿਰਜ਼ਾ ਸਾਹਿਬ ਨੇ ਆਪਣੇ ਹੱਥ ਨਾਲ ਲਿਖਿਆ, ਮੈਂ ਕੋਈ ਇਲਜ਼ਾਮ ਨਹੀਂ ਲਾਉਣ ਲੱਗਾ, ਕੋਈ ਤੋਹਮਤ ਨਹੀਂ ਲਾਉਣ ਲੱਗਾ। ਆਪਣਾ ਹੀ ਬਾਗ ਆਪਣੀ ਹੀ ਦੂਸਰੀ ਬੀਵੀ ਦੇ ਅੱਗੇ 5000 ਦੇ ਇਵਜ਼ ਬੰਦੇ ਰੱਖਿਆ ਗਿਆ, ਉਹਦੇ 'ਚੋਂ 4000 ਰੁਪਏ ਦੇ ਜ਼ੇਵਰ ਲਏ ਗਏ। ਉਹ ਜਿਹੜਾ 4000 ਦਾ ਜ਼ੇਵਰ ਹੈ ਨਾ, ਉਹਦਾ ਉਦੋਂ 16 ਰੁਪਏ ਤੋਲਾ ਸੋਨਾ ਸੀ। ਜਿਹੜਾ 16-17 ਰੁਪਏ ਤੋਲਾ ਸੋਨਾ ਸੀ ਨਾ, ਉਹ 4000 ਰੁਪਏ ਦਾ ਅਗਲੇ ਦਿਨ ਅਸੀਂ ਹਿਸਾਬ ਲਾਇਆ 200 ਤੋਲਾ ਸੋਨਾ ਬਣਦਾ ਹੈ। ਘਰ 200 ਤੋਲਾ ਸੋਨਾ ਸੀ ਤੇ 1000 ਰੁਪਇਆ ਨਗਦ ਲਿਆ ਨਾਲ, ਤੇ ਬਾਗ ਆਪਣੀ ਬੀਵੀ ਦੇ ਅੱਗੇ ਬੰਦੇ ਰੱਖਿਆ। ਕਿਆ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੀਆਂ ਬੀਵੀਆਂ ਕੋਲ ਵੀ 200 ਤੋਲਾ ਸੋਨਾ ਹੈ? ਉਹ ਬੱਕਰੀਆਂ ਚਗਾਉਂਦੇ ਸੀ, ਲੇਕਿਨ ਜਦੋਂ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੀ 63 ਸਾਲਾ ਜ਼ਿੰਦਗੀ ਗੁਜ਼ਰ ਗਈ ਤੇ ਜਿਸ ਦਿਨ ਉਹ ਇਸ ਦੁਨੀਆ ਤੋਂ ਅਲਵਿਦਾ ਹੋਏ ਨੇ, ਤੇ ਉਹਨਾਂ ਦੇ ਘਰ 200 ਤੋਲੇ ਸੋਨਾ ਹੈ ਸੀ ਨਾ। ਹੌਸਲਾ ਹੋਣਾ, ਹੌਸਲਾ ਕਰੋ ਨਾ। ਮੈਂ ਆਪਣੇ ਨਬੀ ਦੀ ਗੱਲ ਦੱਸਾਂ, ਤੁਸੀਂ ਆਪਣੇ ਨਬੀ ਦੀ ਦੱਸਿਓ ਨਾ, ਆਪਣਾ ਨਬੀ। ਨਹੀਂ, ਤੁਸੀਂ ਉਸ ਨਬੀ ਦੇ ਹੁੰਦੇ ਤੇ ਫਿਰ ਤੁਸੀਂ ਉਹਨਾਂ ਦੀ ਮਿਸਾਲਾਂ ਨਾ ਦਿੰਦੇ ਪੁੱਠੇ। ਫਿਰ ਹੁਣ ਹੌਸਲਾ ਤੇ ਕਰੋ ਨਾ, ਤੁਹਾਡੀ ਗੱਲ ਸੁਣੀ ਮੇਰੀ ਹੁਣ ਕਰ। ਤੁਸੀਂ ਸਵਾਰੀ ਲਾ ਲਓ ਨਾ, ਤੁਸੀਂ ਸਵਾਰੀ ਲਾ ਲਓ। ਮੈਨੂੰ ਗੱਲ ਤੇ ਕਿਹੜੀ ਮੈਂ ਰਿਪੀਟ ਕੀਤੀ ਹੈ? ਮੈਂ ਆਪਣੇ ਨਬੀ ਦਾ, ਮੇਰੀ ਗੱਲ ਸੁਣੋ ਨਾ, ਮੈਨੂੰ ਆਪਣੇ ਨਬੀ ਦੀ ਜ਼ਿੰਦਗੀ ਬਿਆਨ ਕਰਨ ਦਿਓ ਕਿ ਉਹਨਾਂ ਕੋਲੇ ਨਾ ਤੇ ਉਹਨਾਂ ਜਦੋਂ ਸਭ ਤੋਂ ਅਮੀਰ ਔਰਤ ਅਰਬ ਦੀ ਉਹਦੇ ਨਾਲ ਸ਼ਾਦੀ ਕੀਤੀ ਹੈ, ਉਹਦੇ ਬਾਅਦ ਉਹ ਸਾਰਾ ਮਾਲੋ ਦੌਲਤ ਕਿੱਧਰ ਗਿਆ ਹੈ? ਇਸਲਾਮ ਦੇ ਰਾਹ ਤੇ ਲੱਗ ਗਿਆ। ਮੈਂ ਦੱਸਿਆ ਕਈ ਦਿਨ ਘਰ ਚੁੱਲ੍ਹਾ ਹੀ ਨਹੀਂ ਬਲਦਾ ਹੈ, ਬੀਵੀਆਂ ਦੇ ਕੋਲ ਕੋਈ ਜ਼ੇਵਰ ਨਹੀਂ, ਕੋਈ ਸੋਨਾ ਨਹੀਂ, ਸਾਹਿਬੇ ਨਸਾਬ ਨਹੀਂ ਕਦੇ ਹੋਏ। ਇਹਨਾਂ ਦੇ ਘਰ 4000 ਰੁਪਏ ਦਾ ਜ਼ੇਵਰ ਹੋਣ ਦੇ ਬਾਵਜੂਦ ਲੋਕ ਜਾਓ ਨਾ, ਜਿਸ ਤਰ੍ਹਾਂ ਤੁਸੀਂ ਮੇਰੇ ਨਬੀ ਵੱਲ ਉਂਗਲ ਕੀਤੀ, ਮੇਰਾ ਵੀ ਹੱਕ ਬਣਦਾ ਨਾ, ਮੇਰਾ ਵੀ ਹੱਕ ਬਣਦਾ। ਮਹਿਮੂਦ ਸਾਹਿਬ, ਮੈਂ ਤੁਹਾਨੂੰ ਦੱਸਾਂ ਕਿ ਤੁਹਾਡੇ ਘਰ 4000 ਰੁਪਏ ਦਾ ਜ਼ੇਵਰ ਸੀ। ਹੌਸਲਾ ਤੇ ਕਰੋ ਨਾ ਮਹਿਮੂਦ ਸਾਹਿਬ, ਹੁਣ ਹੌਸਲਾ ਤੇ ਕਰ ਲਓ। ਮੈਂ ਕੋਈ ਗਾਲ ਪਿਆ ਕਰਨਾ, ਕੋਈ ਅਰਜ਼ ਨਹੀਂ। ਇੱਕ ਆਦਮੀ ਗੱਲ ਖਤਮ ਕਰ ਲੈ ਫਿਰ ਦੂਸਰਾ ਕਰ ਲੈ, ਕਿਹੜਾ ਨਿਕਲ ਜਾਂਦੇ। ਮੇਰੇ ਕੋਲ ਜਿਹੜੀ ਗੱਲ ਮੈਂ ਕਰਨਾ ਪਿਆ, ਮੇਰੇ ਕੋਲ ਹਵਾਲਾ ਲੈ ਲਿਓ। ਮਹਿਮੂਦ ਸਾਹਿਬ, ਮੈਂ ਕੋਈ ਗਾਲ ਤੇ ਨਹੀਂ ਕੱਢਦਾ ਪਿਆ, ਮੈਂ ਪਿਆ ਨਾ, ਮੈਂ ਜਿਹੜੀ ਗੱਲ ਖਤਮ ਕਰੋ ਨਾ, ਗੱਲ ਖਤਮ ਹੀ ਕਰਨਾ ਪਿਆ। ਚਲੋ ਕਰੋ ਫਿਰ, ਟਾਈਮ ਰੱਖ ਲਓ। ਫਿਰ ਜੇ ਤੁਹਾਨੂੰ ਐਡੀ ਐਮਰਜੈਂਸੀ ਬਣ ਗਈ ਹੈ, ਤੁਸੀਂ ਹੁਣ ਗੱਲ ਕਰਨ ਹੀ ਨਹੀਂ ਪਏ ਦਿੰਦੇ, ਟਾਈਮ ਰੱਖ ਲਓ। ਨਹੀਂ ਕਰ ਲਓ ਤੁਸੀਂ, ਜਿਹੜੀ 2-3 ਮਿੰਟ ਟਾਈਮ ਲਾ ਲੈਣੇ ਆ। ਨਹੀਂ, ਗੱਲ ਮੁਕਾ ਲੈਣ ਦਿਓ, ਤੇ ਜੇ ਮੁੱਕ ਜਾਏ ਫਿਰ ਤੁਸੀਂ ਜਿਤਨਾ ਮਰਜ਼ੀ ਟਾਈਮ ਲੈ ਲਓ। ਜਿਨ੍ਹਾਂ ਨੇ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੇ ਬਾਰੇ ਉਂਗਲ ਚੁੱਕਣੀ ਹੋਵੇ ਕਿ ਉਹਨਾਂ ਨੇ ਨਬੂਵਤ ਦਾ ਦਾਅਵਾ ਕਰਕੇ ਕੋਈ ਦੁਨੀਆ ਤੋਂ ਮਾਲ ਕਮਾਇਆ, ਉਹਦਾ ਜਵਾਬ ਮੈਂ ਦਿਆਂਦਾ। ਤੇ ਜਿਨ੍ਹਾਂ ਦਾ ਮੈਂ ਤੁਹਾਡੇ ਸਾਹਮਣੇ ਖਲੋਤੇ ਹਾਂ, ਮੈਂ ਦਾਅਵਾ ਪਿਆ ਕਰਨਾ ਕਿ ਮਿਰਜ਼ਾ ਸਾਹਿਬ ਨੇ ਨਬੂਵਤ ਦਾ ਦਾਅਵਾ ਕਰਕੇ ਦੁਨੀਆ ਤੇ ਇੰਨਾ ਮਾਲ ਕਮਾਇਆ, ਅੱਜ ਤੱਕ ਉਹਨਾਂ ਦੀਆਂ ਨਸਲਾਂ ਸੰਵਰ ਗਈਆਂ ਨੇ। ਤੁਸੀਂ ਉਹਨਾਂ ਦਾ ਜਵਾਬ ਦੇਣਾ। ਬਹਰਹਾਲ ਮੈਂ ਰਿਸਪੈਕਟ ਕਰਦਾ ਸਾਂ ਕਿ ਜਿਹੜਾ ਜ਼ੇਵਰ ਤੁਹਾਡੇ ਘਰ ਸੀ ਨਾ, ਉਹਦਾ ਉਦੋਂ 4000 ਰੁਪਇਆ ਰਿਪੀਟ ਹੋ ਰਿਹਾ 6 ਦਫਾ ਤੁਸੀਂ ਕਹਿ ਚੁੱਕੇ ਹੋ, ਜ਼ੇਵਰ 4000 ਰਿਪੀਟ ਕਰ ਰਹੇ ਹੋ ਨਾ। ਓਏ ਹੋਏ, ਰਿਪੀਟ ਕਰਨਾ, ਰਿਪੀਟ ਨਹੀਂ ਕਰਨੀ। ਜਿਹੜੀ ਖੁਰਾਕ ਮਿਰਜ਼ਾ ਸਾਹਿਬ ਖਾਂਦੇ ਸਨ, ਪਸੰਦੀਦਾ ਗ਼ਜ਼ਾ, ਕਦੇ ਪਤਾ ਕੀਤਾ ਜੇ, ਪੜਿਆ ਜੇ ਕਿਤਾਬ 'ਚ? ਮੈਨੂੰ ਪਤਾ ਮੁਰਗਨ ਗ਼ਜ਼ਾ ਖਾਂਦੇ ਸਨ, ਜਿਹੜਾ ਬਟੇਰ ਮੁਰਗ ਉਹਨਾਂ ਦੀ ਪਸੰਦੀਦਾ ਗ਼ਜ਼ਾ ਸੀ, ਕੋਰਮਾ ਉਹਨਾਂ ਦੀ ਪਸੰਦੀਦਾ ਗ਼ਜ਼ਾ ਸੀ। ਕਿਆ ਨਬੀ ਅਲੈਹਿਸਸਲਾਤੁ ਵਸਲਾਮ ਦੀਆਂ ਵੀ ਕਦੇ ਇਹੋ ਜਿਹੀਆਂ ਗ਼ਜ਼ਾਵਾਂ ਪੜੀਆਂ? ਅੱਲਾ ਨੇ ਦਿੱਤਾ ਤੇ ਖਾਦਾ ਹੈ ਨਾ। ਸੁਣ ਲਓ ਨਾ, ਦਿੱਤਾ ਜੋ ਅੱਲਾ ਨੇ ਨਹੀਂ ਦਿੱਤਾ, ਮਰੀਦਾਂ ਨੇ ਦਿੱਤਾ, ਤੇ ਮੁਸਲਮਾਨਾਂ ਨੇ 10,000 ਰੁਪਇਆ ਦਿੱਤਾ ਸੀ। ਇਹ ਮੁਸਲਮਾਨਾਂ ਦਾ ਮਾਲ ਸੀ ਜਿਹੜਾ ਮਿਰਜ਼ਾ ਸਾਹਿਬ ਨੇ। ਮਹਿਮੂਦ ਸਾਹਿਬ, ਗੱਲ ਸੁਣਨੀ ਜੇ ਜਾਂ ਵਿੱਚ ਰੋਲਾ ਪਾਣਾ ਜੇ? ਨਹੀਂ ਸੁਣ ਰਿਹਾ ਵਾ ਨਾ, ਮਗਰ ਤੁਸੀਂ ਤੇ ਜੇ ਸੁਣ ਰਹੇ ਹੋ ਤਾਂ ਖਮੋਸ਼ ਹੋ ਨਾ। ਜੇ ਸੁਣ ਰਹੇ ਹੋ ਤਾਂ ਮੂੰਹ ਲਾਓ ਨਾ। ਪਹਿਲੀ ਗੱਲ ਤੇ ਇਹ ਹੈ ਕਿ ਮੈਂ ਨਬੀ ਕਿਸਮ ਦੀ ਉਂਗਲੀ ਨਹੀਂ, ਮੈਂ ਪਿਆ ਨਾ, ਜੇ ਸੁਣਨ ਦਾ ਜਜ਼ਬਾ ਹੈ, ਮੈਂ ਦੱਸਿਆ ਕਿ ਮੂੰਹ ਲਾ ਲਓ। ਉਸ ਬਰਾਤ ਤੇ ਜਾਓ। ਨਹੀਂ, ਫਿਰ ਤੁਹਾਡੇ ਸੁਣਨ ਦਾ ਹੌਸਲਾ ਨਹੀਂ ਹੈ। ਤੁਹਾਡੇ ਸੁਣਨ ਦਾ ਕਹਿ ਰਿਹਾ ਕਿ ਉਸ ਬਰਾਤ ਤੇ ਜਾਓ, ਡਿਫੈਂਡ ਕਰੋ ਜਾ ਕੇ। ਮੈਂ ਕਰਾਂਗਾ ਉੱਥੇ, ਮੈਂ ਮੈਨੂੰ ਇਹ ਕਹਿ ਰਹੇ ਹੋ, ਲੈ ਆਵੋ ਉਹਨੂੰ, ਤੁਸੀਂ ਮੈਨੂੰ ਇੱਥੇ ਉਹਨੂੰ ਲੈ ਆਵੋ ਜਿਹਨੂੰ ਮੇਰੇ ਨਬੀ ਦੀ ਜ਼ਿੰਦਗੀ ਤੇ ਇਤਰਾਜ਼ ਹੈ, ਮੈਂ ਉਹਨੂੰ ਜਵਾਬ ਦੇਵਾਂਗਾ। ਮੈਂ ਕਿਉਂ ਲੈ ਕੇ ਆਵਾਂ? ਮੈਂ ਕਿਉਂ ਲੈ ਕੇ ਆਵਾਂ? ਤੇ ਫਿਰ ਤੁਸੀਂ ਉਹਨਾਂ ਦੀਆਂ ਕਹਾਣੀਆਂ ਨਾ ਸੁਣਾਓ ਸਾਨੂੰ। ਉੱਥੇ ਜਾਣਾ ਹੈ ਤੇ ਮੈਂ ਆਪ ਲਗਾ ਜਾਂਦਾ, ਤੁਹਾਡੀ ਇਜਾਜ਼ਤ ਨਾਲ ਜਾਣਾ। ਮੈਂ ਨਹੀਂ, ਮੇਰੀ ਇਜਾਜ਼ਤ ਨਾਲ ਹੀ ਜਾਓ ਨਾ, ਮੈਂ ਤਾਂ ਇਜਾਜ਼ਤ ਦੇਣ ਵਾਲਾ ਤੁਹਾਡਾ ਵੱਡਾ ਵਾ ਨਾ। ਹਾਂ ਠੀਕ, ਤੁਸੀਂ ਆਪਣੀ ਇਜਾਜ਼ਤ ਕੋਲ ਰੱਖੋ ਨਾ। ਗੋਟਾ ਕਿਨਾਰੀ ਵਾਲਾ ਲਿਬਾਸ, ਜਿਹੜਾ ਗੋਟਾ ਕਿਨਾਰੀ ਵਾਲਾ ਲਿਬਾਸ ਮਿਰਜ਼ਾ ਸਾਹਿਬ ਦੀ ਜ਼ੌਜਾ ਮੁਹਤਰਮਾ ਤੇ ਉਹਨਾਂ ਦੀ, ਖਲੋ ਜਾਓ ਨਾ ਮਹਿਮੂਦ ਸਾਹਿਬ, ਸੁਣ ਤੇ ਲੋ ਨਾ ਕਹਾਣੀਆਂ। ਕੋਈ ਨਵੀਂ ਗੱਲ ਨਹੀਂ ਹੈ, ਨਬੀਆਂ ਤੇ ਇਹੋ ਜਿਹੇ ਇਤਰਾਜ਼। ਨਬੀਆਂ ਤੇ ਕਿਹੜੇ ਨਬੀ ਦੇ ਉੱਤੇ, ਕਿਹੜੇ ਨਬੀ ਦੇ ਉੱਤੇ ਇਤਰਾਜ਼ ਹੋਇਆ ਕਿ ਤੁਹਾਡੀ ਬੀਵੀ ਗੋਟਾ ਕਿਨਾਰੀ ਵਾਲਾ ਲਿਬਾਸ ਪਾਉਂਦੀ ਹੈ? ਕਿਸ ਨਬੀ ਦੇ ਉੱਤੇ ਇਤਰਾਜ਼ ਹੋਇਆ ਕਿ ਤੁਹਾਡੇ ਘਰ 200 ਤੋਲੇ ਸੋਨਾ ਹੈ?
ਤੁਸੀਂ ਇਹ ਮਾਲ ਕਿੱਥੋਂ ਲਿਆਂਦਾ? ਅਸੀਂ ਮਾਲ ਦਿੰਨੇ ਆ ਬੱਚਿਆਂ ਦਾ ਪੇਟ ਕੱਟ ਕੇ ਕਿ ਉੱਥੇ ਬੇਗਮ ਸਾਹਿਬਾ ਦੇ ਸੂਟ ਤੇ ਜ਼ੇਵਰਾਤ ਪੇ ਬਣਦੇ ਨੇ। ਕਿਹੜੇ ਨਬੀ ਤੇ ਇਤਰਾਜ਼ ਹੋਇਆ ਹੈ? ਨਬੀਆਂ ਦੀਆਂ ਬੀਵੀਆਂ ਦੇ ਕੋਲ ਤੇ ਮੈਂ ਦੱਸਿਆ ਕਿ ਦੁਨੀਆ ਦਾ ਮਾਲ ਨਾ ਹੋਣ ਦੀ ਵਜ੍ਹਾ ਤੋਂ ਉਹ ਫਿਤਨੇ ਦਾ ਸ਼ਿਕਾਰ ਹੋਣ ਲੱਗੀਆਂ ਤੇ ਨਬੀਆਂ ਦੀਆਂ ਬੀਵੀਆਂ ਆਖਣ ਲੱਗੀਆਂ ਕਿ ਯਾ ਰਸੂਲ ਅੱਲਾ, ਇਹ ਦੁਨੀਆ ਦਾ ਮਾਲ ਸਾਡੇ ਨਸੀਬਾਂ 'ਚ ਕਿਉਂ ਨਹੀਂ ਹੈ? ਗੈਰ ਮੁਸਲਮਾਨ ਦੇ ਨਸੀਬਾਂ 'ਚ ਅੰਨਾ ਮਾਲ ਹੈ ਤੇ ਅਸੀਂ ਤੇ ਸਾਡੇ ਨਾਲ ਅੱਲਾ ਦੇ ਅੰਨੇ ਵਾਅਦੇ ਨੇ। ਹੁਣ ਕਰਾਂ ਗੱਲ। ਉਹ ਜੀ ਇਸ ਬੰਦੇ ਨੂੰ ਇਹ ਹੌਸਲਾ ਹੀ, ਮੈਂ ਇਹ ਇਹਨਾਂ ਨੂੰ ਆਨਾ ਕਿ ਇਹਨਾਂ ਚ ਦੂਜੇ ਦਾ ਮੁਖਾਲਫਾਨਾ ਪੁਆਇੰਟ ਆਫ ਵਿਊ ਸੁਣਨ ਦਾ ਇਹਨਾਂ ਚ ਹੌਸਲਾ ਹੀ ਨਹੀਂ ਹੈ। ਨਹੀਂ ਮੁਕਾਨ ਹੁਣ ਗੱਲ ਨੂੰ ਤੁਸੀਂ ਕਿ ਮੈਂ ਗੱਲ ਮੁਕਾਵਾਂ ਕਿਹੜੀ ਕਿਸਮ ਨੂੰ ਸਕੂਨ ਦਾ ਗੱਲ ਸਿੰਪਲ ਤਰੀਕਾ ਇਹ ਹੁੰਦਾ ਹੈ ਕਿ ਜਿਹੜਾ ਬੰਦਾ ਗੱਲ ਕਰ ਰਿਹਾ ਉਹਦਾ ਇੰਤਜ਼ਾਰ ਕੀਤਾ ਜਾਏ, ਜਿਵੇਂ ਉਹ ਗੱਲ ਮੁਕਾ ਲਏਗਾ ਤੇ ਫਿਰ ਤੁਸੀਂ ਸ਼ੁਰੂ ਕਰ ਦਿਓ, ਤੁਸੀਂ ਜਿਤਨੀ ਮਰਜ਼ੀ ਲੰਮੀ ਕਰ ਲਿਓ। ਬਸ ਇਹੀ ਗੱਲ ਹੈ, ਬਜਾਏ ਤੇ ਕਿ ਰਾਹ ਟੋਕਦੇ ਰਹੋ, ਜਲਦੀ ਖਤਮ ਕਰੋ, ਜਲਦੀ ਖਤਮ ਕਰੋ। ਇਹ ਜ਼ਿਆਦਾ ਬਿਹਤਰ ਹੈ। ਜਿਹੜੀ ਮਿਰਜ਼ਾ ਸਾਹਿਬ ਨੇ ਜਿਲਦ ਨੰਬਰ 13 ਦੇ ਵਿੱਚ ਗੱਲ ਦੱਸੀ ਏ ਕਿ ਮੈਂ ਬਾਗ ਆਪਣੀ ਬੀਵੀ ਦੇ ਅੱਗੇ ਬੰਦੇ ਰੱਖਿਆ 30 ਸਾਲ ਵਾਸਤੇ, ਤੇ ਉਹ ਇਸ ਗੱਲੇ ਰੱਖਿਆ ਹੈ ਕਿ ਮੈਨੂੰ 5000 ਰੁਪਏ ਦੀ ਲੋੜ ਸੀ ਤੇ ਮੈਂ ਆਪਣੀ ਹੀ ਦੂਸਰੀ ਬੀਵੀ ਕੋਲੋਂ 5000 ਰੁਪਇਆ ਲਿਆ, 4000 ਦੇ ਜ਼ੇਵਰਾਤ ਲਏ ਨੇ ਤੇ 1000 ਰੁਪਇਆ ਨਗਦ ਲਿਆ। ਜੇ ਮੈਂ 30 ਸਾਲਾਂ ਵਿੱਚ ਉਹ ਬਾਗ ਦੇ ਪੈਸੇ, ਉਹ ਰਕਮ ਜਿਹੜੀ ਮੈਂ ਗਿਰਵੀ ਰੱਖ ਕੇ ਲਈ, ਅਗਰ ਮੈਂ ਉਹ 5000 ਰੁਪਇਆ ਲੁਟਾ ਦਿੱਤਾ ਤੇ ਬਾਗ ਮੇਰਾ ਹੋ ਜਾਏਗਾ, ਵਰਨਾ ਇਸ ਬਾਗ ਦੀ ਮੇਰੀ ਬੀਵੀ ਹੀ ਮਾਲਕਣ ਹੋ ਜਾਏਗੀ। ਦੱਸ ਦਿਓ ਇਹਦੀ ਕੀ ਬੈਕਗਰਾਉਂਡ ਹੈ, ਦੱਸ ਦਿਓ ਇਹਦੀ ਕੀ ਵਜ੍ਹਾ ਹੈ ਕਿ ਕਿਉਂ ਆਪਣਾ ਹੀ ਬਾਗ ਆਪਣੀ ਹੀ ਉਸ ਬੀਵੀ ਦੇ ਅੱਗੇ ਬੰਦੇ ਰੱਖਿਆ ਹੈ, ਜਿਹੜੀ ਜਦੋਂ ਦਿੱਲੀ 'ਚੋਂ ਤਸ਼ਰੀਫ ਲਿਆਈਆਂ ਨੇ, ਵਿਆਹ ਕਰਕੇ ਆਈਆਂ ਨੇ, ਇੱਕ ਛੋਟਾ ਜਿਹਾ ਸੰਦੂਕ, ਉਹਦੇ ਵਿੱਚ 2 ਜੋੜੇ ਕੱਪੜਿਆਂ ਦੇ ਤੇ 2 ਜੋੜੇ ਜੁੱਤੀਆਂ ਦੇ ਰੱਖ ਕੇ ਉਹਨੂੰ ਵੀ ਜੰਦਰੀ ਮਾਰ ਕੇ ਤੇ ਮੀਰ ਨਾਸਰ ਨਵਾਬ ਸਾਹਿਬ ਨੇ ਚਾਬੀ ਦਮਾਦ ਦੇ ਹੱਥ ਫੜਾਈ ਸੀ। ਉਹ 4000 ਦਾ ਜ਼ੇਵਰ ਕਿੱਥੋਂ ਆਇਆ ਸੀ? ਸਾਨੂੰ ਤੇ ਤਰ੍ਹਾਂ ਸਮਝਾ ਛੜੋ। ਨਬੀਆਂ ਦੇ ਸਿਰਫ ਦਾਅਵੇ ਕਰਨੇ, ਸਾਰਿਆਂ ਨਬੀਆਂ ਤੇ ਇਹੋ ਜਿਹੇ ਇਤਰਾਜ਼ ਹੋਏ ਨੇ, ਸਾਰਿਆਂ ਨਬੀਆਂ ਤੇ। ਮੌਲਵੀ ਮੁਹੰਮਦ ਅਲੀ ਲਾਹੌਰੀ ਨੇ ਆਖਿਆ ਕਿ ਕਿਆ ਜਿਹੜੀ ਮਮਾਸਲਤ ਹੈ ਉਹ ਬਰੀਅਤ ਦਾ ਤਰੀਕਾ ਹੈ ਕਿ ਜਿਹੜਾ ਇਲਜ਼ਾਮ ਮੇਰੇ ਤੇ ਕੋਈ ਜ਼ਾਨੀ ਕਵੇ ਅੱਜ ਕਿ ਜਿਹੜਾ ਮੇਰੇ ਤੇ ਇਲਜ਼ਾਮ ਪਿਆ ਲੱਗਦਾ ਤੇ ਹਜ਼ਰਤ ਯੂਸਫ ਅਲੈਹਿਸਲਾਮ ਤੇ ਵੀ ਲੱਗਾ ਸੀ, ਬੰਦਾ ਬਰੀ ਹੋ ਜਾਂਦਾ ਹੈ ਕਿ ਯੂਸਫ ਅਲੈਹਿਸਲਾਮ ਤੇ ਝੂਠਾ ਲੱਗਾ ਸੀ, ਫਿਰ ਤੇਰੇ ਤੇ ਵੀ ਝੂਠਾ ਹੀ ਹੋਣਾ। ਇਹ ਤਰੀਕਾ ਹੈ ਬਰੀਅਤ ਦਾ ਕਿ ਜੇ ਮਿਰਜ਼ਾ ਸਾਹਿਬ ਤੇ ਇਲਜ਼ਾਮ ਪਿਆ ਲੱਗਦਾ ਹੈ ਤੇ ਦੂਜਿਆਂ ਨਬੀਆਂ ਤੇ ਵੀ ਲੱਗਾ ਹੈ। ਇਹ ਮਮਾਸਲਤ ਨਾਲ ਬਰੀਅਤ ਦਾ ਤਰੀਕਾ ਕੋਈ ਨਹੀਂ ਦੁਨੀਆ ਦੇ ਉੱਤੇ ਇਜਾਦ ਹੋਇਆ। ਮਮਾਸਲਤ ਕਾਇਮ ਕਰ ਦੇਣ ਨਾਲ ਬੰਦਾ ਬਰੀ ਨਹੀਂ ਹੋ ਜਾਂਦਾ। ਨਬੀ ਅਲੈਹਿਸਸਲਾਤੁ ਵਸਲਾਮ ਉੱਤੇ ਜਿਹਦਾ ਇਤਰਾਜ਼ ਹੋਵੇਗਾ ਨਾ, ਉਹਦਾ ਅਸੀਂ ਜਵਾਬ ਦੇਵਾਂਗੇ। ਅੱਜ ਦਿਹਾੜੀ ਉੱਥੇ ਹਵਾਲਾ ਪੇਸ਼ ਹੋਇਆ, ਉਹ ਜੋਜ਼ਫ ਮਸੀਹ ਨੇ ਕਿਹੜੇ ਉਹ ਸਲੀਬ ਲੈ ਕੇ ਨਾ ਉਹ ਗਲੇ 'ਚ ਲਟਕਾਈ ਸੀ ਤੇ ਮਿਰਜ਼ਾ ਸਾਹਿਬ ਦੀ ਫੋਟੋ ਵੀ ਉਹਦੇ ਅੱਗੇ ਕਰ ਦਿੱਤੀ ਸਲੀਬ ਦੇ। ਤੇ ਇਹ ਰਾਜਾ ਤਾਲ ਮਨਾਨ ਸਾਹਿਬ ਨੇ ਝਟਪਟ ਆਖਿਆ ਨਾ ਕਿਹਾ ਕੋਈ ਨਬੀ ਪਾਕ ਦੇ ਰੋਜ਼ੇ ਦੇ ਬਾਰੇ ਇੰਜ ਕਰੇ। ਮੈਂ ਕਿਹਾ ਨਬੀ ਪਾਕ ਨੇ ਫਰਮਾਇਆ ਮੈਨੂੰ ਸਲੀਬ ਨਾਲ ਪਿਆਰ ਹੈ। ਇਹ ਜ਼ੁਲਮ ਢਾਣ ਤੋਂ ਪਹਿਲਾਂ ਇਹ ਸੋਚਿਆ ਤੇ ਕਰੋ ਪਹਿਲਾਂ ਕਿ ਕਿਆ ਨਬੀ ਪਾਕ ਨੇ ਫਰਮਾਇਆ ਮੈਨੂੰ ਸਲੀਬ ਨਾਲ ਪਿਆਰ ਹੈ? ਤੁਹਾਡੇ ਤੇ ਮਿਰਜ਼ਾ ਸਾਹਿਬ ਕਹਿੰਦੇ ਨੇ ਮੈਨੂੰ ਸਲੀਬ ਨਾਲ ਪਿਆਰ ਹੈ। ਝਟਪਟ ਮਮਾਸਲਤ ਕਾਇਮ ਕਰਨ ਦੀ ਕੋਸ਼ਿਸ਼ ਕਰਨਗੇ, ਨਹੀਂ ਹੁੰਦੀ ਤਾਂ ਵੀ ਉਧਰ ਗੱਲ ਉਛਾਲਣਗੇ ਨਬੀ ਪਾਕ ਤੇ ਵੀ ਇਤਰਾਜ਼ ਹੋਇਆ, ਨਬੀ ਪਾਕ ਤੇ ਵੀ ਇਤਰਾਜ਼ ਹੋਇਆ। ਨਬੀ ਪਾਕ ਤੇ ਇਤਰਾਜ਼ ਹੋਵੇਗਾ, ਅਸੀਂ ਜਵਾਬ ਦੇਵਾਂਗੇ। ਤੁਸੀਂ ਆਪਣੇ ਹਿਸਾਬ ਦਿਓ ਕਿ ਤੁਹਾਡੇ ਘਰ ਇਹ ਜਿਹੜਾ ਇੰਨਾ ਮਾਲ ਆਇਆ ਕਿੱਥੋਂ ਆਇਆ ਹੈ। ਲੋਕੀ ਜਿਹੜੇ ਰੋਂਦੇ ਸਨ, ਆਂਦੇ ਸਨ ਕਿ ਅਸਾਂ ਪੈਸੇ ਦਿੱਤੇ ਸਨ ਦੀਨ ਇਸਲਾਮ ਦੀ ਇਸਤਿਆਨਤ ਵਾਸਤੇ। ਮਿਰਜ਼ਾ ਸਾਹਿਬ ਨੇ ਜਿਹੜਾ ਇਸ਼ਤਿਹਾਰ ਛਪਾਇਆ ਸੀ ਨਾ ਬਰਾਈ ਨਿਆਮ ਦੀ ਵਾਸਤੇ, ਉਹਦੇ ਉੱਤੇ ਮੋਟੀ ਸੁਰਖੀ ਲੱਗੀ। ਇਹ ਵੀ ਆਖੋ ਤੇ ਮਜਮੂਆ ਇਸ਼ਤਿਹਾਰਾਂ ਚੋਂ ਕੱਢ ਕੇ ਤੁਸੀਂ ਚੈੱਕ ਕਰ ਲਓ। ਇਸਤਿਆਨਤ ਦੀਨ ਮੁਹੰਮਦੀ, ਨਬੀ ਪਾਕ ਦੇ ਦੀਨ ਦੀ ਮਦਦ ਵਾਸਤੇ ਇਸਤਿਆਨਤ ਕਰੋ, ਮਦਦ ਕਰੋ ਤੇ ਤੁਸੀਂ ਮੈਨੂੰ ਪੈਸੇ ਦਿਓ ਤੇ ਮੈਂ ਕਿਤਾਬ ਲਿਖਣਾ। ਉਹਦੇ 'ਚ ਮੈਂ 300 ਦਲਾਇਲ ਲਿਖਾਂਦਾ ਤੇ ਹਿੰਦੂਆਂ ਦਾ ਤੇ ਸਾਈਆਂ ਦਾ ਮੂੰਹ ਬੰਦ ਕਰ ਦਿੰਦਾ। ਲੋਕਾਂ ਪੈਸਾ ਦਿੱਤਾ 10,000 ਰੁਪਇਆ ਤੇ ਉਹ ਜਨਾਬ 300 ਦਲੀਲਾਂ ਲਿਖਣੀਆਂ ਸਨ ਤੇ 50 ਕਿਤਾਬਾਂ ਲਿਖਣੀਆਂ ਸਨ ਤੇ 4 ਕਿਤਾਬਾਂ ਲਿਖੀਆਂ ਤੇ ਬੇਟਾ ਆਂਦਾ ਕਿ ਇੱਕ ਦਲੀਲ ਲਿਖੀਏ ਉਹ ਵੀ ਅੱਧੀ। ਇਹ ਪੁੱਤਰ ਦੇ ਅਲਫਾਜ਼ ਨੇ। ਮੈਂ ਆਖਾਂ ਤੇ ਮੈਂ ਮੁਖਾਲਫ, ਮੈਂ ਤਾਂ ਹੋਇਆ ਨਾ ਜਾਇਲ ਮੁਖਾਲਫ ਬਕੌਲ ਉਹਨਾਂ ਦੇ। ਬੇਟਾ ਕਹਿੰਦਾ ਕਿ ਇੱਕ ਦਲੀਲ ਲਿਖੀਏ ਉਹ ਵੀ ਅੱਧੀ ਲਿਖੀਏ। ਇਹੋ ਹੀ ਸ਼ੇਖ ਬਟਾਲਵੀ ਨੇ ਆਖਿਆ। ਤੇ ਲੋਕਾਂ ਆਖਿਆ ਵੀ ਪੈਸੇ ਕਿੱਧਰ ਗਏ? ਉਹ ਜਿਹੜਾ 10,000 ਰੁਪਇਆ ਸੀ ਤੇ ਸ਼ੇਖ ਬਟਾਲਵੀ ਨੇ ਉਹਨਾਂ ਆਖਿਆ ਤੂੰ ਜ਼ਾਮਨ ਵਿੱਚ ਦੌੜ ਤੋਂ ਪਰਾਂ। ਉਹ ਜਿਨ੍ਹਾਂ ਨੇ ਪੈਸੇ ਦਿੱਤੇ ਸਨ ਉਹਨਾਂ ਨੇ ਗਾਲਾਂ ਖਾਧੀਆਂ ਨੇ। ਉਹ 10,000 ਰੁਪਇਆ ਉਹ ਕਿੱਧਰ ਗਿਆ? ਉਹ 10,000 ਰੁਪਇਆ ਲੈ ਕੇ ਤੇ ਸਰਕਾਰ ਨੇ ਇੱਕ ਪੈਸਾ ਵੀ ਵਾਪਸ ਨਹੀਂ ਕੀਤਾ। ਗੱਲਾਂ ਬੜੀਆਂ ਜੀ ਅਸੀਂ ਉਹ ਪੈਸੇ ਵਾਪਸ ਕਰਤੇ, ਐਲਾਨ ਕਰ ਦਿੱਤਾ, ਇਸ਼ਤਿਹਾਰ ਛਾਪ ਦਿੱਤਾ ਤੇ ਆਖਿਆ ਵੀ ਜਿਹਨੂੰ ਪੈਸੇ ਚਾਹੀਦੇ ਨੇ ਆ ਕੇ ਲੈ ਲਓ। ਕਿੱਥੇ ਨੇ ਉਹ ਪੈਸੇ? ਉਸੇ ਪੈਸੇ ਨਾਲ ਤੇ ਕੰਮ ਬਣਿਆ ਸਾਰਾ। ਉਹ ਕਾਰੋਬਾਰ ਚੱਲਿਆ ਜਿਹੜਾ ਅੱਜ ਤੱਕ ਖਤਮ ਹੀ ਨਹੀਂ ਹੋਇਆ ਹੈ।
ਇਹ ਜਿਹੜਾ ਜਹਿਲ ਮੁਖਾਲਫ ਵਾਲੀ ਗੱਲ ਹੈ ਨਾ, ਜੀ ਇਹ ਇਸ ਮਾਮਲੇ 'ਚ ਨਹੀਂ ਅਪਲਾਈ ਹੁੰਦਾ ਜਿਹੜਾ ਤੁਸੀਂ ਕਹਿ ਰਹੇ ਹੋ ਸਾਨੂੰ ਜਿਹੜਾ ਉਹਨਾਂ ਨਬੀ ਕਵੇ ਉਹਦੇ ਚ ਹੁੰਦਾ ਹੈ। ਜੀ। ਮੈਂ ਕਿਹਾ ਜਿਹੜਾ ਉਹਨਾਂ ਨਬੀ ਕਵੇ ਉਸ ਮਾਮਲੇ ਚ ਹੁੰਦਾ ਹੈ। ਜਿਹੜਾ ਉਹ ਇਲਜ਼ਾਮ ਬਾਪਾ ਜਾਨੀ ਕਿੱਥੇ ਗਿਆ? ਉਹ ਬਾਪਾ ਜਾਨੀ ਨੇ ਲਾਮਾ ਜਵਾਬ ਸਾਹਿਬ ਦੇਣਾ ਮੈਂ ਇੰਟਰਨੈਟ ਤੇ ਚੈੱਕ ਕੀਤਾ ਹੈ, ਉਸ ਵਕਤ ਦਾ 10,1880 ਦਾ ਤਕਰੀਬਨ 12 ਤੋਂ 15 ਕਰੋੜ ਰੁਪਇਆ ਬਣਦਾ ਹੈ। ਲਓ ਅੱਜ ਦੀ ਤਰੀਕ ਵਿੱਚ ਉਹ 12 ਤੋਂ ਲੈ ਕੇ 15 ਕਰੋੜ ਰੁਪਇਆ ਬਣਦਾ ਹੈ। ਜੀ ਹਾਂ। ਉਹ ਜਿਹੜਾ ਪੈਸਾ ਲੋਕਾਂ ਦਿੱਤਾ ਨਾ, ਉਹਦੇ ਉੱਤੇ ਮਿਰਜ਼ਾ ਸਾਹਿਬ ਨੇ ਖੁਦ 1887 ਚ ਸ਼ੇਖ ਬਟਾਲਵੀ ਨੂੰ ਆਖਿਆ ਕਿ ਲੋਕ ਇਤਰਾਜ਼ ਕਰਦੇ ਨੇ ਕਿ ਫਜ਼ੂਲ ਖਰਚੀ ਹੋ ਰਹੀ ਹੈ ਤੁਹਾਡੇ ਘਰ 'ਚ, ਪੈਸੇ ਸਨ ਦਿੱਤੇ ਸਨ ਕਿਤਾਬਾਂ ਵਾਸਤੇ ਤੇ ਤੁਹਾਡੇ ਘਰ ਤੇ ਦੇਗਾਂ ਰੱਖੀਆਂ ਨੇ ਵਿਹੜੇ। ਤੇ ਮਿਰਜ਼ਾ ਸਾਹਿਬ ਆਂਦੇ ਨੇ ਇਤਰਾਜ਼ ਸੱਚ ਹੈ, ਅਸਰਾਫ ਦਾ ਇਤਰਾਜ਼ ਸੱਚ ਹੈ। ਤੇ ਕੁਰਾਨ ਪਤਾ ਕੀ ਆਂਦਾ ਹੈ? व आत जल कुर्बा हक्कहु वल मिस्कीन वब्न सबील वला तुबज्जिर तबजीरा इन्नल मुबज्जिरीना कानू इखवान शयातीन कान शैतान लिरब्बिही कफूरा व कान शैतान लिरब्बिही कफूरा। सुभान अल्लाह। ਜਿਹੜੇ ਲੋਕ ਇਸਰਾਫ ਕਰਨ ਵਾਲੇ ਨੇ ਉਹਨਾਂ ਦੇ ਬਾਰੇ ਰੱਬ ਨੇ ਆਖਿਆ ਵਲਾ ਤੁਬਜ਼ਿਰ ਤਬਜ਼ੀਰਾ, ਇਹ ਫਜ਼ੂਲ ਖਰਚੀਆਂ ਨਾ ਕਰੋ, ਇਸਰਾਫ ਨਾ ਕਰੋ। ਇਨਲ ਮੁਬਜ਼ਰੀਨਾ ਕਾਨੂ ਇਖਵਾਨ ਸ਼ਯਾਤੀਨ, ਇਹ ਸ਼ੈਤਾਨਾਂ ਦੇ ਭਰਾ ਨੇ ਜਿਹੜੇ ਇਸਰਾਫ ਕਰਨ ਵਾਲੇ ਨੇ, ਜਿਹੜੇ ਫਜ਼ੂਲ ਖਰਚੀਆਂ ਕਰਨ ਵਾਲੇ। ਤੇ ਮਿਰਜ਼ਾ ਸਾਹਿਬ ਆਂਦੇ ਨੇ ਇਹ ਇਤਰਾਜ਼ ਲੋਕਾਂ ਦਾ ਸੱਚਾ ਹੈ ਕਿ ਮੇਰੇ ਕੋਲ ਫਜ਼ੂਲ ਖਰਚੀਆਂ ਪਈਆਂ ਹੁੰਦੀਆਂ ਨੇ ਤੇ ਮਾਲ ਲੋਕਾਂ ਨੇ ਦਿੱਤਾ ਸੀ ਕਿਤਾਬਾਂ ਵਾਸਤੇ, ਇੱਥੇ ਇਸਰਾਫ ਹਜ਼ਾਰ ਉਹ ਕੀ ਕਹਿੰਦੇ ਨੇ अंबार का अंबार कर्जे का चढ़ गया, किताब की अशात में दिक्कतें पड़ गई, किताब दी जड़ी वो तबाह सी, तबाह किताब में दिक्कतें डाल दी, कर्जा चढ़ गया सर पे। और इसराफ का फजूल का खर्चा है हर रोज हर महीने का 200 300 400 रुपये महीने का खर्च। उदू 200 रुपया महीने का, 300 रुपया 400 रुपया बड़ी वड्डी रकम होंदी सी। ते लोकां ने आख्या 200 हर महीने 300 400 तुसीं खर्च पे करदे हो ਤੇ ਇਹ ਤੇ ਨਿਰਾ ਇਸਰਾਫ ਹੈ। ਇਹ ਤੇ ਇਸਲਾਮ ਨੇ ਨਹੀਂ ਆਖਿਆ ਤੁਸੀਂ ਤੇ ਲੱਗੀ ਸੀ ਦੀਨ ਦੀ ਖਿਦਮਤ ਕਰਨਾ, ਪੈਸੇ ਦਿੱਤੇ ਸਨ ਕਿਤਾਬਾਂ ਵਾਸਤੇ। ਉਹਨਾਂ ਆਖਿਆ ਲੋਕ ਸਹੀ ਆਂਦੇ ਨੇ ਲੇਕਿਨ ਮੈਂ ਹੁਣ ਅੱਗੋਂ ਕੋਸ਼ਿਸ਼ ਕਰਾਂ ਦਾ, ਜਿਹੜਾ ਹੋ ਗਿਆ ਤੇ ਹੋ ਗਿਆ, ਉਹ ਤੇ ਮੇਰੇ ਕੋਲ ਪਿਛਾ ਨਹੀਂ ਹੁੰਦਾ। ਨਾ ਜੀ सादुद्दीन साहब किधर हो? साहब इजाजत है? बिस्मिल्लाह। बड़े इजाजत ते है पर बड़े दिनों बाद आउंदे हो, किधर टुट जांदे हो विच? मैं कुछ पढ़ रहा ते उससे ची मसरूफ होईदा ते अच्छा मैं तो गिला करना सी इलामा साहब नाल बई 7 घंटे इन्ना मनाजरे तो पहले ऐलान किया भी 7 घंटे बाद मनाजरा है मेरा। यकीन करो हल्फन गल है कि 7 घंटे इंतजार किया भाई चलो सर आ जांदा, टाइम आया। 7 घंटे बाद जो कुछ होया बड़ा दुख होया है भाई। मिसाल है भाई गल एक बिला वजह खत्म हो गई, चलो कोई गल तो होंदी ना, कोई वजह ही होंदी, बिला वजह ही खत्म कर दी गई है। दुख इस चीज़ का है भी कादियानी बहुत बड़ा दावा करते हैं कि पाकिस्तान दे विच साडे ते पाबंदियां उठाईयां जावन तां असां पता नहीं की उत्थे पहाड़ ढा लवांगे। इन्ना पहाड़ यही ढाना जिहड़ा मिसाल है इत्थे अज इलामा साहब नाल ढा लिया ने कि विखो राय फरार इख्तियार करन दा कैसा अजीब तरीका जी। हुसैनी साहब ने बुला लिया तो ये हो गया तो वो हो गया तो बिला वजह, यानी कि एक बहानेबाजी भी चलो कोई खूबसूरत होंदी ना, कोई दुख नहीं सी। यानी जिहड़ा हाल असां देख रहे हैं भी चलो पाकिस्तान तो पाबंदियां हैं तो इन्हां ते इत्थे तो पाबंदियां कोई नहीं। जिहड़ी हालत इन्हां दी ये वेख रहे हैं, अगर हुकूमत पाकिस्तान जिहड़ी है, मेरी तो एक ख्वाहिश है कि अगर यानी कि अपनी निगरानी दे विच इन्हां दे मनाजरे करावे, यानी कि कादियानियां दे और मुसलमानां दे मनाजरे करावे तो शायद इन्हां नूं राह फरार इख्तियार करन दी ना मिले। यानी कि जिहड़ी इन्हां दी पोजीशन इत्थे हो चुकी है ना, बड़ी मुद्दत बाद जेड़ा इरफान दी बारिश हो रही है। मैं क्या किहदी निगरानी दी गल कर रहे हो, किहड़ी गवर्नमेंट दी? यानी हुकूमत पाकिस्तान भी अगर इन्हां दे मनाजरे जिहड़ा ना अपनी निगरानी विच भी करवा देवे ना कमाल दी गल तां यकीन कर लो इन्हां दा जिहड़ा दावा है ना। एक मिनट यार मेरी गल तो मुकम्मल होण दे यार, फिर बोल लईओ कोई इलामा। हाँ जी हुसैनी साहब यानी जिहड़ी अज हालत वेखी है इन्हां दे, यानी खिफत जिहड़ी है यकीन कर लो इतनी खिफत जिहड़ी है ना, एक आम जिहड़ा बंदा भी है ना
ਉਹਦੇ ਵਿੱਚ ਵੀ ਗੈਰਤ ਹੋਵੇ ਨਾ, ਯਕੀਨ ਕਰ ਲਓ ਬੁੱਢ ਮਰਦਾ ਹੈ। ਤੇ ਇਹ ਤਾਂ ਸਾਰੇ ਉੱਥੇ ਇਕੱਠੇ ਹੋਏ ਸੀ ਤੇ ਜੇ ਉਹ ਨਾ ਕਰਿਓ ਮਰ ਜਾਓਗੇ, ਉਹ ਲੁੱਟੇ ਜਾਓਗੇ, ਪਤਾ ਨਹੀਂ ਕੀ ਹੋ ਜਾਵੇਗਾ। ਤੇ ਫਿਰ ਇਹਨਾਂ ਦਾ ਦਾਵਾ ਹੈ ਕਿ ਸਾਡੇ ਤੇ ਪਾਕਿਸਤਾਨ ਵਿੱਚ ਪਾਬੰਦੀਆਂ ਉਠਾਓ। ਪਾਕਿਸਤਾਨ ਦੇ ਵਿੱਚ ਤਾਂ ਇਹਨਾਂ ਦੀ ਖੁਸ਼ਕਿਸਮਤੀ ਹੈ ਕਿ ਇਹਨਾਂ ਨੂੰ ਜਿਹੜੀਆਂ ਪਾਬੰਦੀਆਂ ਦੀ ਵਜ੍ਹਾ ਨਾਲ ਬੜਾ ਫਾਇਦਾ ਹੋ ਰਿਹਾ ਕਿ ਇਹ ਆਪਣਾ ਯਾਨੀ ਕਿ ਇਹਨਾਂ ਦਾ ਇੱਕ ਨੰਗਪਨ ਕੱਜੇ ਹੋਇਆ ਹੈ। ਅਗਰ ਇਹਨਾਂ ਦੇ ਤੋਂ ਪਾਬੰਦੀ ਇੱਕ ਕਿਸਮ ਦੀ ਪੱਕੀ ਉਠਾ ਕੇ ਤੇ ਇਹਨਾਂ ਦੇ ਹਕੂਮਤ ਆਪਣੀ ਨਿਗਰਾਨੀ ਵਿੱਚ ਮਨਾਜ਼ਰੇ ਕਰਾਵੇ ਤਾਂ ਮੇਰੇ ਹਿਸਾਬ ਨਾਲ ਤੇ ਇਹਨਾਂ ਦਾ ਇਹੀ ਹਾਲ ਹੋਵੇ ਜਿਹੜਾ ਅੱਜ ਇਲਾਮਾ ਸਾਹਿਬ ਨਾਲ ਹੋ ਰਿਹਾ, ਜਾਂ ਅੱਗੇ ਵੀ ਇਹਨਾਂ ਦਾ ਇਹੀ ਹਾਲ ਹੈ ਕਿ ਜਿਹੜਾ ਮਿਸਾਲ ਮੁਰੱਬੀ ਸਾਹਿਬ ਹੈ ਅਨਸਰ ਰਜ਼ਾ ਸਾਹਿਬ, ਜਦੋਂ ਇਲਾਮਾ ਨਜ਼ੀਰ ਸਾਹਿਬ ਦਾ ਨਾਮ ਸੁਣਦੇ ਨਾ ਆਮਿਰ ਨਜ਼ੀਰ ਸਾਹਿਬ ਦਾ ਤਾਂ ਰਾਹ ਫਰਾਰ ਇਖਤਿਆਰ ਕਰਦੇ ਨੇ। ਬਾਕੀ ਅੱਜ ਦੁੱਖ ਹੋਇਆ 7 ਘੰਟੇ ਲਗਾਤਾਰ ਇੰਤਜ਼ਾਰ ਕਰਨ ਤੋਂ ਬਾਅਦ ਜੁਮਲਾ ਤੇ ਬਦਲ ਇਹ ਜਿਹੜੀ ਪੋਜੀਸ਼ਨ ਹੋ ਗਿਆ ਨਾ ਤੇ ਗੱਲ ਇਹੀ ਰਹਿਣੀ ਹੈ। ਹੁਣ ਇਹਨੂੰ ਬਾਰ-ਬਾਰ ਤੁਸੀਂ ਦੁਹਰਾ ਰਹੇ ਹੋ, ਮਤਲਬ ਗੱਲ ਕੋਈ ਮਕਸਦ ਦੀ ਹੋਣੀ ਚਾਹੀਦੀ। ਗੱਲ ਪੂਰੀ ਤੇ ਕਰ ਲੈਂਦੇ ਹੋ ਬਈ, ਉਹਨੂੰ ਤੁਸੀਂ ਆਪਣੀ ਕਰ ਲੈਣਾ। ਤੂੰ ਆਪਣਾ ਜਿਹੜਾ ਨਾ ਉਹ ਨਾ ਪੰਗਾ ਲੈ, ਤੇਰੀ ਬੜੀ ਮਿਹਰਬਾਨੀ। ਗੱਲ ਇਸ ਤਰ੍ਹਾਂ ਉਹ ਗੱਲ ਤੇ ਕਰ ਲੈਂਦੇ ਭਾਈ। ਇੱਕ ਮਿੰਟ ਜੰਗ ਵਾਲੇ ਸਿਆਲ ਵਿੱਚ ਜ਼ਰੂਰ ਬੋਲਣਾ ਹੁੰਦਾ, ਪਹਿਲੇ ਇੱਕ ਬੰਦਾ ਗੱਲ ਕਰ ਲੈ ਫਿਰ ਦੂਸਰਾ ਕੋਈ ਜਵਾਬ ਤੁਸੀਂ ਦੇ। ਜੰਗ ਵਾਲੇ ਸਿਆਲ ਝੰਗ ਵਾਲੇ ਹੋ, ਮੈਂ ਉਹਨਾਂ ਨਾਲ ਮੁਖਾਤਬ ਹਾਂ। ਜੀ ਗੱਲ ਇਸ ਤਰ੍ਹਾਂ ਕਿ ਦੇਖੋ ਅੱਜ ਕਾਦੀਆਨੀਆਂ ਦੀ ਬੜੀ ਖਿਫਤ ਹੋਈ, ਉਹਨਾਂ ਦਾ ਜਿਹੜਾ ਨੱਕ ਵੱਢਿਆ ਗਿਆ, ਸਾਰਾ ਕੁਝ ਹੋ ਗਿਆ, ਨੰਗਾਪਨ ਜ਼ਾਹਿਰ ਹੋ ਗਿਆ, ਤੁਹਾਨੂੰ ਪਤਾ ਲੱਗ ਗਿਆ ਕਿ ਕਾਦੀਆਨੀਆਂ ਦਾ ਕੀ ਪਦ ਪੀਛ ਹੈ। ਹੁਣ ਇੰਜ ਕਰੋ ਕਿ ਆਪਣੀ ਹਕੂਮਤ ਤੇ ਜ਼ੋਰ ਦਿਓ ਕਿ ਇਹਨਾਂ ਦੀ ਤਬਲੀਗ ਤੇ ਪਾਬੰਦੀ ਹਟਾਓ, ਤੇ ਫਿਰ ਨਤੀਜੇ ਵੇਖੋ। ਤੇ ਨਤੀਜਾ ਵੇਖਿਆ ਨਾ ਅੱਜ। ਠਹਿਰ ਜਾ ਮਾਮਾ, ਤੂੰ ਵੇਖਿਆ ਬਈ ਅੱਜ ਨਤੀਜਾ ਵੇਖਿਆ, ਸਾਰੀ ਮਿਰਜ਼ਾਈਅਤ ਨੰਗੀ ਹੋ ਗਈ। ਮਿਰਜ਼ਾਈਅਤ ਤੂੰ ਹੈ, ਜੰਬਾਈਅਤ ਲੈ ਕੇ ਜੰਬਾਪਨ ਵਿੱਚ ਸ਼ੁਰੂ ਕਰ ਦੇਣਾ, ਤੇਰਾ ਮਤਲਬ ਹੀ ਕੋਈ ਨਹੀਂ। ਤੇ ਅੱਜ ਨੰਗੀ ਹੋਈ ਕਿ ਨਹੀਂ? ਮੈਂ ਤੁਹਾਡੇ ਨਾਲ ਮੁਖਾਤਬ ਹੀ ਨਹੀਂ ਹੋਇਆ, ਤੁਸੀਂ ਬਈ ਅੱਜ ਨੰਗੀ ਹੋਈ ਹੈ ਕਿ ਨਹੀਂ ਉਹ ਹੋਈ ਹੈ ਦੱਸੋ। ਤੇ ਇਹਨਾਂ ਨੂੰ ਕਹੋ ਤੇ ਫਿਰ ਜੇ ਗਵਰਨਮੈਂਟ ਖੋਲ ਦੇਗੀ ਤੇ ਫਿਰ ਤੁਸੀਂ ਕੀ ਚੰਨ ਚੜਾਓਗੇ? ਤੁਹਾਡਾ ਮੁਰੱਬੀ ਤੇ ਆਪ ਕਹਿ ਰਿਹਾ ਹੈ ਕਿ ਸਾਡੇ ਕੁਰਾਨ ਦੇ ਵਿੱਚ ਮਨਾ ਹੈ ਆਮਰ ਨਜ਼ੀਰ ਨਾਲ ਗੱਲ ਕਰਨਾ। ਤੁਹਾਡਾ ਮੁਰੱਬੀ ਤੇ ਆਪ ਕਹਿ ਰਿਹਾ ਹੈ, ਨਾਲ ਉਹ ਇਹ ਕਹਿ ਰਿਹਾ ਹੈ ਕਿ ਅਗਰ ਅੱਧੇ ਘੰਟੇ ਵਾਲੀ ਮੈਨੂੰ ਮੁਤਾ ਕਰਾ ਦਿਓ ਤਾਂ ਮੈਂ ਮਿਰਜ਼ਾਈਅਤ ਵੀ ਛੱਡ ਦਿਆਂਗਾ। ਇਹ ਤੁਹਾਡੇ ਹਾਲ ਹੈ, ਤੁਹਾਡੇ ਮਿਰਜ਼ਾਈਆਂ ਦਾ। ਠੀਕ ਹੈ ਤੁਸੀਂ ਤੁਹਾਡਾ ਮੁਰੱਬੀ ਵੀ ਇਹ ਕਹਿ ਰਿਹਾ ਹੈ ਅੱਧੇ ਘੰਟੇ ਦੇ ਮੁਤਾ ਦੇ ਬਦਲੇ ਮੈਂ ਮਿਰਜ਼ਾਈਅਤ ਛੱਡ ਦਿਆਂਗਾ। ਅੱਛਾ ਚਲੋ ਠੀਕ ਹੈ, ਤੁਸੀਂ ਕੀ ਕਰਨਾ? ਉਹਨਾਂ ਨੇ ਕਿਹਾ ਜਾ ਕੇ ਉਹਦੇ ਨਾਲ ਗੱਲ ਕਰ। ਨਹੀਂ ਤੇ ਤੁਸੀਂ ਤੁਹਾਡਾ ਮਿਰਜ਼ਾਈ ਮੁਰੱਬੀ ਜਿਹੜਾ ਖਲੀਫਾ ਨੇ, ਖਲੀਫਾ ਦਾ ਸਰਟੀਫਾਈਡ ਹੈ, ਉਹਦਾ ਇਹ ਕਹਿਣਾ ਹੈ। ਤੇ ਆਮ ਮਿਰਜ਼ਾਈ ਵਿਚਾਰੇ ਉਹ ਭੱਜਣਗੇ ਹੀ ਨਾ, ਉਹਨਾਂ ਦੇ ਪੱਲੇ ਕੀ ਰਹਿ ਗਿਆ? ਬਦਖੇ ਸਾਹਿਬ ਗੱਲ ਸੁਣੋ, ਤੁਸੀਂ ਉਹ ਕਿਤੇ ਬੈਠੇ ਨੇ ਜਾ ਕੇ ਉਹਨਾਂ ਨਾਲ ਗੱਲ ਇੱਕ ਮਿਰਜ਼ਾਈ ਉੱਤੇ ਆਇਆ ਸੀ, ਅਸੀਂ ਸਮਝੇ ਸੀ ਸ਼ਾਇਦ ਉਹ ਸ਼ਰਮ ਉਹਨੂੰ ਆਈ ਹੈ, ਉੱਤੇ ਆ ਕੇ ਕਹਿਣ ਲੱਗਾ ਜੀ ਮੈਂ ਪੈਸਿਆਂ ਦਾ ਨਾਂ ਸੁਣਿਆ ਸੀ, ਮੈਂ ਪੈਸਿਆਂ ਵਾਸਤੇ ਆਇਆ। ਇਹ ਤੁਹਾਡੇ ਮਿਰਜ਼ਾਈਆਂ ਦਾ ਹਾਲ। ਖਲੀਫਾ ਵੀ ਚੰਦੇ ਪਿੱਛੇ ਭੱਜ ਰਿਹਾ ਹੈ ਤੇ ਮਿਰਜ਼ਾਈ ਆਪ ਪੈਸੇ ਦਾ ਨਾਂ ਸੁਣ ਕੇ ਰਾਟ ਟਪਕਦੀ ਉਹਨਾਂ ਦੀ। ਕਿਉਂ ਬੈਠੇ ਰਹੇ ਹੋ? ਉਹਦੇ ਨਾਲ ਗੱਲ ਕਰਨੀ, ਮੇਰੇ ਨਾਲ। ਇੱਕ ਮਿਰਜ਼ਾਈ ਆਇਆ ਸੀ, ਕਹਿੰਦਾ ਮੈਂ ਤੇ ਪੈਸਿਆਂ ਦਾ ਨਾਂ ਸੁਣ ਕੇ ਆਇਆ, ਮੈਨੂੰ ਪੈਸੇ ਦਿਓ ਤੇ ਮੇਰੇ ਨਾਲ ਕਰ ਲਓ ਗੱਲ, ਮੈਂ ਚੁੱਪ ਕਰਕੇ ਘੰਟਾ ਤੁਹਾਡੀ ਸੁਣਾਂਗਾ, ਮੈਨੂੰ ਪੈਸੇ ਦੇ ਦੇਣਾ। ਤੇ ਇਹ ਮਿਰਜ਼ਾਈਅਤ ਦਾ ਹਾਲ ਹੈ, ਪੱਲੇ ਕੁਝ ਰਿਹਾ ਹੀ ਨਹੀਂ। ਜੰਬਾਈਅਤ ਦਾ ਇਹੀ ਕੰਮ ਹੈ। ਸਿਰ ਕੱਜਦੇ ਨੇ ਤੇ ਪੈਰ ਨੰਗੇ ਹੁੰਦੇ ਨੇ, ਤੇ ਪੈਰ ਕੱਜਦੇ ਨੇ ਸਿਰ ਨੰਗਾ ਹੁੰਦਾ ਹੈ। ਤੇ ਹੌਲੀ ਹੌਲੀ ਪੂਰਾ ਢਿੱਡ ਵੀ ਨੰਗਾ ਹੋ ਗਿਆ ਹੁਣ। ਇੱਕ ਮਿੰਟ ਯਾਰ, ਅਲਾਮਾ ਸਾਹਿਬ ਦੇ ਜਿਹੜੇ ਮਿਰਜ਼ਾ ਸਾਹਿਬ ਨੇ ਕਿਤਾਬਾਂ ਵਾਸਤੇ 10,000 ਰੁਪਇਆ ਇਕੱਠਾ ਕੀਤਾ ਹੈ, ਉਹਦੇ ਤੋਂ ਬਾਅਦ ਛਪਾਈਆਂ ਕਿਤਨੀਆਂ, ਮਤਲਬ ਕਿਤਨੀਆਂ ਕਿਤਾਬਾਂ ਜਿਹੜੀਆਂ ਉਹ ਦਲੀਲਾਂ ਦੀਆਂ ਛਪਾਈਆਂ ਗਈਆਂ? ਉਹਨੇ ਇੱਕ ਵੀ ਨਹੀਂ ਯਾਰਾ ਛਪਵਾਈ, ਛੱਡ ਪਰੇ ਇਸ ਗੱਲ ਨੂੰ। ਉਹਨੇ ਕੁਝ ਵੀ ਨਹੀਂ ਕੀਤਾ। ਉਹਨੇ ਆਪਣੀ ਔਲਾਦ ਦੀ ਜਿਹੜਾ ਰੋਜ਼ੀ ਰੋਟੀ ਦਾ ਮਿਸ਼ਨ ਕਾਇਮ ਕੀਤਾ ਬਕੌਲ ਜਿਹੜਾ ਹੈ ਅਮਨ ਨਜ਼ੀਰ ਸਾਹਿਬ ਦੇ। ਫਿਰ ਇਹਦੇ ਚ ਕੀ ਤੁਹਾਨੂੰ ਕੀ ਹੈ? ਅਸੀਂ ਦਿੰਦੇ ਆ ਚੰਦਾ। ਕਸ਼ਮੀਰੀ ਸਾਹਿਬ ਮੌਜੂਦ ਹੋ? ਤੇ ਅੱਜ ਮਿਰਜ਼ਾਈਅਤ ਮਿਰਜ਼ਾ ਸਾਹਿਬ ਦੇ ਨਾਮ ਤੇ ਲੋਕਾਂ ਦੀ ਕੋਲੋਂ ਜਾਨ ਮਾਲ ਇੱਜ਼ਤ ਕੁਰਬਾਨੀ ਲੈ ਕੇ ਲੁੱਟ ਰਹੀ ਹੈ ਉਹਨਾਂ ਨੂੰ। ਕਸ਼ਮੀਰੀ ਸਾਹਿਬ ਤੁਸੀਂ ਮੌਜੂਦ ਹੋ? ਇਹਨਾਂ ਨੇ ਰੌਲਾ ਦੂਜਾ ਪਾ ਲਿਆ। 70 ਸਾਲ ਤੱਕ ਤੂੰ ਵੀ ਇਹੀ ਹੈ। ਕਸ਼ਮੀਰੀ ਸਾਹਿਬ ਮੀਰ ਤੁਹਾਨੂੰ ਸਵਾਲ ਦਾ ਜਵਾਬ ਮੁਬਸ਼ਰ ਵੀ ਲੱਗਾ ਹੋਇਆ ਹੈ ਤੇ ਮਹਮੂਦ ਸ਼ਾਹ ਵੀ ਲੱਗਾ ਹੋਇਆ ਹੈ। उन्होंने अलामा साहब ने अपना पॉइंट रखते थे, सही ठीक वो भी। अच्छा ठीक। राना राशिद ने वो अज मुंह काला कराया मिर्जाइयत दा, रहती दुनिया याद रहेगा। दिन से मैनू शर्म भी नहीं आती, वो कहते ने हाँ जी ठीक है जी असीं करा लिया अपना मुंह काला, कर लो जो करना। हुण एडी जे बंदा ला दिती लोई ते की करेगा कोई, वाली गल तो इंतहाई शर्म का मुकाम है मिर्जाइयत वास्ते।
ਅਕਾਬਰੀਨ ਟਿਕਟੌਕ ਮਿਰਜ਼ਾਈਅਤ ਸਾਰੇ ਦੇ ਸਾਰੇ ਉੱਥੇ ਜਮ੍ਹਾਂ ਸੀ ਔਰ ਉਹਨੂੰ ਕਹਿ ਰਹੇ ਸੀ ਖਬਰਦਾਰ ਜੇ ਤੂੰ ਆਮਰ ਨਦੀਰ ਨਾਲ ਗੱਲ ਕੀਤੀ ਉਹ ਤੈਨੂੰ ਕੱਚਾ ਖਾ ਜਾਏਗਾ। तो ऐसे कहते हैं अगर आप खोल दें तो हम पता नहीं क्या बम चला देंगे। एक तो बप्पा जान भज गया तो मिर्जाई तो पल्ले आई कुछ नहीं। अली भाई मेरा भी सवारी है तो मैं एक मिनट खाली सवारी है तो मैं तो ठीक चौकलेट लामा साहब मौजूद हो? मुझे आके लामा साहब के अगे पीछे हो गए ने उन्होंने टाइम हो गया आराम दा। नहीं ये आराम करके सुबह फिर मिर्जाइयत की मंजी ठोकनी हुंदी है इस वजह नाल आराम ते चले गए ने। आज नींदर किंज आवे दी हाथ च शिकार जांदा रहा ते आज नींदर किस तरह आवे नहीं वो पूरी तरह मंजी ठोक के गए ने काम पूरा करके गए ने। अच्छा कल तो फिर शुरू हो जाएंगे मिर्जाई भज भज के आंदे ने साडी मंजी ठोको। यानी किसी एक मिर्जाई ਨੂੰ भी शर्म नहीं आ रही कि भी उन्हें गलत काम किया है वादा करके वादा खिलाफी की है और सारे दे सारे मिर्जाई अकाबरीन ਉਹਦੇ ਕੋਲ जमा सी और ਉਹਨੂੰ मना कर रहे सी कि तू खबरदार जे तू अपने वादा वफा किया तो हरगिज नहीं अपने वादे से कायम रहना। तो कोई मिर्जाई ਨੂੰ ਕਿਸੇ ਨੂੰ शर्म नहीं है कि कहे कि भी उन्होंने गलत काम किया उन्होंने नहीं करना चाहिए सी। मिर्जाई बल्कि ਉਹਦੀ ਇਸ ਹੀਜੜੇਪਨ ਦਾ ਦਿਫਾ ਆ ਕੇ ਕਰ ਰਹੇ ਨੇ। अजीब हैरानी अजीब कौम है वैसे मतलब एक शख्स खुद वादा कर रहा है सारी रिकॉर्डिंग मौजूद है और लोग आके उन्हें कह रहे हैं कि भी तू नहीं गल करनी है मिर्जाई के पल्ले कुछ रहा ही नहीं उनकी इन्होंने मुंह लैके जाना। खलीफा जी कहते हैं हमें खुला छोड़े असी पता नहीं कि बम चला देंगे ते हर मिर्जाई इत्थे भज रहा मिर्जाई मुरब्बी भज रहा वो कहता मैं अमर नदीर नाल गल ही नहीं करनी। चलो यह हाल है मिर्जाइयां दा और मुरब्बियां दा। पता नहीं एडे ने डींगा मारन की जरूरत की शायद लोग अपने भेडां जड़ियां मिर्जाई भेडां ने जिन्हां दे दिमाग बंद ने कंटोप चढ़ाया उन्होंने शायद दिखाना हुंदा है कि जी साडे कोल ते बड़ा कुछ है। तो सारी दुनिया के सामने तुसी नंगे हो चुके हो। हर जगह तुसी गल करन तो पहले कहंदे हो मिर्जा साहब की किताब से बात नहीं होगी। तो मिर्जा साहब की किताब से बात नहीं होगी तो तुहाडे पल्ले की है मिर्जाईओ केड़ा कुरान तुसी लैके फिर रहे हो अगर मिर्जा साहब दा तुसी नहीं पेश तालीम पेश करनी। तो साहब अस्सलाम वालेकुम जी अस्सलाम वालेकुम सैनी साहब इत्थे और ताड़ी ब्रॉड ते पिया अल्लाह खैर करे कोई मुनाफिक ने कोई काफिर लगे से किसी ने कोई मुनाफिक लगा वा किसी ने कोई काफिर लगा वा किसी ने कोई मोमन लगा हुण सानू समझ नहीं आ रही हो की रहा ताड़ी ब्रॉड ते इत्थे ब्राड हर चीज ब्राड ते ही नहीं होंदी बंदियां दे अंदर पहले बंदियां दे अंदर होंदी है ते बंदे अपने नाल ब्राड ते लैके आउंदे ने। हाँ ब्राड ते एक करंट दी एक सैलुलर किस्म दी एक फ्लोर है वो अपनी जात कोई चीज नहीं ओदा कोई ईमान नहीं कोई मजहब नहीं कोई अखलाक नहीं कुछ नहीं वो तो जगह है। असल च हर आदमी अपना अपना अमालनामा या अपनी अपनी अपना नसीब नाल लैके आउंदा है। मसलन मैं ते कदे मिर्जा साहब और खुलफा और उलमाए कराम दी दे मुतल्लिक उन्हां दे जिक्र विच कोई तखफीफी लफज नहीं किया बल्कि उस तरह ही जिहड़े अदब दे लफज ने ओही इस्तेमाल करना। जमात अहमदिया ने जमात अहमदी ही करना दूसरा कोई लफज नहीं। लेकिन मेरे मुतल्लिक अहमदी अजरा शफकत मुनाफिक कहंदे ने दज्जाल कहंदे ने दज्जाल अकबर कहंदे ने ते इहदे कोई नाराजगी वाली गल नहीं। अगर वो इहदे नाल खुश होंदे ने ते कोई अर्ज नहीं ठीक है। अगर उन्होंने नहीं मैं ते माहौल ਨੂੰ ਐਡਰੈਸ ਕੀਤਾ ਜਿਹੜਾ ਮਾਹੌਲ ਪੈਦਾ ਹੋਇਆ ਤੁਹਾਡੀ ਬਰੋਡ ਦਾ ਇਹ ਸਾਰਾ ਆ ਰਹੀਆਂ ਨੇ ਗੱਲ ਇਹ ਹੈ ਕਿ ਇੱਕ ਮਾਹੌਲ ਜਿਹੜਾ ਉਹ ਸਿਰਫ ਇੱਕ ਬਰਾਡ ਨਹੀਂ ਹੈ ਦੁਨੀਆ ਤੇ माहौल भी बड़ा सोहना तुसा एड्रेस किया है कि कोई मुनाफिक बैठे हैं कोई काफिर बैठे हैं कोई केड़े बैठे हैं है तुसी सारियां बराडां ते इंज ही ने और सारे साडी इज्जत कीती ना उन्होंने कनेक्शन है ਜਿਹੜੀਆਂ ਗੱਲਾਂ ਕੀਤੀਆਂ ਨੇ ਉਹ ਸਾਰੇ ਚੁੱਪ ਹੋ ਜਾਂਦੇ ਨੇ
ਤੁਸੀਂ ਉਹਨਾਂ ਦੇ ਜਿਹੜੇ ਜਵਾਬ ਅਤਾ ਕਰਨਾ ਚਾਹੁੰਦੇ ਹੋ ਫਰਮਾਓ ਤੁਹਾਡੇ। ਸਾਹਿਬ ਇਹਨਾਂ ਦੀ ਗੱਲ ਤੇ ਮੈਨੂੰ ਉਹ ਸ਼ੇਰ ਯਾਦ ਆ ਗਿਆ, ਸੌਰੀ ਇੰਟਰਵਿਊ करना ਪਿਆ। किसी ने आला ज़र्फ तो किसी ने कम ज़र्फ जाना मुझे है, हर किसी ने अपने ज़र्फ के मुताबिक जाना मुझे। ਹਾਂ, ਇਸ ਤਰ੍ਹਾਂ ਹੀ ਹੁੰਦਾ ਹੈ। ਤੇ ਬਾਹਰ ਤੁਸੀਂ ਜੋ ਵੀ ਐਡਰੈਸ ਕਰਨਾ ਚਾਹੋ, ਜੋ ਰੈਕਟੀਫਿਕੇਸ਼ਨ ਕਰਨਾ ਚਾਹੋ, ਜੋ ਤਰਦੀਦ ਕਰਨਾ ਚਾਹੋ, ਜਿਤਨਾ ਮਰਜ਼ੀ ਲੰਬਾ ਬਿਆਨ, ਸਾਰੀ ਗੱਲ ਅਸੀਂ ਸੁਣਾਂਗੇ ਤੁਹਾਡੀ। ਨਹੀਂ, ਮੈਂ ਤਾਂ ਸਮਝਣ ਦੀ ਕੋਸ਼ਿਸ਼ ਕਰ ਰਿਹਾ ਕਿ ਇਹਨਾਂ ਦੇ ਅੰਦਰੋਂ ਜਿਹੜੇ 16 ਬਿਆਨੀਆਂ ਹੋ ਰਹੀਆਂ ਨੇ, ਇਹਨਾਂ ਦੇ ਦੁੱਖ ਦਰਦ ਦੀ ਕੋਈ ਬੁਨਿਆਦ, ਕੋਈ ਵਜ੍ਹਾ ਸਮਝ ਆਵੇ ਤੇ ਫਿਰ ਮੈਂ ਉਹਨੂੰ ਐਡਰੈਸ ਕਰਾਂਗਾ। ਇਹ ਤੇ ਹਰ ਵਕਤ ਵਿਚਾਰੇ ਕੋਸਨ ਤੇ ਲੱਗੀ, ਇਹਨਾਂ ਨੇ ਜ਼ਿੰਦਗੀ ਗੁਜ਼ਾਰ ਛੜੀ ਹੈ ਤਕਰੀਬਨ ਸਾਰੀ, ਔਰ ਗਲਤ ਸਾਬਤ ਕਰਨ ਦੀ ਜ਼ਿੰਦਗੀ ਗੁਜ਼ਾਰ ਛੜੀ ਹੈ। ਇਹਨਾਂ ਦੇ ਆਬਾਓ ਅਜਦਾਦ ਨੇ ਵੀ ਜ਼ਿੰਦਗੀਆਂ ਗੁਜ਼ਾਰ ਛੜੀਆਂ ਨੇ ਤੇ ਇਹਨਾਂ ਨੇ ਗੁਜ਼ਾਰ ਦੇਣੀਆਂ ਨੇ। ਤੇ ਹਜ਼ਰਤ ਮਿਰਜ਼ਾ ਸਾਹਿਬ ਔਰ ਉਹਨਾਂ ਦੀ ਜਮਾਤ ਜਿਹੜੀ ਹੈ ਉਹ ਉਹਨਾਂ ਦੇ ਅੱਖਾਂ ਦੇ ਸਾਹਮਣੇ ਇਹਨਾਂ ਦੇ ਤਕਲੀਫ ਦਾ ਬਾਇਸ ਬਣੀ ਇਹਨਾਂ ਵਾਸਤੇ, ਔਰ ਇਹਨਾਂ ਦੇ ਦੁੱਖ ਦੇ ਵਿੱਚ ਕਮੀ ਨਹੀਂ ਹੋਈ, ਇਜ਼ਾਫਾ ਹੀ ਹੋਇਆ ਹਰ ਦਿਨ ਔਰ ਹਰ ਰਾਤ। ਮੈਨੂੰ ਉਹ ਦਿਨ ਦੱਸੋ ਕਿ ਜਿਸ ਦਿਨ ਇਹਨਾਂ ਨੂੰ ਕੋਈ ਸਕੂਨ ਪਹੁੰਚਿਆ ਹੋਵੇ ਜਾਂ ਇਹਨਾਂ ਦੀ ਤਕਲੀਫ 'ਚ ਕਮੀ ਹੋਈ ਹੋਵੇ। ਇਹਨਾਂ ਨੇ ਜਿਹੜੀਆਂ ਕੋਸ਼ਿਸ਼ਾਂ ਕੀਤੀਆਂ ਨੇ ਹੁਣ ਤੱਕ, ਜਿਹੜੇ ਮੁਨਾਜ਼ਰੇ 'ਚ ਇਹਨਾਂ ਨੇ ਕਾਮਯਾਬੀਆਂ ਇਹਨਾਂ ਨੇ ਹਾਸਲ ਕੀਤੀਆਂ ਨੇ, ਔਰ ਹੁਣ ਤੱਕ ਦੇ ਜਿੰਨੇ ਵੀ ਜਸ਼ਨ ਇਹਨਾਂ ਨੇ ਮਨਾਏ ਨੇ, ਕਾਦੀਆਨ ਫਤਿਹ ਕਰਕੇ, ਰੱਬਾ ਫਤਿਹ ਕਰਕੇ, ਉਹਨਾਂ ਜਸ਼ਨਾਂ ਦੇ ਨਤੀਜੇ ਦੇ ਵਿੱਚ ਇਹਨਾਂ ਦੀ ਰੂਹਾਨੀਅਤ ਦੇ ਵਿੱਚ ਕੋਈ ਬਿਹਤਰੀ ਪੈਦਾ ਹੋਈ ਹੈ, ਇਹਨਾਂ ਦੀ ਰੂਹ ਨੂੰ ਕੋਈ ਤਸਕੀਨ ਮਿਲੀ ਹੈ। ਔਰ ਹਜ਼ਰਤ ਮਿਰਜ਼ਾ ਸਾਹਿਬ ਔਰ ਉਹਨਾਂ ਦੀ ਜਮਾਤ ਅਗਰ ਨਾਕਾਮੋ ਨਾਮੁਰਾਦ ਹੋ ਚੁੱਕੀ ਹੈ ਤੇ ਫਿਰ ਤੇ ਚਲੋ ਅਸੀਂ ਇਹਨਾਂ ਦੀ ਗੱਲ ਵੱਲ ਕੋਈ ਤੋਜੋ ਕਰਾਂਗੇ, ਲੇਕਿਨ ਇਹਨਾਂ ਨੇ ਇਹੀ ਕੰਮ ਜਾਰੀ ਰੱਖਣਾ ਹੈ ਆਪਣੇ ਮਰਦੇ ਦਮ ਤੱਕ, ਔਰ ਇਹਨਾਂ ਦੀ ਅਗਲੀ ਨਸਲ ਨੇ ਵੀ ਕੰਮ ਜਾਰੀ ਰੱਖਣਾ ਹੈ। ਔਰ ਉਹ 'ਚ ਮਿਰਜ਼ਾ ਸਾਹਿਬ ਦੀ ਕਾਮਯਾਬੀ ਔਰ ਉਹਨਾਂ ਦੀ ਜਮਾਤ ਦੀ ਕਾਮਯਾਬੀ 'ਚ ਕੋਈ ਫਰਕ ਨਹੀਂ ਪੈਣਾ। ਤੇ ਫਿਰ ਇਸ ਕਸ਼ਟ ਦਾ ਕੋਈ ਫਾਇਦਾ ਮੈਨੂੰ ਨਜ਼ਰ 'ਚ ਨਹੀਂ ਆਉਣ ਡਿਆ। ਤੇ ਮੈਨੂੰ ਅਗਰ ਕੋਈ ਫਾਇਦਾ ਹੈ ਤੇ ਮੈਨੂੰ ਸਮਝਾਉਣ ਕਿ ਬਈ ਅਸੀਂ ਬੜਾ ਦਿਨੀ ਮਾਰਕੀਟ ਹੈ ਮਾਰਨ, ਸਾਨੂੰ ਸਾਡੇ ਨਾਲ ਸ਼ਾਮਲ ਹੋ ਜਾਓ। ਅਸੀਂ ਮਿਰਜ਼ਾ ਸਾਹਿਬ ਨੂੰ ਦੁਨੀਆ ਦੇ ਵਿੱਚ ਝੂਠਾ ਸਾਬਤ ਕਰਕੇ ਸਾਹ ਲੈਣਾ ਔਰ ਲੈ ਚੁੱਕੇ ਹਾਂ, ਔਰ ਹੁਣ ਅਮਨ ਹੋ ਗਿਆ ਵਾ, ਸਾਡੇ ਤਬੀਅਤਾਂ ਪੁਰਸਕੂਨ ਹੋ ਗਈਆਂ ਨੇ। ਤੇ ਫਿਰ ਮੈਂ ਇਹਨਾਂ ਦੀ ਗੱਲ ਵੱਲ ਤੋਜੋ ਕਰਾਂਗਾ। ਮਤਲਬ 130 ਸਾਲ ਤੋਂ ਇਹਨਾਂ ਦੀ ਨਸਲਾਂ ਜਿਹੜੀਆਂ ਨੇ ਉਹ ਇਸ ਮੁਸੀਬਤ ਦੇ ਵਿੱਚ ਗ੍ਰਿਫਤਾਰ ਨੇ, ਔਰ ਰੋਜ਼ ਕੋਸਦੇ ਨੇ। ਇਹਨਾਂ ਦੇ ਕੋਲੋਂ ਮੈਂ ਕੋਸਨੇ ਸੁਣ ਕੇ ਥੱਕ ਗਿਆ ਕਿ ਇਹਨਾਂ ਦਾ ਕੋਈ ਐਂਡ ਹੋਣ ਨਜ਼ਰ ਨਹੀਂ ਆ ਰਿਹਾ ਮੈਨੂੰ। ਜੀ ਜੇ ਕੋਈ ਤੁਹਾਡੇ ਕੋਲ ਮੈਂ ਸਮਝਾਉਣ ਦੀ ਕੋਸ਼ਿਸ਼ ਕਰਨਾ ਤੁਹਾਨੂੰ, ਤੁਸੀਂ ਜ਼ਰੂਰ ਸਮਝਾਓ। ਮੈਂ ਖੁਦ ਅੰਸਰ ਰਜ਼ਾ ਸਾਹਿਬ ਦੇ ਮੁਤਲਕ ਸੁਣਿਆ। ਇੱਕ ਤੇ ਉਹਨਾਂ ਨੇ ਕਿਹਾ, ਮੈਂ ਆਪਣੇ ਕੰਨਾਂ ਨਾਲ ਸੁਣਿਆ, ਕਿਸੇ ਨੇ ਨਹੀਂ ਮੈਨੂੰ ਦੱਸਿਆ। ਇੱਕ ਤੇ ਉਹਨਾਂ ਨੇ ਕਿਹਾ ਕਿ ਜੀ ਸਾਡਾ ਜਿਹੜਾ ਕੁਰਾਨ ਹੈ ਨਾ, ਉਹਦੀ ਆਇਤ ਜਿਹੜੀਆਂ ਨੇ ਉਹ ਮਨਾ ਕਰਦੀਆਂ ਨੇ ਕਿ ਅਸੀਂ ਆਮਰ ਨਜ਼ੀਰ ਨਾਲ ਗੱਲ ਕਰੀਏ। ਹੁਣ ਉਹ ਕਿਹੜੀ ਆਇਤ ਨੇ ਉਹਨਾਂ ਨੇ ਉਹਦਾ ਜ਼ਿਕਰ ਨਹੀਂ ਕੀਤਾ, ਲੇਕਿਨ ਉਹਨਾਂ ਨੇ ਕਿਹਾ ਕਿ ਅਸੀਂ ਆਮਰ ਨਜ਼ੀਰ ਨਾਲ ਗੱਲ ਨਹੀਂ ਕਰ ਸਕਦੇ ਕਿਉਂਕਿ ਆਇਤ ਸਾਨੂੰ ਮਨਾ ਕਰ ਰਹੀ। ਦੂਸਰੀ ਗੱਲ ਉਹਨਾਂ ਨੇ ਕਹੀ, ਹੁਣ ਤੁਸੀਂ ਵੀ ਚੁੱਪ ਕਰ ਜਾਓ ਨਾ, ਐਡੀ ਲੰਮੀ ਤੁਸੀਂ ਤਕਰੀਰ ਕੀਤੀ, ਮੈਨੂੰ ਵੀ ਬੋਲਣ ਦਿਓ ਥੋੜੀ ਦੇਰ। ਦੂਸਰੀ ਗੱਲ ਉਹਨਾਂ ਨੇ ਇਹ ਕਹੀ ਕਿ ਦੇਖੋ ਜਿਹੜਾ ਆਪਣੇ ਮੁਤਲਕ ਕਿ ਅਗਰ ਮੈਨੂੰ ਅੱਧੇ ਘੰਟੇ ਵਾਸਤੇ ਮੁਤਾ ਦਾ ਚਾਂਸ ਮਿਲ ਜਾਏ ਤੇ ਮੈਂ ਮਿਰਜ਼ਾਈਅਤ ਨੂੰ ਛੱਡਣ ਵਾਸਤੇ ਤਿਆਰ ਹਾਂ। ਇਹ ਮੈਂ ਆਪਣੇ ਕੰਨਾਂ ਨਾਲ ਸੁਣਿਆ, ਅਗਰ ਤੁਸੀਂ ਚਾਹੁੰਦੇ ਹੋ ਤਾਂ ਮੈਂ ਤੁਹਾਨੂੰ ਆਡੀਓ ਵੀ ਸੁਣਾ ਦਿੰਦਾ ਉਹਨਾਂ ਨੇ। ਔਰ ਤੀਸਰੀ ਗੱਲ ਹੈ ਕਿ ਅੱਜ ਇਹ ਦੇਖਿਆ, ਜਿਸ ਵਕਤ ਤੁਸੀਂ ਕਹਿੰਦੇ ਕਿ ਤੁਹਾਡੇ ਤੇ ਜਮਾਤ ਬੜੀ ਵੱਧ ਰਹੀ ਹੈ ਤੇ ਤੁਹਾਡੇ ਦਲਾਇਲ ਬਹੁਤ ਨੇ, ਅੱਜ ਅਸੀਂ ਦੇਖਿਆ ਕਿ ਜਮਾਤ ਅਹਿਮਦੀਆ ਦਾ ਇੱਕ ਮੈਂਬਰ ਰਾਣਾ ਰਾਸ਼ਦ ਸਾਹਿਬ ਨੇ ਆਮਰ ਨਜ਼ੀਰ ਸਾਹਿਬ ਦੇ ਨਾਲ ਵਾਅਦਾ ਕੀਤਾ ਕਿ ਅਸੀਂ ਖਤਮੇ ਨਬੂਵਤ ਤੇ ਗੱਲ ਕਰਾਂਗੇ, ਤੁਸੀਂ ਮੇਰੀ ਬਰੋਡ ਤੇ ਆਣਾ, ਅਸੀਂ 1 to 1 ਗੱਲ ਕਰਾਂਗੇ, ਉੱਤੇ ਹੋਰ ਕੋਈ ਨਹੀਂ ਹੋਏਗਾ। ਲੇਕਿਨ ਜਦੋਂ ਵਕਤ ਆਇਆ ਤੇ ਉਸ ਵੇਲੇ ਉਹਨਾਂ ਰਾਣਾ ਰਾਸ਼ਦ ਸਾਹਿਬ ਨੂੰ ਸਾਰੇ ਜਿਹੜੇ ਉਹਨਾਂ ਦੇ ਪੇਟੀ ਭਰਾ ਸੀ ਉਹ ਪਹੁੰਚ ਗਏ ਉੱਥੇ, ਔਰ ਉਹਨਾਂ ਨੇ ਕਿਹਾ ਕਿ ਹਰਗਿਜ਼ ਤੂੰ ਇਹਦੇ ਨਾਲ ਗੱਲ ਨਹੀਂ ਕਰਨੀ, ਤੂੰ ਪਹਿਲੇ ਖਲੀਫਾ ਕੋ ਵਕਤ ਕੋਲੋਂ ਇਜਾਜ਼ਤ ਨਹੀਂ ਲੈਤੀ ਹੈ ਇਸ ਵਜ੍ਹਾ ਨਾਲ, ਔਰ ਦੂਸਰੇ ਕਿ ਆਮਰ ਨਜ਼ੀਰ ਨਾਲ ਤੂੰ ਕਿਸੇ ਸੂਰਤ ਗੱਲ ਨਹੀਂ ਕਰਨੀ। ਔਰ ਉਹ ਤਰਲੇ ਤੁਰਲੇ ਰਹਿੰਦਾ ਰਿਹਾ ਵਿਚਾਰਾ, ਸਾਰੇ ਅਸੀਂ ਕਾਰਵਾਈ ਸੁਣਦੇ ਰਹੇ, ਉਹ ਤਰਲੇ ਰਹਿੰਦਾ ਰਿਹਾ, ਲੇਕਿਨ ਉਹਨਾਂ ਨੇ ਕਿਹਾ ਕਿ ਨਹੀਂ, ਹਰਗਿਜ਼ ਨਹੀਂ। ਚੁਨਾਂਚੇ ਆਮਰ ਨਜ਼ੀਰ ਦੇ ਨਾਲ ਉਹਨੇ ਗੱਲ ਕਰਨ ਤੋਂ ਬਾਵਜੂਦ ਵਾਅਦੇ ਤੇ ਇਨਕਾਰ ਕਰ ਦਿੱਤਾ ਕਿ ਮੈਂ ਤੁਹਾਡੇ ਨਾਲ ਗੱਲ ਨਹੀਂ ਕਰਨੀ, ਹਾਲਾਂਕਿ ਉਹਨੇ ਖੁਦ ਹੀ ਕਿਹਾ ਸੀ ਕਿ ਅਸੀਂ ਖਤਮ ਨਬੂਵਤ ਦੇ ਉੱਤੇ ਅਸੀਂ ਗੱਲ ਕਰਾਂਗੇ ਔਰ ਸਾਰੀ ਸ਼ਰਾਇਤ ਤੈਅ ਸੀ, ਟਾਈਮ ਵੀ ਤੈਅ ਸੀ, ਲੇਕਿਨ ਉਹਦੇ ਬਾਵਜੂਦ ਉਹ ਸਾਰੇ ਲੋਕਾਂ ਦੇ ਕਹਿਣ ਤੇ ਉਹਨੇ ਆਪਣੀ ਬਰਾਡ ਹੀ ਬੰਦ ਕੀਤੀ ਔਰ ਉਹਨੇ ਨਹੀਂ ਗੱਲ ਕੀਤੀ। ਤੇ ਇੱਕ ਸ਼ਿਕਸਤ ਤੇ ਅੱਜ ਹੀ ਮਿਰਜ਼ਾਈਅਤ ਨੂੰ ਹੋਈ ਹੈ। ਤੁਸੀਂ ਪਹਿਲੇ ਦਾ ਰੋ ਰਹੇ ਹੋ, ਹਮੇਸ਼ਾ ਇਹੀ ਹੁੰਦਾ ਹੈ। 20 ਸਾਲ ਤੁਹਾਡੇ ਖਲੀਫਾ ਜੀ ਨੂੰ ਕਮ ਸੇ ਕਮ ਹੋ ਗਏ ਨੇ, ਅੱਜ ਤੱਕ ਕਦੀ ਬਾਹਰ ਨਿਕਲ ਕੇ ਉਹਨੇ ਕਿਸੇ ਨਾਲ ਗੱਲ ਕੀਤੀ ਹੈ? ਤੇ ਕਿਸ ਚੀਜ਼ ਦਾ ਤੁਸੀਂ ਰੌਲਾ ਪਾਉਂਦੇ ਹੋ? ਦੂਸਰੇ ਤੁਸੀਂ ਕਹਿੰਦੇ ਹੋ ਮਿਰਜ਼ਾ ਸਾਹਿਬ ਦੀ ਜਮਾਤ ਹੈ, ਵੀ ਮਿਰਜ਼ਾ ਸਾਹਿਬ ਦੀ ਜਮਾਤ ਤੇ ਤੁਹਾਡੀ ਰਹੀ ਨਹੀਂ। ਮਿਰਜ਼ਾ ਸਾਹਿਬ ਦੀ ਜਿੰਨੀ ਵੀ ਤਾਲੀਮ ਉਹਦਾ ਤੁਸੀਂ ਇਨਕਾਰ ਕਰ ਰਹੇ ਹੋ। ਮਿਰਜ਼ਾ ਸਾਹਿਬ ਕਹਿ ਰਹੇ ਹੈ ਮੈਂ 13ਵਾਂ ਖਲੀਫਾ ਖਿਲਾਫਤ ਇਸਲਾਮੀਆ ਮੁਹੰਮਦੀਆ ਦਾ ਔਰ ਮੁਜद्दीन ਦਾ सिलसिला क़यामत तक जारी है। ਤੁਹਾਡੇ खलीफे कहते हैं मुजद्दद का जिक्र ना कुरान में ना हदीस में।
तुम मर जाओगे, तुम्हारी नस्लें मर जाएंगी, नस्लों की नस्लें मर जाएंगी, किसी मुजद्दद का मुंह नहीं देखोगे। ਤੇ ਤੁਸੀਂ ਤੇ ਹਜ਼ਰਤ ਮੁਹੰਮਦ ਸੱਲੱਲਾਹੁ ਅਲੈहि ਵਸੱਲਮ ਦਾ ਵੀ ਇੱਕ ਇਨਕਾਰ point ਕਰ ਦਿੱਤਾ, ਤੁਸੀਂ ਮਿਰਜ਼ਾ ਸਾਹਿਬ ਦਾ ਵੀ ਇਨਕਾਰ ਕਰ ਤਾਰਿਕ ਦਿੱਤਾ, ਸਾਹਿਬ ਤੁਸੀਂ ਕੁਰਾਨ ਦੀ ਆਇਤ ਦਾ ਵੀ ਇਨਕਾਰ ਕਰ ਉਹ ਦਿੱਤਾ। ਤਾਰਿਕ ਸਾਹਿਬ ਉਹਦੇ ਬਾਵਜੂਦ ਤੁਹਾਡੀ ਇਹ ਬੜੀ ਮਤਲਬ ਹਿੰਮਤ ਹੈ ਕਿ ਫਿਰ ਵੀ ਤੁਸੀਂ ਕਹਿ ਰਹੇ ਹੋ ਕਿ ਅਸੀਂ ਮਿਰਜ਼ਾ ਸਾਹਿਬ ਦੀ ਜਮਾਤ ਹੈ। ਮਿਰਜ਼ਾ ਸਾਹਿਬ ਨਾਲ ਤੁਹਾਡਾ ਕੋਈ ਤਾਲੁਕ ਹੀ ਨਹੀਂ ਰਿਹਾ, ਤੁਸੀਂ ਸਭ ਕੁਝ ਛੱਡ ਬੈਠੇ ਹੋ ਸਿਰ ਇਸ ਵਜ੍ਹਾ ਨਾਲ ਕਿ ਤੁਸੀਂ ਆਪਣੇ ਮਿਰਜ਼ਾ ਖਾਨਦਾਨ ਦੀ ਗੱਦੀ ਚਲਾਣੀ ਹੈ। ਤੇ ਤੁਸੀਂ ਤੁਹਾਡਾ ਕੀ ਤਾਲੁਕ ਰਹਿ ਗਿਆ? ਨਾ ਮਿਰਜ਼ਾ ਸਾਹਿਬ ਨੇ ਕਦੀ ਕਿਹਾ ਕਿ ਮੇਰੇ ਖਾਨਦਾਨ ਦੀ ਗੱਦੀ ਚੱਲੇਗੀ ਮੇਰੇ ਬਾਅਦ, ਉਹਨਾਂ ਨੇ ਕਿਹਾ ਹੈ ਮੈਂ ਖੁਦ ਖਲੀਫਾ ਹਾਂ 13ਵਾਂ, ਇਹਦੇ ਬਾਅਦ ਇਹ ਸਿਲਸਿਲਾ ਕਿਆਮਤ ਤੱਕ ਜਾਰੀ ਹੈ ਹਜ਼ਰਤ ਮੁਹੰਮਦ ਸੱਲੱਲਾਹੁ ਅਲੈहि ਵਸੱਲਮ ਦੇ ਖੁਲਫਾ ਦਾ, ਖਿਲਾਫਤ ਇਸਲਾਮੀਆ ਮੁਹੰਮਦੀਆ ਦਾ। ਤੇ ਤੁਸੀਂ ਤੇ ਸਾਰੀ ਲੁੱਟੀਆਂ ਹੀ ਡਬੋ ਦਿੱਤੀ। ਮਿਰਜ਼ਾ ਸਾਹਿਬ ਜੋ ਲੈ ਕੇ ਆਏ ਸੀ ਨਵੀਂ ਤਾਲੀਮ ਤੁਸੀਂ ਬਣਾ ਦਿੱਤੀ, ਔਰ ਤੁਸੀਂ ਇੱਥੋਂ ਤੱਕ ਕਹਿ ਰਹੇ ਹੋ ਕਿ ਮਿਰਜ਼ਾ ਸਾਹਿਬ ਨੂੰ ਉਮਤੀ ਨਬੀ ਕਹਿਣਾ ਵੀ ਕੁਫਰ ਅਜ਼ੀਮ ਹੈ, ਕਿਉਂਕਿ ਮਿਰਜ਼ਾ ਸਾਹਿਬ ਤੇ ਖੁਦ ਨੌਜ਼ ਬਿल्ला ਹਜ਼ਰਤ ਮੁਹੰਮਦ ਸੱਲੱਲਾਹੁ ਅਲੈहि ਵਸੱਲਮ ਬਣ ਕੇ ਆਏ ਨੇ। ਤੇ ਜੇ ਤੁਸੀਂ ਉਮਤੀ ਨਬੀ ਉਹਨਾਂ ਨੂੰ ਕਹੋਗੇ ਤੇ ਫਿਰ ਤੇ ਤੁਸੀਂ ਹਜ਼ਰਤ ਮੁਹੰਮਦ ਸੱਲੱਲਾਹੁ ਅਲੈहि ਵਸੱਲਮ ਨੂੰ ਉਮਤੀ ਕਹਿ ਰਹੇ ਹੋ, ਜਿਹੜਾ ਕੁਫਰ ਅਜ਼ੀਮ ਹੈ। ਯਾਨੀ ਕੈਸੇ ਕੈਸੇ ਗੁਲਬ ਤੁਸੀਂ ਕੀਤੇ ਨੇ ਸਿਰਫ ਇਸ ਵਜ੍ਹਾ ਨਾਲ ਕਿ ਆਪਣੇ ਮਿਰਜ਼ਾ ਖਾਨਦਾਨ ਦੀ ਗੱਦੀ ਨੂੰ ਚਲਾਉਣ ਦਾ ਤੁਸੀਂ ਕੋਈ ਜਵਾਬ ਪੇਸ਼ ਕਰ ਦਿਓ। ਹੁਣ ਤੁਹਾਡੇ ਪੱਲੇ ਕੁਝ ਰਹਿ ਗਿਆ ਦੱਸੋ? ਤੁਸੀਂ ਬੋਲਣਾ ਬੰਦ ਕਰੋਗੇ ਤੇ ਦੱਸਾਂਗੇ ਨਾ, ਤੁਸੀਂ ਖਾਮੋਸ਼ ਹੋਵੋਗੇ ਤੇ ਬੋਲਾਂਗੇ। ਤੁਸੀਂ 1500 ਗੱਲਾਂ ਮੁਖਤਲਿਫ ਕਰ ਛੜੀਆਂ ਨੇ ਇੱਕ ਹੀ ਤਕਰੀਰ ਦੇ ਵਿੱਚ। ਤੁਹਾਡਾ ਅਸਲ ਮਸਲਾ ਕੀ ਹੈ ਮੈਨੂੰ ਉਹ ਦੱਸੋ। ਇੰਨਾ ਸ਼ੋਰ ਪਾਉਣ ਦੀ ਬਜਾਏ ਜਿਹੜੀ 15 ਗੱਲਾਂ ਕੀਤੀਆਂ ਉਹਨਾਂ ਦੇ ਵਿੱਚੋਂ ਜਿਹੜਾ ਤੁਹਾਡਾ ਅਸਲ ਪੁਆਇੰਟ ਹੈ, ਅਸਲ ਮਸਲਾ ਹੈ, ਸਾਨੂੰ ਉਹ ਦੱਸੋ ਤਾਂ ਕਿ ਮੈਂ ਉਹਨੂੰ ਐਡਰੈਸ ਕਰਾਂ। ਹੁਣ ਮੈਨੂੰ ਇਹ ਨਹੀਂ ਪਤਾ ਕਿ ਤੁਹਾਨੂੰ ਦੱਸ ਦੇਣਾ ਅਸਲ ਮਸਲਾ। ਦੱਸ ਅਸਲ ਦਿਓ। ਮਸਲਾ ਹੈ ਕਿ ਤੁਸੀਂ ਜਮਾਤ ਅਹਿਮਦੀਆ ਦਾ ਨਾਂ ਖਾਮ ਖਾ ਧੋਖਾ ਦੇਣ ਵਾਸਤੇ ਇਸਤੇਮਾਲ ਕਰਦੇ ਹੋ, ਵਰਨਾ ਹਜ਼ਰਤ ਮਸੀਹ ਮੌਊਦ ਦੀ ਤਾਲੀਮ ਦੇ ਨਾਲ ਤੁਹਾਡਾ ਕੋਈ ਤਾਲੁਕ ਨਹੀਂ। ਅੱਛਾ ਮੈਂ ਜਵਾਬ ਦੇ ਇਹ ਮੇਰਾ ਮਸਲਾ। ਹੁਣ ਮਿਊਟ ਜੇ ਤੁਸੀਂ ਕਹੋਗੇ ਕਿ ਸਾਡਾ ਉਹਦੇ ਨਾਲ ਕੋਈ ਤਾਲੁਕ ਨਹੀਂ, ਫਿਰ ਤੁਸੀਂ ਜੋ ਮਰਜ਼ੀ ਮੌਜਾਂ ਕਰੋ ਤੇ ਆਪਣੀ ਗੱਦੀ ਚਲਾਓ, ਤੁਹਾਨੂੰ ਕੋਈ ਪੁੱਛਣ ਵਾਲਾ ਨਹੀਂ ਹੋਏਗਾ। ਤਾਰਿਕ ਚੌਹਾਨ ਸਾਹਿਬ ਹੁਣ ਮਿਊਟ ਲਾ ਲਓ, ਮੈਨੂੰ ਗੱਲ ਪਹੁੰਚ ਗਈ। ਇਹ ਮਸਲਾ ਹੈ। ਹਾਂ ਮੈਨੂੰ ਪਤਾ ਚੱਲ ਗਿਆ ਤੁਹਾਨੂੰ? ਜਜ਼ਾਕੱਲਾ, ਹੁਣ ਮੈਨੂੰ ਪਹੁੰਚ ਗਈ ਤੁਹਾਡੀ ਗੱਲ, ਅਸਲ ਗੱਲ ਦਾ ਜਵਾਬ ਦੇਣ ਲੱਗਾ। ਹੁਣ ਮਿਊਟ ਲਾ ਲਓ ਜੀ। ਜਜ਼ਾਕੱਲਾ। ਗੱਲ ਇਹ ਹੈ ਕਿ ਤੁਸੀਂ ਫਰਮਾਇਆ ਕਿ ਅਸੀਂ ਹਜ਼ਰਤ ਮਿਰਜ਼ਾ ਸਾਹਿਬ ਦੀ ਲੁੱਟੀਆਂ ਡੁਬੋ ਦਿੱਤੀ, ਤੁਹਾਨੂੰ ਆਪਣਾ ਕੀਤਾ। ਅਸੀਂ ਜਮਾਤ ਨੂੰ ਨੁਕਸਾਨ ਪਹੁੰਚਾਇਆ ਹਜ਼ਰਤ ਮਿਰਜ਼ਾ ਸਾਹਿਬ ਦੇ। ਤੁਸੀਂ ਉਸ ਜਮਾਤ ਦੇ ਯਾਨੀ ਕਿ ਦਰੁਸਤ ਲੋਕ ਜੋ ਔਰ ਹਜ਼ਰਤ ਮਿਰਜ਼ਾ ਸਾਹਿਬ ਨੂੰ ਦਰੁਸਤ ਫਾਲੋ ਕਰਨ ਵਾਲੇ ਜੋ, ਅਸੀਂ ਝੂਠੇ ਆ। ਅਸੀਂ ਜਮਾਤ ਹਜ਼ਰਤ ਮਿਰਜ਼ਾ ਸਾਹਿਬ ਦੇ ਬਾਰੇ ਦੁਨੀਆ ਨੂੰ ਧੋਖਾ ਦਿੱਤਾ ਹੈ। ਅੱਲਾਹ ਤਾਲਾ ਕੁਰਾਨ ਸ਼ਰੀਫ 'ਚ ਵਾਅਦਾ ਕਰਦਾ ਹੈ ਕਿ ਅੱਲਾਹ ਤਾਲਾ ਝੂਠ ਨੂੰ ਮਿਟਾ ਦਿੰਦਾ ਹੈ ਔਰ ਹੱਕ ਨੂੰ ਜ਼ਾਹਿਰ ਕਰ ਦਿੰਦਾ ਹੈ। ਤੁਸੀਂ ਹੱਕ ਦੇ ਉੱਤੇ ਜੋ ਅੱਲਾਹ ਤਾਲਾ ਦੀ ਜਿਹੜੀ ਫੇਲੀ ਸ਼ਹਾਦਤ ਹੈ ਉਹ ਗਵਾਹੀ ਦੇ ਦੇਗੀ। ਜਿਹੜਾ ਝੂਠਾ ਹੋਏਗਾ ਉਹ ਨਾਕਾਮ و ਨਾਮਰਾਦ ਹੋ ਜਾਏਗਾ, ਉਹ ਖਤਮ ਹੋ ਜਾਏਗਾ। ਤੁਹਾਡਾ ਗਲਾ ਫੜਨ ਦੀ ਕੋਈ ਵਜ੍ਹਾ ਨਹੀਂ ਮੈਨੂੰ ਸਮਝ ਆਉਂਦੀ। ਤੁਹਾਡੀ ਇੱਕ ਟਾਂਗਾ ਪਾਰਟੀ ਹੈ, ਉਹਦੇ ਟਾਂਗੇ ਦੇ ਵਿੱਚ 6 ਅਫਰਾਦ ਤੁਹਾਡੀ ਜੁੰਮਾ ਪਾਰਟੀ ਦੇ ਹੁੰਦੇ ਨੇ। ਉਹਦੇ ਨਾਲ ਅਗਰ ਅੱਲਾਹ ਤਾਲਾ ਦੀ ਫੇਲੀ ਸ਼ਹਾਦਤ ਹੈ ਔਰ ਦੁਨੀਆ ਉੱਤੇ ਉਹਦਾ ਗਲਬਾ ਹੈ ਔਰ ਉਹਦੇ ਜ਼ਰੀਏ ਇਸਲਾਮ ਦੀ ਨਿਸ਼ਾਤ ਸਾਨੀਆ ਦਾ ਦੌਰ ਸ਼ੁਰੂ ਹੋ ਚੁੱਕਿਆ ਹੈ, ਤੇ ਉਹ ਜ਼ਾਹਿਰ ਹੋ ਜਾਏਗਾ। ਤੁਹਾਨੂੰ ਵੀ ਪਰੇਸ਼ਾਨ ਹੋਣ ਦੀ ਲੋੜ ਹੀ ਨਹੀਂ ਹੈ, ਸਾਨੂੰ ਵੀ ਪਰੇਸ਼ਾਨ ਹੋਣ ਦੀ ਲੋੜ ਨਹੀਂ। ਅਸੀਂ ਜੁੰਮਾ ਸਾਹਿਬ ਨੂੰ ਕਦੀ ਬੁਰਾ ਭਲਾ ਨਹੀਂ ਕਹਿੰਦੇ, ਅਸੀਂ ਤੁਹਾਨੂੰ ਬੁਰਾ ਭਲਾ ਨਹੀਂ ਕਹਿੰਦੇ, ਅਸੀਂ ਨਾ ਆਪਣੇ ਗਲੇ ਫਾੜਨੇ ਤੁਹਾਡੇ ਖਿਲਾਫ। ਤੇ ਅਰਜ਼ ਆ ਕਿ ਤੁਸੀਂ ਜਿਹੜਾ ਇਹਨਾਂ ਦੇ ਨਾਲ ਹਜ਼ਰਤ ਮਿਰਜ਼ਾ ਸਾਹਿਬ ਦੇ ਦੁਸ਼ਮਣਾਂ ਦੇ ਨਾਲ ਇਤਿਹਾਦ ਕਰਕੇ ਔਰ ਜਮਾਤ ਦੇ ਖਿਲਾਫ ਕਮਰ ਬਸਤਾ ਰਹਿੰਦਾ ਜੀ ਦਿਨ ਰਾਤ, ਉਹਦਾ ਕੋਈ ਮਕਸਦ ਨਹੀਂ ਹੈ ਸਵਾਏ ਤੁਹਾਡੇ ਅੰਦਰ ਦੀ ਅੱਗ ਠੰਡੀ ਕਰਨ ਦਾ। ਕੋਈ ਮੌਕਾ ਤੁਹਾਨੂੰ ਚਾਹੀਦਾ ਹੁੰਦਾ ਉਹ ਤੁਸੀਂ ਕਰਦੇ ਹੋ, ਵਰਨਾ ਤੁਹਾਡੀ ਹਕੀਕਤ ਇਹ ਹੈ ਕਿ ਤੁਸੀਂ ਇੱਕ ਟਾਂਗੇ ਤੋਂ ਨਹੀਂ ਵੱਧ ਸਕੇ। ਇੱਕ ਟਾਂਗੇ ਦੇ 6 ਅਫਰਾਦ ਜਾਂ 4 ਅਫਰਾਦ ਬਹਿ ਸਕਦੇ ਨੇ, ਤੁਸੀਂ ਉਹਨੇ ਹੀ ਜੋ। ਤੇ ਜਮਾਤ ਅਹਿਮਦੀਆ ਤੇਰੇ ਅੱਖਾਂ ਦੇ ਸਾਹਮਣੇ ਹੈ ਔਰ ਖਿਲਾਫਤ ਅਹਿਮਦੀਆ ਦੀ ਜ਼ੇਰ ਨਿਗਰਾਨੀ ਚੱਲਣ ਵਾਲੀ ਜਮਾਤ ਤੁਹਾਡੀਆਂ ਅੱਖਾਂ ਦਾ ਵੀ ਰੋੜਾ ਹੈ ਔਰ ਇਹਨਾਂ ਮੁਨਕਰੀਨ ਨੇ ਜਮਾਤ ਅਹਿਮਦੀਆ ਜਿਹੜੇ ਨੇ ਮੁਨਕਰੀਨ ਨੇ ਮਸੀਹ ਮੌਊਦ ਅਲੈਹਿਸ ਸਲਾਮ ਦੀ ਅੱਖਾਂ ਦਾ ਵੀ ਰੋੜਾ ਹੈ। ਤੁਸੀਂ ਦੋਨੇ ਆਪਸ ਇੱਕ ਗਰੁੱਪ ਜੋ, ਤੁਸੀਂ ਆਪਣੇ ਆਪ ਨੂੰ ਹਜ਼ਰਤ ਮਿਰਜ਼ਾ ਸਾਹਿਬ ਦਾ ਮੰਨਣ ਵਾਲੇ ਨਾ ਆਖਿਆ ਕਰੋ, ਤੁਸੀਂ ਉਹਨਾਂ ਦੇ ਮੁਨਕਰੀਨ ਦੇ ਵਿੱਚੋਂ ਅਸੀਂ ਉਹਨਾਂ ਨੂੰ ਸ਼ਾਮਲ ਕਰਨੇ। ਅੱਲਾਹ ਤਾਲਾ ਦੀ ਫੇਲੀ ਸ਼ਹਾਦਤ ਅਗਰ ਤੁਹਾਡੇ ਨਾਲ ਹੈ ਤੇ ਤੁਸੀਂ ਜਿੱਤ ਗਏ, ਔਰ ਅਗਰ ਅਸੀਂ ਉਸ ਫੇਲੀ ਸ਼ਹਾਦਤ ਦੇ ਵਾਰਿਸ ਹਾਂ ਫਿਰ ਅਸੀਂ ਜਿੱਤ ਗਏ। ਸਵਾਲ ਇਹ ਹੈ ਕਿ ਕਿਸੇ ਨੇ ਮੁਨਾਜ਼ਰਾ ਕਰਨ ਤੋਂ ਇਨਕਾਰ ਕਰਤਾ ਹੈ, ਜਾਂ ਮੈਂ ਸਿੱਧੂ ਜੱਟ ਅਗਰ ਕਿਸੇ ਨਾਲ ਮੁਨਾਜ਼ਰਾ ਕਰਨਾ ਵਾ ਔਰ ਮੈਂ ਸ਼ਿਕਸਤ ਖਾ ਜਾਣਾ ਵਾ ਔਰ ਮੈਂ ਦਲਾਲ ਨਹੀਂ ਦੇ ਪਾਉਂਦਾ ਆਪਣੀ ਜਹਾਲਤ ਦੀ ਵਜ੍ਹਾ ਤੋਂ ਜਾਂ ਆਪਣੀ ਕਮ ਇਲਮੀ ਦੀ ਵਜ੍ਹਾ ਤੋਂ, ਇਹਦੇ ਵਿੱਚ ਹਜ਼ਰਤ ਮਿਰਜ਼ਾ ਸਾਹਿਬ ਦੀ ਸੱਚਾਈ ਦਾ ਕੀ ਤਲਕ? ਤੁਸੀਂ ਇੱਕ ਐਸੀ ਬੇਬੁਨਿਆਦ ਗੱਲ ਦੁਨੀਆ ਵਿੱਚ ਛੱਡ ਦੇ ਜਿਹਦਾ ਕੋਈ ਵਜੂਦ ਨਹੀਂ ਹੁੰਦਾ। ਉਹ ਭਾਈਜਾਨ ਇੱਕ ਰਾਸ਼ਦ ਰਾਣਾ ਸ਼ਾਹ ਸਾਹਿਬ ਜਾਂ ਫਲਾਣੇ ਰਾਣਾ ਸਾਹਿਬ ਦਾ ਨੇ ਇਨਕਾਰ ਕਰਤਾ ਅਹਿਮਦ ਨਜ਼ੀਰ ਸਾਹਿਬ ਦੇ ਨਾਲ ਮੁਕਾਬਲੇ 'ਚ ਆਉਣ ਤੋਂ, ਉਹਦਾ ਹਜ਼ਰਤ ਮਿਰਜ਼ਾ ਸਾਹਿਬ ਜਾਂ ਉਹਨਾਂ ਦੀ ਜਮਾਤ ਦੀ ਸੱਚਾਈ ਨਾਲ ਕੀ ਤਾਲੁਕ ਹੈ? ਇਸ ਵਾਸਤੇ ਤੁਸੀਂ ਆਪਣੀ ਅਕਲਾਂ ਨੂੰ ਥੋੜਾ ਪਾਣੀ ਛਾਣੀ ਪਿਆਓ, ਠੰਡੇ ਹੋਵੋ, ਦਿਲੋਂ ਦਿਮਾਗ ਨੂੰ ਜ਼ਰਾ ਤਰੋ ਤਾਜ਼ਾ ਕਰੋ, ਗੌਰ ਕਰਨ ਦੀ ਆਦਤ ਪਾਓ
ਕਿ ਤੁਹਾਡੀਆਂ ਗੱਲਾਂ ਕੀ ਨੇ, ਉਹ ਚਾਹੁੰਦੇ ਕੀ ਜੋ। ਪਾਕਿਸਤਾਨ ਵਿੱਚ ਤਬਲੀਗ ਤੇ ਪਾਬੰਦੀ ਦੀ ਗੱਲ ਕੀਤੀ ਤੁਸੀਂ ਲੋਕਾਂ ਸਭ ਨੇ। ਉਹ ਭਾਈਜਾਨ ਤੁਸੀਂ ਸਾਨੂੰ ਇੱਥੇ ਸ਼ਿਕਸਤ ਦੇਤੀ, ਇੱਕ ਰਾਣਾ ਸਾਹਿਬ ਨੂੰ ਤੁਸੀਂ ਸ਼ਿਕਸਤ ਦੇਤੀ, ਅਮਰ ਨਜ਼ੀਰ ਸਾਹਿਬ ਨੇ। ਤੁਸੀਂ ਪਾਕਿਸਤਾਨ ਇੱਕ ਪਿਛਲੇ 40 ਜਾਂ 50 ਸਾਲ ਤੋਂ ਤੁਸੀਂ ਪਾਬੰਦੀਆਂ ਲਾਈਆਂ ਨੇ, ਤੁਸੀਂ ਉਹਨਾਂ ਨੂੰ ਖੋਲ ਦਿਓ ਤਾਂ ਕਿ ਇਹ ਤੁਹਾਡੇ ਦੁਖੜੇ ਜਿਹੜੇ ਨੇ ਖਤਮ ਹੋਣ, ਦੁਨੀਆ ਨੂੰ ਸਾਰੀ ਨੂੰ ਆਜ਼ਾਦੀ ਰਾਏ ਦਾ ਹੱਕ ਹਾਸਲ ਹੈ। ਔਰ ਪਾਕਿਸਤਾਨ 'ਚ ਕਿਉਂ ਪਾਬੰਦੀ ਲਾਈ ਹੈ? ਤੇ ਅਗਰ ਤੁਹਾਡਾ ਜਿਹੜਾ ਅਮਲ ਹੈ ਉਹ ਤੁਹਾਡੇ ਗੁਫ਼ਤਗੂ ਦੇ ਖਿਲਾਫ ਹੈ ਤੇ ਇਹਦਾ ਮਤਲਬ ਤੁਸੀਂ ਖੁਦ ਮੁਨਾਫਿਕਤ ਦਾ ਸ਼ਿਕਾਰ ਜੋ। ਇੱਕ ਪਾਸੇ ਤੁਸੀਂ ਆਪਣੀ ਜਿੱਤਾਂ ਦਾ ਐਲਾਨ ਕਰਨ ਦੇ, ਜੋ ਆਪਣੇ ਫਤਹ ਦੇ ਜਸ਼ਨ ਮਨਾਉਣ ਦੇ, ਦੂਸਰੇ ਪਾਸੇ ਤੁਸੀਂ ਪਾਬੰਦੀਆਂ ਲਾਈਆਂ ਨੇ। ਤੁਹਾਡੀ ਗੱਲ ਜਿਹੜੀ ਆਪਸ ਮੁਤਾਬਕਤ ਨਹੀਂ ਰੱਖਦੀ। ਤੇ ਇੱਕ ਬੰਦੇ ਦੀ ਹਾਰ ਜਾਂ ਜਿੱਤ ਦੇ ਨਾਲ ਹਜ਼ਰਤ ਮਿਰਜ਼ਾ ਸਾਹਿਬ ਜਾਂ ਉਹਨਾਂ ਦੀ ਜਮਾਤ ਦੀ ਜਿੱਤ ਜਾਂ ਤਲਕ ਦਾ ਜਿੱਤ ਜਾਂ ਹਾਰ ਦਾ ਕੋਈ ਤਲਕ ਨਹੀਂ ਹੈਗਾ। ਇਸ ਵਾਸਤੇ ਮੈਂ ਬਾਰ-ਬਾਰ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਨਾ ਹੈ ਕਿ ਇਹ ਤੁਸੀਂ ਹਜ਼ਰਤ ਮਿਰਜ਼ਾ ਸਾਹਿਬ ਦੇ ਦੁਸ਼ਮਣਾਂ ਦੇ ਨਾਲ ਇਤਿਹਾਦ ਕਰਨਾ ਬੰਦ ਕਰ ਦਿਓ ਤੇ ਤੁਸੀਂ ਹਜ਼ਰਤ ਮਿਰਜ਼ਾ ਸਾਹਿਬ ਦੀ ਜਮਾਤ ਵਿੱਚ ਸ਼ਾਮਲ ਹੋ ਜਾਓ। ਔਰ ਇਹ ਜੁੰਬਾ ਸਾਹਿਬ ਦੀ ਜਿਹੜੀ ਪਾਰਟੀ ਜਿਹੜੀ ਨਾ, ਇਹ ਨਾ ਉਧਰ ਦੀ ਤੁਹਾਨੂੰ ਰਹਿਣ ਦੇਗੀ ਨਾ ਇੱਧਰ ਦੀ ਰਹਿਣ ਦੇਗੀ। ਤੇ ਇਹੀ ਦਰਖਾਸਤ ਹੈ ਬਸ। ਅਸਲ ਗੱਲ ਹੈ ਕਿ ਜਿਹੜੇ ਮੈਂ ਤੁਹਾਨੂੰ ਦਲਾਇਲ ਦਿੱਤੇ ਨੇ ਉਹਦੇ ਤੁਸੀਂ ਇੱਕ ਵੀ ਟੱਚ ਨਹੀਂ ਕੀਤਾ। ਉਹ ਜ਼ਾਹਿਰ ਹੈ ਕਿ ਤੁਹਾਡੇ ਕੋਲ ਕੋਈ ਦਲੀਲ ਹੈ ਨਹੀਂ। ਐਸੀ ਵਜ੍ਹਾ ਨਾਲ ਨਾ ਤੁਸੀਂ ਮੈਨੂੰ ਤਾਨੇ ਦੇ ਰਹੇ ਹੋ ਉਹਨਾਂ ਔਰਤਾਂ ਵੱਲੋਂ ਜਿਨ੍ਹਾਂ ਦੀ ਕੋਈ ਮਤਲਬ ਗੁੱਤ ਖਿੱਚੀ ਜਾਂਦੀ ਹੈ, ਔਰ ਜਿਵੇਂ ਤਾਨਾ ਦਿੰਦੀਆਂ ਤੁਸੀਂ ਉਵੇਂ ਤਾਨਾ ਦਿੱਤੇ। ਮੈਂ ਤੁਹਾਨੂੰ ਮਿਸਾਲਾਂ ਦਿੱਤੀਆਂ ਨੇ। ਤੁਹਾਡਾ ਮੁਰੱਬੀ ਜਿਹੜਾ ਆਫੀਸ਼ੀਅਲ ਮੁਰੱਬੀ ਅੰਸਰ ਰਜ਼ਾ, ਉਹ ਕਹਿੰਦੇ ਨੇ ਅੱਧੇ ਘੰਟੇ ਦਾ ਮੈਨੂੰ ਮੁਤਾਹ ਕਰਵਾ ਦੇ ਕੋਈ ਤੇ ਮੈਂ ਮਿਰਜ਼ਾਈਏ ਤੇ ਲਾਨਤ ਭੇਜ ਦਿਆਂਗਾ। ਇਹਦਾ ਜਵਾਬ ਤੁਸੀਂ ਦਿੱਤਾ। ਫਿਰ ਮੈਂ ਤੁਹਾਨੂੰ ਦਲੀਲ ਪੇਸ਼ ਕੀਤੀ ਸੀ ਕਿ ਤੁਹਾਡੇ ਖਲੀਫਾ ਜੀ 22 ਸਾਲ ਤੋਂ ਜ਼ਿਆਦਾ ਇਸ ਵੇਲੇ ਉਹਨਾਂ ਨੂੰ ਹੋ ਗਿਆ ਹੈ। ਅੱਜ ਤੱਕ ਤੁਹਾਡੇ ਖਲੀਫਾ ਜੀ ਕਦੀ ਬਾਹਰ ਨਿਕਲੇ ਨੇ? ਉਹ ਇਦਰੀਸ ਸਾਹਿਬ ਚੁੱਪ ਕਰੋ, ਮੇਰੀ ਗੱਲ ਉਹਨਾਂ ਨੂੰ। ਮੇਰੀ ਆਵਾਜ਼ ਆ ਰਹੀ ਹੈ? ਅੱਜ ਤੱਕ ਤੁਹਾਡਾ ਖਲੀਫਾ ਜੀ ਆਪਣੇ ਸਫ਼ਰ ਵਿੱਚ ਮੇਰੀ ਗੱਲ ਸੁਣ ਲਓ ਇੱਕ ਮਿੰਟ। ਕਦੀ 22 ਸਾਲ ਹੋ ਗਏ ਨੇ ਇੱਥੇ। ਔਰ ਤੁਹਾਨੂੰ ਯੂਰਪ ਦੇ ਵਿੱਚ ਕੀ ਤੁਹਾਨੂੰ ਤਕਲੀਫ ਹੈ? ਕਿਹਨੇ ਤੁਹਾਨੂੰ ਰੋਕਿਆ ਕਿ ਤੁਸੀਂ ਆਪਣੀ ਤਬਲੀਗ ਨਾ ਕਰੋ? ਕਿਹੜੇ ਤੁਸੀਂ ਚੰਨ ਚੜਾਏ ਨੇ? ਤੁਹਾਡੇ ਘਰ ਦੇ ਅੰਦਰੋਂ ਗਵਾਹੀਆਂ ਆ ਰਹੀਆਂ ਕਿ ਤੁਸੀਂ ਘਰ ਤੁਹਾਡੇ ਵਿੱਚ ਬਦਕਾਰੀਆਂ ਹੋ ਰਹੀਆਂ ਨੇ। ਤੁਸੀਂ ਉਹਦੇ ਮੁਤਲਕ ਕੀ ਕੀਤਾ ਹੈ? ਕਿਸੇ ਨੂੰ ਤੁਸੀਂ ਫੜਿਆ? ਕਿਸੇ ਨੂੰ ਤੁਸੀਂ ਜਮਾਤ ਚੋਂ ਕੱਢਿਆ? ਤੁਹਾਡਾ ਆਪਣਾ ਖਲੀਫਾ ਜਿਹੜਾ ਹੈ ਨਾ, ਅੱਜ ਤੱਕ ਕਿਸੇ ਨਾਲ ਗੱਲ ਨਹੀਂ ਕਰ ਸਕਿਆ। ਕਿਤਨੇ ਲੋਕ ਹੀ ਉਹਨਾਂ ਨੂੰ ਚੈਲੰਜ ਕੀਤੇ ਨੇ। ਜੰਬਾ ਸਾਹਿਬ ਜਿਹਨੂੰ ਟਾਂਗਾ ਪਾਰਟੀ ਕਹਿ ਰਹੇ ਹੋ, ਜੰਬਾ ਸਾਹਿਬ ਤੇ ਹਰ ਵਕਤ ਲਲਕਾਰ ਰਿਹਾ ਤੁਹਾਡੇ ਖਲੀਫਾ ਨੂੰ। ਤੁਹਾਡਾ ਖਲੀਫਾ ਅੱਜ ਕੱਲ੍ਹ ਕਦੀ ਨਿਕਲਿਆ ਅੱਜ ਤੱਕ? 2018 ਦੇ ਵਿੱਚ ਤੁਹਾਡੇ ਖਲੀਫਾ ਦੇ ਘਰ ਰਜਿਸਟਰਡ ਡਾਕ ਨਾਲ ਮੋਬਾਈਲਾਂ ਦਾ ਚੈਲੰਜ ਭੇਜਿਆ ਕਿ ਜੇ ਖਲੀਫਾ ਜੀ ਜੇ ਤੁਸੀਂ ਕਹਿੰਦੇ ਨਾ ਤੁਹਾਨੂੰ ਖੁਦਾ ਨੇ ਬਣਾਇਆ ਤੇ ਮੈਨੂੰ ਖੁਦਾ ਨੇ ਬਣਾਇਆ, ਤੇ ਜੇ ਤੁਹਾਡੀ ਕਮਰ ਦੇ ਵਿੱਚ ਕੋਈ ਤਾਕਤ ਹੈ ਨਾ ਤੇ ਬਾਹਰ ਨਿਕਲੋ ਤੇ ਮੇਰੇ ਨਾਲ ਮੁਕਾਬਲਾ ਕਰੋ, ਮੁਬਾਇਲਾ ਕਰੋ ਮੇਰੇ ਨਾਲ। ਤੇ ਅੱਜ ਤੱਕ 2018 7 ਸਾਲ ਗੁਜ਼ਰ ਗਏ ਨੇ, ਨਾ ਤੁਹਾਡਾ ਖਲੀਫਾ ਬਾਹਰ ਨਿਕਲਿਆ, ਨਾ ਤੁਹਾਡੇ ਖਲੀਫਾ ਦਾ ਕੋਈ ਚੇਲਾ ਬਾਹਰ ਨਿਕਲਿਆ। ਤੁਸੀਂ ਕਿਸ ਗੱਲ ਦੀ ਗੱਲ ਕਰ ਰਹੇ ਹੋ? ਮਿਰਜ਼ਾ ਸਾਹਿਬ ਕਹਿ ਰਹੇ ਨੇ ਮੁਜੱਦਦ ਦੀਨ ਦਾ ਸਿਲਸਿਲਾ क़यामत तक जारी है। ਤੁਹਾਡੇ ਖਲੀਫੇ ਕਹਿੰਦੇ ਨੇ मुजद्दद का जिक्र ना कुरान में है ना हदीस में। और ਤੁਹਾਡਾ मिर्जा ताहिर कह के गया, ਤੁਹਾਡਾ मिर्जा ताहिर कह के गया तुम मर जाओगे, किसी मुजद्दद का मुंह नहीं देखोगे। और तुसी अल्लाह रसूल दे इनकारी है कोई नहीं। हज़रत मोहम्मद सल्लल्लाहु अलैहि वसल्लम ने फरमाया सी मुजद्दद दीन ਦਾ ਸਿਲਸਿਲਾ क़यामत तक जारी है। हर सदी के सर पर अल्लाह ताला एक शख्स ਨੂੰ ਮਬੂਸ ਫਰਮਾਏਗਾ। ਤੇ ਤੁਹਾਡਾ ਖਲੀਫਾ ਕੀ ਹੈ? ਇੱਕ ਮਿਰਜ਼ਾ ਮਰਦਾ ਦੂਸਰੀ ਜਗ੍ਹਾ ਉਹਦਾ ਮਿਰਜ਼ਾ ਆ ਜਾਂਦਾ ਹੈ। ਕਿਹੜਾ ਤੁਹਾਡੇ ਸਦੀ ਦੇ ਸਿਰ ਤੇ ਆਇਆ ਹੈ? ਕੋਈ ਆਇਆ ਤੁਹਾਡਾ ਖਲੀਫਾ? ਔਰ ਕਿਹੜਾ ਖਲੀਫਾ ਆਇਆ ਖੁਦਾ ਦੇ ਵੱਲੋਂ ਇਲਾਮ ਪਾ ਕੇ? ਤੁਹਾਡੀ ਆਪਣੀ ਬਣਾਈ ਹੋਈ ਟਾਂਗਾ ਪਾਰਟੀ ਜਿਹੜੀ ਇੰਤਖਾਬੀ ਕਮੇਟੀ ਹੈ ਉਹ ਪਕੌੜੇ ਸਮੋਸੇ ਖਾ ਕੇ ਉਹ ਖੁਦ ਹੀ ਨਵਾਂ ਖਲੀਫਾ ਬਣਾ ਛੱਡਦੀ ਹੈ। ਤੁਸੀਂ ਕਹਿੰਦੇ ਹੋ ਖੁਦਾ ਨੇ ਖਲੀਫਾ ਬਣਾ ਦਿੱਤਾ। ਸੁਣੋ ਮਿਰਜ਼ਾ ਸਾਹਿਬ ਕੀ ਕਹਿ ਰਹੇ ਨੇ, ਜਿਹੜੀ ਤਾਲੀਮ ਤੁਸੀਂ ਛੱਡ ਚੁੱਕੇ ਹੋ ਨਾ, ਉਹ ਦੇਖੋ ਮਿਰਜ਼ਾ ਸਾਹਿਬ ਕੀ ਕਹਿ ਰਹੇ ਨੇ। ਉਹ ਜਰੀਸ ਚੁੱਪ ਕਰ ਜਾਏ, ਚੁੱਪ ਕਰ ਜਾ, ਗੱਲ ਕਰ ਰਿਹਾ ਉਹਦੇ ਨਾਲ, ਅਕਲ ਦੇ ਅੰਨੇ ਗੱਲ ਕਰ, ਚੁੱਪ ਕਰ ਜਾ, ਗੱਲ ਸੁਣ ਚੁੱਪ ਕਰਕੇ ਮੇਰਾ ਵੀ 1 ਮਿੰਟ। मिर्जा साहब कहते ने एक मिनट गल सुन ले, सूरह कदर में इस तरफ इशारा फरमाया है कि अल्लाह ताला ने इस उम्मत के लोगों से वादा फरमाया है कि वो उन्हें कभी जाया नहीं करेगा। और जब वो अंधेरों में गिर जाएंगे उन पर लैलतुल कदर का जमाना आएगा और रूह जमीन पर नाज़िल होगा। यानी अल्लाह ताला अपने बंदों में से जिस पर चाहेगा उसे उतारेगा और उसे मुजद्दद बनाकर मबूस फरमाएगा और ये सिलसिला क़यामत तक मुनक़ते नहीं होएगा। तो ਤੁਹਾਡੇ खलीफे जड़े ने वो कह रहे ने कि मुजद्दद का जिक्र ना कुरान में ना हदीस में, मुजद्दद की को कोई हैसियत ही नहीं, मुजद्दद तो कभी मामूर ही नहीं रहा। सब तो ज्यादा इहानत मिर्जा साहब दी तुसी मिर्जाइयां ने कीती है
ਔਰ ਮਿਰਜ਼ਾ ਸਾਹਿਬ ਦਾ ਇਲਹਾਮ ਸੀ, ਇੰਨੀ ਮੋਹੀਨ ਮਨ ਇਰਾਦਾ ਇਹਾਨਤ ਕਾ, ਤੇ ਜਿਹੜਾ ਤੇਰੀ ਇਹਾਨਤ ਕਰੇਗਾ ਸਭ ਤੋਂ ਜ਼ਿਆਦਾ ਅੱਲਾਹ ਤਾਲਾ ਉਹਦੀ ਇਹਾਨਤ ਕਰੇਗਾ। ਇਸ ਵੇਲੇ ਮਿਰਜ਼ਾਈਅਤੀ ਜਗ੍ਹਾ ਜਗ੍ਹਾ ਇਹਾਨਤ ਹੋ ਰਹੀ ਹੈ, ਹਰ ਰੋਜ਼, ਸਿਰਫ ਅੱਜ ਦੀ ਗੱਲ ਨਹੀਂ, ਹਰ ਰੋਜ਼ ਤੁਹਾਡੀ ਇਹਾਨਤ ਹੋ ਰਹੀ ਹੈ। ਔਰ ਦੱਸਿਆ ਨਜ਼ਰ ਆ ਰਿਹਾ ਹੈ ਕਿ ਤੁਹਾਡਾ ਖਲੀਫਾ ਵੀ ਮੈਦਾਨ ਚੋਂ ਭੱਜਣ ਵਾਲਾ ਹੈ, ਤੇ ਤੁਸੀਂ ਸਾਰੇ ਦੇ ਸਾਰੇ ਉਹਦੇ ਪੈਰੋਕਾਰ, ਤੁਸੀਂ ਵੀ ਮੈਦਾਨ ਚੋਂ ਭੱਜਣ ਵਾਲੇ ਹੋ। ਗੱਲਾਂ ਤੁਸੀਂ ਡੀਂਗਾ ਬੜੀਆਂ ਬੜੀਆਂ ਮਾਰ ਦਿਓ, ਲੇਕਿਨ ਤੁਹਾਡੇ ਕੋਲੇ ਕੁਝ ਨਹੀਂ ਸਿਵਾਏ ਦਜਲਿਆ ਤੇ ਔਰ ਕੁਝ ਨਹੀਂ। ਤੁਸੀਂ ਅੱਲਾਹ ਦੇ ਵੀ ਮੁਨਕਰ ਹੋ, ਅੱਲਾਹ ਦੇ ਰਸੂਲ ਦੇ ਵੀ ਮੁਨਕਰ ਹੋ, ਔਰ ਮਿਰਜ਼ਾ ਸਾਹਿਬ ਦੇ ਵੀ ਮੁਨਕਰ ਹੋ। ਐਸੀ ਵਜ੍ਹਾ ਨਾਲ ਤੁਹਾਡੇ ਤੇ ਲਾਨਤ ਪੈ ਰਹੀ ਹੈ ਇਸ ਵੇਲੇ ਸਾਰੀ ਦੁਨੀਆ ਦੇ ਵਿੱਚ। ਦੇ ਨਾ ਹੁਣ ਚੁੱਪ ਵੀ ਕਰ ਜਾ, ਹੁਣ ਸੁਣ ਲੈ ਮੇਰੀ ਗੱਲ, ਸੁਣ ਲੈ। ਮੁਰੱਬੀ ਸਾਹਿਬ ਨੇ ਓਏ ਕਿਹਾ ਅਕਲ ਦੇ ਅੰਨੇ, ਤੈਨੂੰ ਤਕਲੀਫ ਕੀ ਸੀ? ਮੇਰੀ ਪੂਰੀ ਗੱਲ ਨਹੀਂ ਸੀ ਤੂੰ ਸੁਣ ਸਕਦਾ? ਬਥੇਰੀ ਸੁਣ ਲਈ, ਪੂਰੀ ਗੱਲ ਨਹੀਂ ਸੀ ਤੂੰ ਸੁਣ ਸਕਦਾ? ਤੈਨੂੰ ਛੇਤੀ ਕੀ ਸੀ? ਮੈਂ ਗੱਲ ਤੇ ਦੂਸਰੇ ਬੰਦੇ ਨਾਲ ਕਰ ਰਿਹਾ, ਤੂੰ ਐਵੇਂ ਵਿੱਚ ਪੰਗਾ ਲੈ ਰਿਹਾ। ਆਪਣੇ ਖਲੀਫਾ ਨੂੰ ਮਰਦਾਨਗੀ ਦੇ ਟੀਕੇ ਲਾ ਜਾ ਕੇ ਪਹਿਲੇ। ਤੂੰ ਹੁਣ ਗੱਲ ਤਾਂ ਸੁਣ ਲੈ, ਸੁਣ ਲੈ। ਤੂੰ ਹੁਣ ਗੱਲ ਤਾਂ ਸੁਣ ਲੈ, ਮੇਰੀ ਗੱਲ ਸੁਣ ਨੂੰ ਤੈਨੂੰ ਕੀੜਾ ਲੜਦਾ ਸੀ? ਉਹ ਮੁਰੱਬੀ ਸਾਹਿਬ ਅਦਰੀਸ ਸਾਹਿਬ ਦੋ ਬੰਦੇ ਗੱਲ ਪੇ ਕਰਦੇ ਨੇ ਤੇ ਤੁਹਾਨੂੰ ਕਿਹੜੀ ਸੋੜ ਪੈਣ ਲੱਗੀ ਹੈ? ਮੁਰੱਬੀ ਸਾਹਿਬ ਨੇ ਕਿਹਾ ਕਿ ਘੁੱਟ ਭਰ ਲਓ, ਮੇਰੀ ਗੱਲ ਸੁਣੋ। ਗਲਾਸ ਪਾਣੀ ਦਾ ਕੋਲੇ ਗਲਾਸ ਪਾਣੀ ਦਾ ਰੱਖੋ ਕਰਕੇ ਸੁਣੀਏ ਗੱਲ, ਤੁਹਾਨੂੰ ਮੈਨੂੰ ਗੱਲ ਹੀ ਨਹੀਂ ਕਰਨ ਦੇ ਰਹੇ। ਅਜੀਬ ਲੋਕ ਸਾਹਿਬ ਨੂੰ ਤੇ ਉਹਨਾਂ ਨੂੰ ਸਿੱਧੂ ਸਾਹਿਬ ਨੂੰ ਗੱਲ ਕਰਨ ਦਿਓ, ਤੇ ਅਦਰੀਸ ਸਾਹਿਬ ਤੁਸੀਂ ਪਾਣੀ ਦਾ ਘੁੱਟ ਭਰੋ, ਕੋਲੇ ਗਲਾਸ ਰੱਖੋ ਪਾਣੀ ਵਾਲਾ। ਬਣਾਓ ਕਿ ਬਰਾੜ ਦੇ ਉੱਤੇ ਆਂਦੇ ਬੋਲਣਾ। ਸਿੱਧੂ ਸਾਹਿਬ ਅੱਛੀ ਗੱਲ ਕਰ ਰਹੇ ਨੇ, ਸਿੱਧੂ ਸਾਹਿਬ ਨੂੰ ਮੌਕਾ ਦਿਓ। ਹਾਂਜੀ, ਬਰਾੜ ਦੇ ਉੱਤੇ ਚੜ੍ਹਦੇ ਤੁਸੀਂ ਬੋਲਣਾ ਸ਼ੁਰੂ ਕਰ ਦਿੰਦੇ ਹੋ ਜੀ ਸਾਹਿਬ। ਨਹੀਂ ਸਵਾਲ ਇਹ ਨਹੀਂ, ਥੋੜਾ ਜਿਹਾ ਮੌਕਾ ਦਰਮਿਆਨ ਦੋ ਬੰਦਿਆਂ ਦੇ ਦਰਮਿਆਨ ਗੁਫ਼ਤਗੂ ਜਾਰੀ ਹੈ ਤੇ ਤੁਸੀਂ ਆ ਕੇ ਵਿੱਚ ਬੋਲਣਾ ਸ਼ੁਰੂ ਕਰਤਾ। ਮੁਨਾਸਿਬ ਤਰੀਕਾ ਨਹੀਂ ਹੈ। ਬਰਾੜ ਠੀਕ ਠਾਕ ਦੀ ਹੈ, ਬਰਾੜ ਕਿਸੇ ਦੀ ਵੀ ਨਹੀਂ ਹੈ। ਮੈਨੂੰ ਨਹੀਂ ਪਤਾ ਵੀ ਦੋ ਬੰਦਿਆਂ ਦੇ, ਮੈਨੂੰ ਨਹੀਂ ਪਤਾ ਵੀ ਦੋ ਬੰਦਿਆਂ ਦੀ ਹੈ ਜਾਂ ਉਹਨਾਂ ਦੀ ਨਹੀਂ ਪਤਾ। ਬਰਾੜ ਸਾਰਿਆਂ ਦੀ ਹੁੰਦੀ ਹੈ। ਮਹਿਫਲ ਦੇ ਆਦਾਬ ਵੀ ਤੇ ਸਿੱਖੋ ਨਾ, ਮਹਿਫਲ ਦੇ ਆਦਾਬ ਵੀ ਤੇ ਸਿੱਖੋ ਨਾ ਅਜੀ ਸਾਹਿਬ। ਗੱਲ ਇਹ ਹੈ ਇਹ ਤਾਂ ਘਰੋਂ ਸਿੱਖਿਆ। ਨਹੀਂ, ਮਹਿਫਲ ਦੇ ਆਦਾਬ ਤੇ ਮਹਿਫਲ ਹੋਵੇ ਤੇ ਤਾਂ ਇਹਨੇ ਮਹਿਫਲ ਤੇ ਨਹੀਂ ਹੈ ਤੇ ਇੱਕ ਬਰਾੜ ਜਿਹਦੇ ਸਾਰੇ ਹਿੱਸਾ ਲੈਂਦੇ ਨੇ। ਇਹ ਵੀ ਬੋਲ ਪੈਂਦੇ ਨੇ, ਬੰਦਾ ਦੇਖਿਆ ਬੜੀ ਦਫਾ ਵੀ ਬੋਲ ਪੈਂਦੇ ਨੇ ਵਿੱਚ। ਇਹ ਬਰਾੜ ਬਿਜਲੀ ਦੀ ਹੈ, ਇੱਥੇ ਕਿਸੇ اخلاق ਤੇ ਨਹੀਂ ਨਾ ਸਿਖਾਣਾ, ਉਹ ਤੇ ਘਰੋਂ। ਅੱਛਾ ਹੁਣ ਮੈਨੂੰ ਥੋੜਾ ਅਦਰੀਸ ਸਾਹਿਬ ਨੂੰ ਮੌਕਾ ਦੀ ਗੱਲ ਕਰ ਲੈਣ ਦਿਓ। ਮੈਨੂੰ ਲੱਗਦਾ ਅਦਰੀਸ ਸਾਹਿਬ ਕੋਲ ਕਰਨ ਦੀ ਇਜਾਜ਼ਤ ਨਹੀਂ ਹੈ। ਇਹਨਾਂ ਕੋਲ ਜ਼ਿਆਦਾ ਕੋਈ ਅੱਛੀ ਦੀ ਇਹਨਾਂ ਕੋਲ ਚਲੋ ਠੀਕ ਹੈ, ਇਹਨਾਂ ਕੋਲ ਜੇ ਇਜਾਜ਼ਤ ਨਹੀਂ ਦਿਆ ਮੈਂ ਚੁੱਪ ਕਰ ਲਓ। ਇੱਕ ਮਿੰਟ ਸਬਰ ਕਰ ਲਓ, ਇੱਕ ਮਿੰਟ ਨਹੀਂ ਮੈਂ ਚੁੱਪ ਕਰ ਜਾਣਾ। ਚਲੋ ਜੀ ਸਿੱਧੂ ਸਾਹਿਬ ਕਰ ਲਓ ਗੱਲ। ਹਾਂਜੀ, ਉਹ ਤੁਸੀਂ ਇਹ ਆਦਤ ਪਾਓ ਕਿ ਜਦੋਂ ਦੋ ਬੰਦੇ ਗੁਫ਼ਤਗੂ ਕਰਦੇ ਹੋਣ ਤੇ ਵਿੱਚ ਦਖਲ ਨਾ ਦਿਆ ਕਰੋ। ਇਹ ਆਦਤ ਪਾ ਲਓ ਬਸ। ਇਹ ਕਿੱਥੋਂ ਪਾ? ਤੇ ਅਸੀਂ ਦੂਸਰੇ ਜਦੋਂ ਦੋ ਬੰਦੇ ਗੱਲ ਕਰਦੇ ਹਾਂ ਅਸੀਂ ਚੁੱਪ ਕਰਕੇ ਬੈਠੇ ਰਹਿੰਦੇ ਹਾਂ, ਲੇਕਿਨ ਤੁਸੀਂ ਜੋ ਉੱਤੇ ਦਾਖਲ ਹੁੰਦੇ ਤੇ ਉਹਨੇ ਸ਼ੁਰੂ ਕਰ ਦਿੰਦੇ ਆਪਣਾ ਲਾਊਡ ਸਪੀਕਰ ਖੋਲ ਕੇ। ਇਹ ਗੱਲ ਠੀਕ ਹੈ, ਸਿੱਧੂ ਸਾਹਿਬ ਖਾਮੋਸ਼ੀ ਨਾਲ ਬੈਠੇ ਰਹੇ ਨੇ ਦੇਰ ਤੱਕ, ਕਦੇ ਨਹੀਂ ਬੋਲੇ। ਬਿਲਕੁਲ ਇਸ ਤਰ੍ਹਾਂ ਹੀ सब हो सकता है अदरीस साहब को कुछ ज्यादा अच्छा पॉइंट वो कहाँ देना चाह रहे हैं। ਨਹੀਂ, ਉਹ ਅਦਰੀਸ ਸਾਹਿਬ ਸੰਭਾਲ ਕੇ ਰੱਖਣ, ਪੁਆਇੰਟ ਲਿਖ ਲੈਣ ਕਾਗਜ਼ ਉੱਤੇ। ਹਾਂ ਠੀਕ ਹੈ, ਸਾਡੀ ਗੱਲ ਗੁਫ਼ਤਗੂ ਖਤਮ ਹੋ ਜਾਏਗੀ, ਫਿਰ ਬੇਸ਼ੱਕ ਪੇਸ਼ ਕਰ ਦੇਣ, ਕੋਈ ਅਰਜ਼ ਨਹੀਂ। ਅਸੀਂ ਸਾਰੇ ਮਿਲ ਕੇ ਸੁਣਾਂਗੇ ਉਹਨਾਂ ਦੀ ਗੱਲ। ਅੱਛਾ ਤਾਰਿਕ ਚੌਹਾਨ ਸਾਹਿਬ, ਤੁਸੀਂ ਸਿਰਫ ਕੋਸਿਆ ਜਮਾਤ ਅਹਿਮਦੀਆ ਨੂੰ, ਔਰ ਕੋਸਣੇ ਦਿੱਤੇ ਨੇ ਔਰ ਤਾਨੇ ਮਾਰੇ ਨੇ ਔਰ ਇਧਰ ਉਧਰ ਦੀ ਗੱਲਾਂ ਕੀਤੀਆਂ, ਔਰ ਔਰਤਾਂ ਵਾਲੇ ਤਾਨੇ ਜਿਸ ਤਰ੍ਹਾਂ ਦਾ ਮੈਨੂੰ ਤੁਸੀਂ ਇਲਜ਼ਾਮ ਦਿੱਤਾ ਸੀ, ਇਸ ਤਰ੍ਹਾਂ ਹੀ ਤੁਸੀਂ ਜਮਾਤ ਦੇ ਬਾਰੇ ਕੀਤੀਆਂ ਗੱਲਾਂ। ਰਸੂਲਾਂ ਔਰ ਪਾਕ ਨਬੀਆਂ ਔਰ ਉਹਨਾਂ ਦੀ ਜਮਾਤਾਂ ਦੇ ਬਾਰੇ ਚ ਕੁਫਾਰ ਜਿਹੜੇ ਨੇ ਉਹ ਦਿਨ ਰਾਤ ਬਦਕਲਾਮੀ ਕਰਦੇ ਨੇ, ਬੁਰੇ ਅਲਫਾਜ਼ ਇਸਤੇਮਾਲ ਕਰਦੇ ਨੇ ਔਰ ਉਹਨਾਂ ਨੂੰ ਤਕਾਲੀਫ ਪਹੁੰਚਾਉਂਦੇ ਨੇ। ਇਹ ਕੁਰਾਨ ਤੋਂ ਸਾਨੂੰ ਇਹਨਾਂ ਗੱਲਾਂ ਦਾ ਇਲਮ ਹੁੰਦਾ ਹੈ ਔਰ ਤਾਰੀਖ ਵੀ ਇਹ ਗੱਲਾਂ ਜ਼ਾਹਿਰ ਕਰਦੀ ਹੈ। ਇਸ ਵਾਸਤੇ ਜਮਾਤ ਦੇ ਬਾਰੇ ਚ ਬਕਵਾਸ ਜਿਹੜੀ ਕੀਤੀ ਜਾਂਦੀ ਹੈ ਉਹਨੂੰ ਤੁਸੀਂ ਦਲੀਲ ਨਹੀਂ ਬਣਾ ਕੇ ਪੇਸ਼ ਕਰ ਸਕਦੇ। ਮੈਂ ਤੁਹਾਡੇ ਖਿਦਮਤ ਚ ਅਰਜ਼ ਇਹ ਕਰਨ ਡਿਆ ਤੇ ਤੁਸੀਂ ਬਾਰ-ਬਾਰ ਸਾਨੂੰ ਮੁਖਤਲਿਫ ਹਵਾਲੇ ਦੇਣ ਦੀ ਕੋਸ਼ਿਸ਼ ਕਰਦੇ ਜੋ, ਔਰ ਜਮਾਤ ਦੇ ਖਿਲਾਫ ਲੋਕਾਂ ਦੀ ਜਿਹੜੀ ਬਦਕਲਾਮੀ ਹੈ ਉਹ ਉਹਨੂੰ ਦਲੀਲ ਬਣਾਉਣ ਦੀ ਕੋਸ਼ਿਸ਼ ਕਰਨ ਦੇ ਜੋ, ਜਿਹੜੀ ਕਿ ਤੁਹਾਡੀ ਗਲਤੀ ਮੈਂ ਸਮਝਦਾ। ਤੇ ਦੂਸਰੀ ਗੱਲ ਹੈ ਕਿ ਤੁਸੀਂ ਅਜੇ ਤੱਕ ਇਹ ਨਹੀਂ ਦੱਸ ਸਕੇ ਕਿ ਤੁਹਾਡਾ ਅਸਲ ਮਸਲਾ ਕੀ ਹੈ। ਤੁਹਾਡੇ ਨਾਲ ਖੁਦਾ ਦੀ ਕਿਹੜੀ ਤਾਈਦ ਹੈ ਇਸ ਵੇਲੇ, ਖੁਦਾ ਦੀ ਜਿਹੜੀ ਤੁਹਾਨੂੰ ਹੱਕ ਤੇ ਜ਼ਾਹਿਰ ਕਰਦੀ ਹੈ, ਉਹ ਤੁਸੀਂ ਅਜੇ ਤੱਕ ਦਲੀਲ ਪੇਸ਼ ਨਹੀਂ ਕੀਤੀ। ਔਰ ਖੁਦਾ ਦੀ ਜਿਹੜੀ ਤਾਈਦ ਦੀ ਦਲੀਲ ਹੈ ਜਾਂ ਕੋਈ ਰੋਜ਼ੇ ਰੋਸ਼ਨ ਦੀ ਤਰ੍ਹਾਂ ਕੋਈ ਵਾਜ਼ੇ ਕੋਈ ਨਿਸ਼ਾਨ ਨਹੀਂ ਐਸਾ ਜ਼ਾਹਿਰ ਕੀਤਾ। ਤੁਸੀਂ ਪਿਛਲੇ 30-40 ਸਾਲ ਤੋਂ ਜੁੰਬਾ ਸਾਹਿਬ ਦੀ ਜਮਾਤ ਦੇ ਵਿੱਚ ਸ਼ਾਮਲ ਜੋ, ਤੇ ਖਿਲਾਫਤ ਅਹਿਮਦੀਆ ਨੂੰ ਤੁਸੀਂ ਬੜਾ ਕਹਿਣ ਦੇ ਜੋ ਦਿਨ ਰਾਤ। ਤੁਹਾਡਾ ਇਹੀ ਮਿਸ਼ਨ ਹੈ ਔਰ ਤੁਸੀਂ ਉਸ ਮਿਸ਼ਨ ਦੇ ਵਿੱਚ ਮੁਨਕਰੀਨ ਜਮਾਤ ਅਹਿਮਦੀਆ ਦੇ ਨਾਲ ਇਤਿਹਾਦ ਕਰਕੇ ਬੈਠੇ ਹੋ ਜੋ। ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਤੁਹਾਨੂੰ ਕੀ ਫਾਇਦਾ ਹੋਇਆ ਇਹਦੇ ਨਤੀਜੇ 'ਚ। ਤੇ ਦੂਸਰੀ ਗੱਲ ਹੈ ਕਿ ਤੁਸੀਂ ਬਾਰ-ਬਾਰ ਸਾਨੂੰ ਇਹ ਦੱਸਦੇ ਜੋ ਕਿ ਫਲਾਣੇ ਦੇ ਨਾਲ ਮੁਨਾਜ਼ਰੇ ਦੇ ਵਿੱਚ ਫਲਾਣਾ ਨਾਕਾਮ ਹੋ ਗਿਆ। ਉਹ ਫਲਾਣੇ ਦੀ ਨਾਕਾਮੀ ਦਾ ਹਜ਼ਰਤ ਮਿਰਜ਼ਾ ਸਾਹਿਬ ਦੀ ਨਾਕਾਮੀ ਜਾਂ ਕਾਮਯਾਬੀ ਦੇ ਨਾਲ ਕੀ ਤਾਲੁਕ ਹੈ ਦੂਰ ਦੂਰ ਤੱਕ।
ਤੇ ਇਹ ਐਸੀ ਬੁਨਿਆਦ ਗੱਲਾਂ ਨੇ ਜਿਹੜੀਆਂ ਹੁਣ ਤੁਸੀਂ ਕਰ ਰਹੇ ਜੋ, ਉਹਨਾਂ ਨੂੰ ਮੈਂ ਸ਼ੋਰ ਤੋਂ ਜ਼ਿਆਦਾ ਅਹਿਮੀਅਤ ਨਹੀਂ ਦਿੰਦਾ, ਤੁਸੀਂ ਸ਼ੋਰ ਪਾ ਰਹੇ ਜੋ। ਮੈਂ ਇੱਥੇ ਅਰਜ਼ ਕਰਨ ਡਿਆ ਹੈ ਕਿ ਅੱਲਾਹ ਤਾਲਾ ਜਦੋਂ ਕਿਸੇ ਨੂੰ ਆਪਣਾ ਮਾਮੂਰ ਬਣਾ ਕੇ ਦੁਨੀਆ 'ਚ ਭੇਜਦਾ ਹੈ, ਉਹ ਮਾਮੂਰ ਆਪਣੇ ਆਪ ਨੂੰ ਉਮਤੀ ਨਬੀ ਕਹਿੰਦਾ ਹੈ, ਜ਼ਿੱਲੀ ਤੌਰ ਤੇ ਬਰੂਜ਼ੀ ਤੌਰ ਤੇ ਨਬੀ ਕਹਿੰਦਾ ਹੈ, ਆਪਣੇ ਆਪ ਨੂੰ ਮਸੀਹ ਮੌਤ ਕਹਿੰਦਾ ਹੈ, ਆਪਣੇ ਆਪ ਨੂੰ ਇਮਾਮ ਮਹਿਦੀ ਕਹਿੰਦਾ ਹੈ, ਆਪਣੇ ਆਪ ਨੂੰ ਮੁਜੱਦਦ ਕਹਿੰਦਾ ਹੈ, ਜੋ ਵੀ ਉਹ ਕਹਿੰਦਾ ਉਹ ਦਰੁਸਤ ਫਰਮਾਉਂਦਾ ਹੈ। ਤੇ ਉਹਦੇ ਜਿਹੜੇ ਮੁਨਕਰੀਨ ਨੇ ਉਹ ਆਪਣਾ ਯਤਨ ਲਗਾਉਂਦੇ ਨੇ, ਏੜੀ ਚੋਟੀ ਦਾ ਜ਼ੋਰ ਲਗਾਉਂਦੇ ਨੇ, ਔਰ ਉਹਨਾਂ ਦੀਆਂ ਨਸਲਾਂ ਦਰ ਨਸਲਾਂ ਨਾਕਾਮੀ ਔਰ ਨਾਮੁਰਾਦੀ ਦਾ ਮੂੰਹ ਦੇਖਦੀਆਂ ਨੇ, ਔਰ ਉਹਨਾਂ ਦੀ ਤਕਲੀਫਾਂ ਦੇ ਵਿੱਚ ਦਿਨ ਰਾਤ ਇਜ਼ਾਫਾ ਹੁੰਦਾ ਹੈ, ਜਿਸ ਤਰ੍ਹਾਂ ਤੁਸੀਂ ਦੇਖਦੇ ਪਏ ਜੋ। ਅਗਰ ਹਜ਼ਰਤ ਮਿਰਜ਼ਾ ਸਾਹਿਬ ਦੀ ਜਮਾਤ ਜਿਹੜੀ ਹੈ ਜਾਂ ਉਹ ਮਿਰਜ਼ਾ ਸਾਹਿਬ ਦਾ ਜਿਹੜਾ ਮਿਸ਼ਨ ਹੈ ਉਹ ਨਾਕਾਮ ਹੋ ਗਿਆ ਹੈ, ਔਰ ਇਹਨਾਂ ਮੁਨਕਰੀਨ ਦੇ ਜ਼ੋਰ ਲਾਉਣ ਦੇ ਬਾਵਜੂਦ ਉਹ ਕਿਸੇ ਕਿਸਮ ਦੀ ਉਹਦੇ 'ਚ ਕੋਈ ਕਮੀ ਆ ਗਈ ਹੈ, ਤੇ ਉਹ ਸਾਨੂੰ ਦਿਖਾ ਦਿਓ। ਤੇ ਜੇ ਉਹ ਨਹੀਂ ਆਈ, ਤੁਸੀਂ ਵੀ ਉਹਨਾਂ ਨਾਲ ਸ਼ਾਮਲ ਹੋ ਗਏ ਜੋ, ਅਮਰ ਨਜ਼ੀਰ ਸਾਹਿਬ ਜੈਸੇ ਗਰੁੱਪਾਂ ਦੇ ਨਾਲ, ਔਰ ਤੁਸੀਂ ਵੀ ਉਹ ਜ਼ੋਰ ਲਾਣ ਦੇ ਜੋ, ਬਲਕਿ ਈਸਾਈਆਂ ਨੂੰ ਵੀ ਤੁਸੀਂ ਸ਼ਾਮਲ ਕਰ ਲੈਂਦੇ ਜੋ। ਤੇ ਮਿਰਜ਼ਾ ਸਾਹਿਬ ਅਲੈਹਿਸ ਸਲਾਮ ਦੀ ਜਿਹੜੀ ਜਮਾਤ ਹੈ ਜਾਂ ਉਹਨਾਂ ਦੇ ਬਾਅਦ ਜਿਹੜੀ ਜਾਰੀ ਖਿਲਾਫਤ ਹੈ, ਉਹਨੂੰ ਕੋਈ ਨੁਕਸਾਨ ਨਹੀਂ ਪਹੁੰਚਾ ਸਕੇ ਸਿਵਾਏ ਗੱਲਾਂ ਬਾਤਾਂ ਦੇ। ਔਰ ਇਹ ਗੱਲਾਂ ਬਾਤਾਂ ਤੇ ਹਜ਼ੂਰ ਸੱਸਮ ਦੇ ਖਿਲਾਫ ਵੀ ਦਿਨ ਰਾਤ ਹੋਈਆਂ ਨੇ, ਔਰ ਖਿਲਾਫਤ ਰਾਸ਼ਿਦਾ ਦੇ ਖਿਲਾਫ ਵੀ ਹੋਈਆਂ ਨੇ। ਇਹ ਜਿਹੜੀ ਗੱਲਾਂ ਬਾਤਾਂ ਨੇ ਇਹ ਕੋਈ ਦਲੀਲ ਨਹੀਂ ਹੁੰਦੀਆਂ, ਇਹ ਗੱਲਾਂ ਬਾਤਾਂ ਮੁਨਕਰੀਨ ਦੀਆਂ ਜਿਹੜੀਆਂ ਨੇ, ਇਹਨੂੰ ਜਸਟ ਇਹਨੂੰ ਅਗਰ ਆਲਾ ਅਲਫਾਜ਼ 'ਚ ਬਿਆਨ ਕੀਤਾ ਜਾਏ ਤੇ ਬਕਵਾਸ ਤੋਂ ਇਲਾਵਾ ਇਹਨਾਂ ਦੀ ਕੋਈ ਹੈਸੀਅਤ ਨਹੀਂ ਹੈ। ਤੇ ਇਸ ਵਾਸਤੇ ਮੈਂ ਤੇ ਇਹਨੂੰ ਦਲੀਲ ਨਹੀਂ ਸਮਝਦਾ ਇਸ ਪੇਸ਼ ਕਰਨ ਦੇ ਜੋ। ਕੋਈ ਫੇਲੀ ਸ਼ਹਾਦਤ ਖੁਦਾ ਦੀ ਦਿਖਾ ਦਿਓ ਮੈਨੂੰ ਕਿ ਤੁਸੀਂ ਟਾਂਗੇ ਤੋਂ ਬਾਹਰ ਨਿਕਲ ਕੇ 1 ਲੱਖ ਤੋਂ ਉੱਤੇ ਟੱਪ ਕੇ ਜੋ, 2 ਲੱਖ ਤੋਂ ਉੱਤੇ ਟੱਪ ਕੇ ਜੋ ਕੋਈ ਜਮਾਤ ਬਣਾਈ ਤੁਸੀਂ, ਔਰ ਤੁਹਾਡੇ ਅੰਦਰ ਕੋਈ ਨਿਜ਼ਾਮ ਕਾਇਮ ਹੋ ਗਿਆ ਹੈ, ਔਰ ਤੁਸੀਂ ਦੁਨੀਆ ਦੇ ਵਿੱਚ ਇਸਲਾਮ ਦੀ ਤਬਲੀਗ ਦੇ ਵਾਸਤੇ ਨਿਕਲ ਖੜੇ ਹੋਏ ਜੋ। ਤੁਸੀਂ ਤਾਂ ਇਹ ਤੱਕ ਆਪਣੇ ਟਾਂਗੇ ਤੋਂ ਬਾਹਰ ਨਹੀਂ ਨਿਕਲ ਪਾਏ, ਤੁਹਾਡੀ ਇਹ ਪੋਜੀਸ਼ਨ ਹੈ। ਤੇ ਫੇਲੀ ਸ਼ਹਾਦਤ ਤੁਹਾਡੇ ਨਾਲ ਨਹੀਂ ਹੈਗੀ, ਫੇਲੀ ਸ਼ਹਾਦਤ ਸਾਡੇ ਨਾਲ ਹੈ, ਜਮਾਤ ਅਹਿਮਦੀਆ ਔਰ ਖਿਲਾਫਤ ਅਹਿਮਦੀਆ ਦੇ ਨਾਲ। ਤੇ ਇਸ ਵਾਸਤੇ ਇੱਕ ਫੇਲੀ ਸ਼ਹਾਦਤ ਹੀ ਕਾਫੀ ਤੁਹਾਡੇ ਵਾਸਤੇ, ਤੁਹਾਡਾ ਮੂੰਹ ਬੰਦ ਕਰਨ ਵਾਸਤੇ। ਬਾਕੀ ਜਿੰਨੀਆਂ ਗੱਲਾਂ ਨੇ ਉਹ ਸਾਰੀਆਂ ਬੇਮਾਨੀ ਨੇ, ਉਹਨਾਂ ਦਾ ਕੋਈ ਮਕਸਦ ਨਹੀਂ ਹੈਗਾ। ਜਮਾਤ ਨੇ ਮਿਰਜ਼ਾ ਸਾਹਿਬ ਜੀ ਦੀ ਤਾਲੀਮਾਤ ਨੂੰ ਭੁਲਾ ਦਿੱਤਾ, ਜਮਾਤ ਨੇ ਇਹ ਕਰ ਦਿੱਤਾ, ਜਮਾਤ ਗਲਤ ਅਕਾਇਦ ਤੇ ਕਾਇਮ ਹੋ ਗਈ, ਜਮਾਤ ਇਹ ਹੋ ਗਈ ਉਹ ਹੋ ਗਈ। ਇਹ ਤੁਹਾਡੇ ਇਲਜ਼ਾਮਾਤ ਨੇ, ਬੇਬੁਨਿਆਦ ਗੱਲਾਂ ਨੇ, ਜਿਨ੍ਹਾਂ ਦਾ ਨਤੀਜਾ ਕੋਈ ਨਹੀਂ ਨਿਕਲਣ ਵਾਲਾ। ਤੁਸੀਂ ਅਗਲੇ 10 ਸਾਲ ਜਾਂ 100 ਸਾਲ ਵੀ ਬਹਿਸਾਂ ਕਰਦੇ ਰਹੋ ਸਾਡੇ ਨਾਲ। ਇਸ ਜਮਾਤ ਦਾ ਜਿਹੜਾ ਨਿਜ਼ਾਮ ਖੁਦਾ ਤਾਲਾ ਦੇ ਫਜ਼ਲ ਨਾਲ ਕਾਇਮ ਹੋਇਆ ਵਾ, ਇਹ ਤੁਹਾਡੀਆਂ ਅੱਖਾਂ ਦੇ ਸਾਹਮਣੇ ਆ, ਔਰ ਇਸੇ ਤਰ੍ਹਾਂ ਹੀ ਵਧਣਾ ਹੈ। ਇਹ 'ਚ ਕਮੀ ਨਹੀਂ ਪੈਦਾ ਹੋਣੀ। ਇਹ ਤਰੱਕੀ ਤੋਂ ਵਾਪਸ ਨਹੀਂ ਜਾਣਾ, ਤਰੱਕੀ ਵਾਲੇ ਪਾਸੇ ਜਾਣਾ ਇਨਸ਼ਾਅੱਲਾ। ਇਹ ਜਿਹੜੀ ਤਰੱਕੀ ਹੈ ਨਾ, ਇਹ ਤੁਹਾਡੇ ਔਰ ਜਮਾਤ ਅਹਿਮਦੀਆ ਦੇ ਹਜ਼ਰਤ ਮਿਰਜ਼ਾ ਸਾਹਿਬ ਦੇ ਮੁਨਕਰੀਨ ਦੇ ਦਿਮਾਗਾਂ ਦੇ ਵਿੱਚ ਛਾਈ ਹੈ। ਇਹ ਜਿਹੜੇ 24 ਘੰਟੇ ਤੁਸੀਂ ਇੱਥੇ ਬਰਾਡਾ ਲਾ ਕੇ ਬੈਠਦੇ ਔਰ ਬੋਲਦੇ ਜੋ ਅਮਰ ਨਜ਼ੀਰ ਸਾਹਿਬ ਦੀ ਪਾਰਟੀ ਨਾਲ ਰਲ ਕੇ, ਤੁਹਾਡਾ ਕੀ ਖਿਆਲ ਹੈ ਕਿ ਇਹ ਬੋਲਣ ਵਾਲੇ ਇਹ ਪਹਿਲੀ ਵਾਰੀ ਪੈਦਾ ਹੋਏ ਨੇ? ਤੁਸੀਂ ਤੁਹਾਡੇ ਆਬਾਓ ਅਜਦਾਦ ਜਿਹੜੇ ਨੇ ਉਹ ਵੀ ਇਹੀ ਕੰਮ ਕਰਦੇ ਰਹੇ ਨੇ, ਉਹਨਾਂ ਦੇ ਆਬਾਓ ਅਜਦਾਦ ਵੀ ਇਹੀ ਕੰਮ ਕਰਦੇ ਰਹੇ ਨੇ। ਕੋਈ ਫਰਕ ਪਿਆ ਹੈ? ਜਿਹੜੇ ਕੰਮ ਨਾਲ ਕੋਈ ਫਰਕ ਨਹੀਂ ਪੈਣਾ। ਤੁਸੀਂ ਤੇ ਉਹਨਾਂ ਦੇ ਹਜ਼ਰਤ ਮਿਰਜ਼ਾ ਸਾਹਿਬ ਦੇ ਮੁਲਾਜ਼ਮ ਜੋ ਸਾਰੇ, ਉਹਨਾਂ ਦਾ ਚਰਚਾ ਦੁਨੀਆ 'ਚ ਕਰਨ ਦੇ ਜੋ, ਉਹਨਾਂ ਦਾ ਪੈਗਾਮ ਦੁਨੀਆ 'ਚ ਫੈਲਾਉਣ ਦੇ ਜੋ, ਚਾਹੇ ਤੁਸੀਂ ਖਿਲਾਫ ਹੀ ਬੋਲਣ ਦੇ ਜੋ, ਲੇਕਿਨ ਦੁਨੀਆ ਨੂੰ ਦੱਸ ਦੇ ਜੋ ਕਿ ਇੱਕ ਆ ਚੁੱਕਿਆ ਹੈ, ਉਹਦੇ ਵੱਲ ਤਵੱਜੋ ਕਰੋ ਤੇ ਤੁਸੀਂ ਜਾਰੀ ਰੱਖੋ, ਤੁਹਾਨੂੰ ਤੇ ਕੋਈ ਮਨਾ ਨਹੀਂ ਕਰਦਾ। ਤੇ ਇਹ ਜਿਹੜੇ ਸਾਰੇ ਜਿਹੜੇ ਲੋਕ ਸ਼ੋਰ ਪਾਉਂਦੇ ਨੇ, ਇਹਨਾਂ ਨੂੰ ਵੀ ਖੁਦਾ ਨੇ, ਚਾਹੇ ਉਹ ਨੈਗੇਟਿਵ ਅੰਦਾਜ਼ ਨਾਲ ਹੀ ਹਜ਼ਰਤ ਮਿਰਜ਼ਾ ਸਾਹਿਬ ਦੇ ਖਿਲਾਫ ਬੋਲਦੇ ਨੇ, ਲੇਕਿਨ ਦੁਨੀਆ ਨੂੰ ਮੁਤਵੱਜੇ ਕਰਨ ਵਾਸਤੇ ਲਾ ਛੜਿਆ ਵਾ। ਦੁਨੀਆ ਮੁਤਵੱਜੇ ਹੁੰਦੀ ਹੈ ਔਰ ਗੌਰ ਕਰਦੀ ਹੈ। ਕੁਝ ਦਿਨ ਦੁਨੀਆ ਇਹਨਾਂ ਦੀ ਗੱਲਾਂ ਸੁਣਦੀ ਹੈ, ਔਰ ਕੁਝ ਦਿਨ ਦੇ ਬਾਅਦ ਦੁਨੀਆ ਹਕੀਕਤ ਵਾਲੇ ਪਾਸੇ ਆ ਜਾਂਦੀ ਹੈ। ਇਹਨਾਂ ਦੇ ਵਿੱਚੋਂ ਜਿਹੜੇ ਆਲਾ ਔਰ ਸਲੀਮ ਫਿਤਰਤ ਲੋਕ ਨੇ, ਉਹ ਹੱਕ ਨੂੰ ਪਾ ਲੈਂਦੇ ਨੇ। ਇਸ ਵਾਸਤੇ ਸਾਨੂੰ ਤੁਹਾਡੇ ਇਸ ਸ਼ੋਰ ਸ਼ਰਾਬੇ ਦੇ ਨਾਲ, ਜਾਂ ਇਸ ਪ੍ਰੋਪੇਗੈਂਡੇ ਦੇ ਨਾਲ, ਜਾਂ ਇਸ ਤੁਹਾਡੀਆਂ ਜਿਹੜੀਆਂ ਫਾਤੇ ਕਾਦੀਆਨ ਜਾਂ ਫਾਤੇ ਰੱਵਾ ਤੁਹਾਡੇ ਦਿਨ ਰਾਤ ਪੈਦਾ ਹੁੰਦੇ ਨੇ, ਉਹਨਾਂ ਨਾਲ ਸਾਨੂੰ ਫਰਕ ਕੋਈ ਨਹੀਂ ਪੈਂਦਾ। ਅਸੀਂ ਤੇ ਖੁਸ਼ ਹੁੰਦੇ ਹਾਂ, ਤੁਸੀਂ ਲੱਗੇ ਰਿਹਾ ਕਰੋ। ਤੁਸੀਂ ਸਾਨੂੰ ਨੁਕਸਾਨ ਨਹੀਂ ਪਹੁੰਚਾ ਰਹੇ, ਸਾਡੇ ਵਾਸਤੇ ਫਾਇਦੇਮੰਦ ਜੋ ਸਾਰੇ ਜਿੰਨੇ ਵੀ ਬਲਾਲ ਹਨੀਫ ਸਾਹਿਬ ਔਰ ਅਮਰ ਹੱਕ ਸਾਹਿਬ ਔਰ ਫਲਾਣੇ ਜਿਹੜੇ ਇੱਥੇ ਲੱਗੇ ਨੇ, ਸਾਨੂੰ ਕੋਈ ਇਹਨਾਂ ਨੂੰ ਨੁਕਸਾਨ ਨਹੀਂ ਪਹੁੰਚਦਾ ਪਿਆ। ਤੇ ਇਸ ਵਾਸਤੇ ਅਸੀਂ ਤੁਹਾਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰਨੇ ਕਿ ਤੁਸੀਂ ਨਾਕਾਮੀ ਦਾ ਮੂੰਹ ਦੇਖਣਾ ਹੈ। ਹਾਂ, ਅਗਰ ਤੁਸੀਂ ਕਾਮਯਾਬੀ ਦਾ ਮੂੰਹ ਦੇਖਣਾ ਹੈ ਤੇ ਉਹਦੀ ਕੋਈ ਦਲੀਲ ਲੈ ਕੇ ਆਓ। ਉਹ ਦਲੀਲ ਤੁਹਾਡੇ ਕੋਲ ਨਹੀਂ ਹੈ ਜੀ। ਜਜ਼ਾਕ ਅੱਲਾਹ।
ਤੁਸੀਂ ਮੇਰੇ ਜਿੰਨੇ ਵੀ ਮੈਂ ਦਲਾਇਲ ਦਿੱਤੇ ਨੇ ਉਹਦੇ ਤੁਸੀਂ ਕੋਈ ਜਵਾਬ ਨਹੀਂ ਦਿੱਤਾ। ਤੁਸੀਂ ਉਹੀ ਗੁੱਤ ਪੁੱਟੀ ਜ਼ਨਾਨੀ ਅੱਗੋਂ ਤੁਸੀਂ ਉਹੀ ਅੱਗੋਂ ਤਾਨੇ ਮਾਰੇ ਨੇ। ਮੈਂ ਤੁਹਾਨੂੰ ਮਿਰਜ਼ਾ ਸਾਹਿਬ ਦੀ ਤਾਲੀਮ ਪੇਸ਼ ਕਰਕੇ ਕਹਿ ਰਿਹਾ ਕਿ ਤੁਹਾਡੇ ਖਲੀਫੇ ਜੋ ਪੇਸ਼ ਕਰ ਰਹੇ ਨੇ ਉਹ ਮਿਰਜ਼ਾ ਸਾਹਿਬ ਦੀ ਤਾਲੀਮ ਦੇ ਖਿਲਾਫ ਹੈ, ਹਜ਼ਰਤ ਮੁਹੰਮਦ ਸੱਲੱਲਾਹੁ ਅਲੈहि ਵਸੱਲਮ ਦੀ ਤਾਲੀਮ ਦੇ ਖਿਲਾਫ ਹੈ, ਕੁਰਾਨ ਮਜੀਦ ਦੀ ਤਾਲੀਮ ਦੇ ਖਿਲਾਫ ਹੈ। ਲੇਕਿਨ ਤੁਸੀਂ ਉਸ ਪਾਸੇ ਆਉਂਦੇ ਨਹੀਂ ਕਿਉਂਕਿ ਮਿਰਜ਼ਾਈ ਜਿਹੜਾ ਹੈ ਉਹ ਕਦੀ ਦਲਾਇਲ ਵੱਲ ਨਹੀਂ ਆਏਗਾ ਕਿਉਂਕਿ ਮਿਰਜ਼ਾ ਸਾਹਿਬ ਦੀ ਤਾਲੀਮ ਛੱਡ ਚੁੱਕਿਆ ਹੈ। ਇਸ ਲਈ ਹਰ ਤੁਹਾਡਾ ਮੁਰੱਬੀ ਕਿਸੇ ਨਾਲ ਗੱਲ ਕਰਨ ਤੋਂ ਪਹਿਲੇ ਕਹਿੰਦਾ ਹੈ ਕਿ ਮਿਰਜ਼ਾ ਸਾਹਿਬ ਕੀ रूहानी खजाइन पर बात नहीं होगी। किस वजह नाल? क्योंकि तुसी उन्होंने डिसओन कर चुके हो। क्योंकि हर शख्स मिर्ज़ा साहब की तालीम नूं पढ़ के देखता है कि तुसी ते उन्हां दे बिल्कुल उलट चल रहे हो। मिर्ज़ा साहब कुछ कह रहे हैं, मिर्ज़ा साहब कह रहे हैं मुजद्दिदीन दा सिलसिला क़यामत तक जारी है। मैं दायमी रूहानी खिलाफत सिलसिला मुजद्दिदीन है, वो खिलाफत इस्लामिया मुहम्मदिया है, मिनहाज नबूवत है, हज़रत मुहम्मद सल्लल्लाहु अलैहि वसल्लम दी खिलाफत है जिहदे 13वें खलीफा मिर्ज़ा साहब ने। तुहाडे खलीफे कहंदे ने मिर्ज़ा साहब सफेद झूठ बोल के गए ने कि उन्हां दी मिनहाज नबूवत है खिलाफत, क्योंकि मिनहाज नबूवत खिलाफत मिर्ज़ा साहब दे मरण दे बाद शुरू हुई ਤੇ ਤੁਸੀਂ ਤੇ ਮਿਰਜ਼ਾ ਸਾਹਿਬ ਨੂੰ ਝੂਠਾ ਕਰਾਰ ਦੇ ਰਹੇ ਹੋ। ਮੈਂ ਤੁਹਾਡੇ ਸਾਹਮਣੇ ਦਲੀਲ ਦਿੱਤੀ ਹੈ ਮਿਰਜ਼ਾ ਸਾਹਿਬ ਦੀ ਪੜ੍ਹ ਕੇ ਸੁਣਾਇਆ ਤੁਹਾਨੂੰ ਉਹਨਾਂ ਦੀ ਤਹਿਰੀਰ ਕਿ ਉਹ ਕਹਿ ਰਹੇ ਨੇ ਕਿ ਮੁਜੱਦਦੀਨ ਦਾ ਸਿਲਸਿਲਾ ਕਿਆਮਤ ਤੱਕ ਜਾਰੀ ਹੈ। ਸੂਰਤੁਲ ਕਦਰ ਦੇ ਵਿੱਚ ਅੱਲਾਹ ਤਾਲਾ ਨੇ ਵਾਅਦਾ ਫਰਮਾਇਆ ਹੈ कि हर 100 साल के बाद मुजद्दद आएगा और यह सिलसिला क़यामत तक जारी रहेगा और रूहुल कुदस पा के खड़ा होएगा। लेकिन तुसी ਇਹਦੇ मुतल्लिक कोई दलील नहीं ਦਿੱਤੀ, ਤੁਸੀਂ बस ਉਹੀ ਤਾਨੇ ਮਾਰੇ ਨੇ ਜਿਹੜੇ ਉਸ ਤੋਂ ਪਹਿਲੇ ਮਾਰੇ ਨੇ। और मैं यही ਤੁਹਾਡਾ सबूत है कि ਤੁਸੀਂ मिर्ज़ा साहब की तालीम कोई पेश कर नहीं सकते क्योंकि मिर्ज़ा साहब की तालीम जिथे पेश करोगे ਤੁਹਾਡੀ ਗੱਦੀ ਹੱਥੋਂ ਚਲੀ ਜਾਏਗੀ ਤੇ ਤੁਹਾਨੂੰ मिर्ज़ा साहब ਨਾਲ ਕੋਈ ਮੁਹੱਬਤ ਨਹੀਂ। ਤੁਸੀਂ ਬਲਕਿ मिर्ज़ा साहब ਦੀ ਨਾਂ ਤੋਂ ਤੁਹਾਨੂੰ ਇੱਕ ਮੁਸੀਬਤ ਪੈ ਜਾਂਦੀ ਹੈ। ਤੁਸੀਂ ਉਹਨਾਂ ਦਾ ਨਾਂ ਲੈਣਾ ਹੀ ਨਹੀਂ ਪਸੰਦ ਕਰਦੇ। ਤੁਸੀਂ ਕਹਿੰਦੇ ਹੋ ਅਸੀਂ ਤੇ ਕੁਰਾਨ ਤੋਂ ਗੱਲ ਕਰਨੀ ਹੈ ਕਿਉਂਕਿ ਕੁਰਾਨ ਦੀ ਆਇਤਾਂ ਨਾਲ ਤੇ ਅਸੀਂ ਜਿਵੇਂ ਚਾਹਾਂਗੇ ਖੇਡਾਂਗੇ, ਪਰ ਮਿਰਜ਼ਾ ਸਾਹਿਬ ਦੀ ਤਾਲੀਮ ਦੀ ਗੱਲ ਸਾਡੇ ਨਾਲ ਨਾ ਕਰੋ ਕਿਉਂਕਿ ਮਿਰਜ਼ਾ ਸਾਹਿਬ ਦੀ ਤਾਲੀਮ ਤੇ ਉਰਦੂ ਦੇ ਵਿੱਚ ਹੈ, ਉਹ ਤੁਹਾਡੇ ਕੋਲ ਖੇਡਣ ਦਾ ਕਿਉਂਕਿ ਮੌਕਾ ਨਹੀਂ ਹੈ। ਇਸ ਵਜ੍ਹਾ ਨਾਲ ਤੁਸੀਂ ਇਹ ਬਹਾਨਾ ਬਣਾਇਆ ਔਰ ਇਸ ਤੋਂ ਵੱਡੀ ਫੇਲੀ ਸ਼ਹਾਦਤ ਕੋਈ ਹੋ ਸਕਦੀ ਹੈ ਕਿ ਇੱਕ ਤਨਜ਼ੀਮ ਜਿਹੜੀ ਮੂੰਹ ਤੋਂ ਕਹਿੰਦੀ ਹੈ ਕਿ ਮਿਰਜ਼ਾ ਸਾਹਿਬ ਹੱਕ ਮੁਅੱਦਲ ਨੇ ਲੇਕਿਨ ਅਮਲੀ ਤੌਰ ਤੇ ਉਹਨਾਂ ਦੀ ਤਾਲੀਮ ਛੱਡ ਚੁੱਕੀ ਹੈ। ਤੁਹਾਡੇ ਆਪਣੇ ਜਿਹੜੇ ਖਲੀਫੇ ਨੇ ਉਹ ਮਿਰਜ਼ਾ ਸਾਹਿਬ ਦੀ ਤਾਲੀਮ ਦਾ ਇਨਕਾਰ ਕਰ ਰਹੇ ਨੇ। ਉਹ ਕਹਿ ਰਹੇ ਨੇ ਮੁਜੱਦਦ ਦਾ ਜ਼ਿਕਰ ਤੇ ਨਾ ਕੁਰਾਨ ਚ ਨਾ ਹਦੀਸ ਹੈ। ਇਹ ਮਿਰਜ਼ਾ ਸਾਹਿਬ ਝੂਠ ਖੇਡਦੇ ਰਹੇ। ਮਰਨ ਤੋਂ 20 ਘੰਟੇ ਪਹਿਲੇ ਵੀ ਮੁਜੱਦਦ ਦੀ ਰੱਟ ਲਾ ਕੇ ਗਏ ਮਿਰਜ਼ਾ ਸਾਹਿਬ। ਲੇਕਿਨ ਤੁਸੀਂ ਕਹਿੰਦੇ ਹੋ ਮਿਰਜ਼ਾ ਸਾਹਿਬ ਦਾ ਕੋਈ ਦਿਮਾਗ ਠੀਕ ਨਹੀਂ ਸੀ, ਮੁਜੱਦਦ ਦੀ ਰੱਟ ਲਾ ਕੇ ਗਏ। ਮੁਜੱਦਦ ਦੀ तो कोई हैसियत ही नहीं, मुजद्दिद ने तो कभी मानना ही नहीं जरूरी रहा, मुजद्दिद तो कभी मामूर ही नहीं रहा। तुम मर जाओगे, तुम्हारी नस्लें मर जाएंगी, नस्लों की नस्लें मर जाएंगी, किसी मुजद्दिद का मुंह नहीं देखोगे। ए अल्लाह ताला दी फेली शहादत ਜਿਹੜੇ ਤੁਹਾਡੇ ਮੂੰਹ ਤੇ ਮਿਰਜ਼ਾ ਸਾਹਿਬ ਦੇ ਤਮਾਂਚੇ ਮਾਰ ਰਹੀ ਹੈ, ਮਿਰਜ਼ਾ ਸਾਹਿਬ ਦੀ ਤਾਲੀਮ ਦੇ ਤਮਾਂਚੇ ਮਾਰ ਰਹੀ ਹੈ। ਔਰ ਹਰ ਬੰਦਾ ਇਸ ਵੇਲੇ ਤੁਹਾਨੂੰ ਹਰ ਰੋਜ਼ ਦੇਖਦਾ ਹੈ ਤੁਹਾਡੇ ਮੁਰੱਬੀਆਂ ਨੂੰ, ਜਿਹੜੇ ਮੁਰੱਬੀ ਆ ਕੇ ਕਹਿੰਦੇ ਨੇ ਮੈਨੂੰ ਅੱਧੇ ਘੰਟੇ ਦਾ ਮੁਤਾਹ ਕਰਾ ਦਿਓ ਤੇ ਮੈਂ ਮਿਰਜ਼ਾਈਅਤ ਤੇ ਵੀ ਲਾਨਤ ਭੇਜਣ ਵਾਸਤੇ ਤਿਆਰ ਹਾਂ। ਇਹ ਹੈ ਤੁਹਾਡੀ ਮਿਰਜ਼ਾਈਅਤ। ਬਦਕਾਰ ਜਨਾਕਾਰੀ ਸਾਰਾ ਕੁਝ ਤੁਹਾਡਾ ਹੋ ਰਿਹਾ ਹੈ ਔਰ ਗਵਾਹੀਆਂ ਤੁਹਾਡੇ ਅੰਦਰੋਂ ਆ ਰਹੀਆਂ ਨੇ। ਕੋਈ ਬਾਹਰ ਜਾਹਿਲ ਮੁਖਾਲਿਫ ਨਹੀਂ ਇਹਦਾ ਕਹਿ ਰਹੇ। ਮਿਰਜ਼ਾ ਤਾਹਿਰ ਦੀ ਬੇਟੀ ਕਹਿ ਰਹੀ ਹੈ ਮੁਲਹਦੀਨ ਤੋਂ ਬਦਤਰੀਨ ਜਮਾਤ ਹੈ। ਮਿਰਜ਼ਾ ਤਾਹਿਰ ਦੀ ਨਵਾਸੀ ਕਹਿ ਰਹੀ ਹੈ ਕਿ ਜ਼ਨਾ ਹੋ ਰਿਹਾ ਹੈ ਐਸੇ ਖਲੀਫਾ ਦੀ ਨੱਕ ਦੇ ਥੱਲੇ। तो ऐसो वड्डी फैली शहादत को हो सकती है? यह किसी मुखालिफ ने नहीं किया। देखो मिर्ज़ा साहब की कह रहे हैं, शायद तुहानू कोई अकल आ जाए कि तुसी मिर्ज़ा साहब की तालीम नू छड़ चुके हो। मिर्ज़ा साहब कह रहे हैं रूहानी खज़ाइन जिल्द 13 सफ़ा 126 कहते ने रही ये बात कि मेरे इस दावा मसीह होने पर दलील क्या है, तो वाज़े हो कि आसार सहिया से ये साबित है कि हर शख्स ईसाइयत के फितना के वक्त ईसा परस्ती के फितना को जो शख्स ईसाइयत के फितना के वक्त ईसा परस्ती के फितना को दूर करने के लिए सदी के सर पर बतौर मुजद्दिद के जाहिर होगा, उसी मुजद्दिद का नाम मसीह है। फिर बाद इसके अहादीस की गलत फहमी से अवाम ने यूं समझ लिया कि खुद हजरत ईसा आसमान से नाजिल होकर सदी का मुजद्दिद होगा और सदी के सर पर आएगा। लेकिन इस ख्याल में गलती ये हुई कि असल मंशा हज़रत सल्लल्लाहु अलैहि वसल्लम का ये था कि जिस मुजद्दिद को इस उम्मत के मुजद्दिदों में से ईसाई हमलों की मदाफत में इस्लाम की नुसरत करनी पड़ेगी, उसका नाम बालिहाज़ ईसाइयत के इस्लाह के मसीह होगा। मगर इन लोगों ने यह समझ लिया कि खुद मसीह किसी ज़माना में आसमान से उतर आएगा, हालांकि यह सरी गलती है। और मिन जुमला इन दलाइल के जो नसूस हदीसिया से सेहत और सिद्क़ के दावा इस राकिम पर कायम हुए हैं, वो हदीस भी है
جو مجددوں کے ظہور کے بارے میں ابو داؤد اور مستدرک میں موجود ہے، یعنی یہ کہ اس امت کے لیے ہر ایک صدی کے سر پر مجدد پیدا ہوگا اور ان کی ضرورتوں کے موافق تجدید دین کرے گا، اور فکرہ یجدد لہا جو حدیث میں موجود ہے یہ صاف بتلا رہا ہے کہ ہر ایک صدی پر ایسا مجدد آئے گا جو مفاسد موجودہ کی تجدید کرے گا، اور اس صدی کے مجدد کا بڑا فرض یہی ہونا چاہیے تھا کہ وہ کسر صلیب کرے اور عیسائیوں کی حجتوں کو نابود کر دے، اور جبکہ 14ویں صدی کے مجدد کا کسر صلیب فرض ہے تو اس سے ماننا پڑا کہ وہی مسیح موعود ہے، کیونکہ حدیثوں کی روح سے مسیح موعود کی بھی یہی علامت ہے کہ وہ صدی کا مجدد ہوگا اور اس کا کام یہ ہوگا کہ وہ کسر صلیب کرے۔ پس ان کا ضرور اقرار کرنا پڑے گا کہ 14ویں صدی کے مجدد کا کام کسر صلیب ہے، اور چونکہ یہ وہی کام ہے جو مسیح موعود سے مخصوص ہے، اس لیے بالضرورت یہ نتیجہ نکلتا ہے کہ 14ویں صدی کا مجدد مسیح موعود ہونا چاہیے۔ روحانی خزائن جلد 13 صفحہ 302۔ تو مرزا صاحب صاف صاف کہہ رہے ہیں کہ 14ویں صدی کے مجدد کا نام مسیح موعود ہے۔ آپ نے مسیح موعود کا اتنا رتبہ بڑھا دیا کہ آپ نے کہا اب ہم نے اس کی خلافت بھی ظاہر کرنی ہے۔ بھئی کون سی آیت ہے قرآن میں، کون سی ایسی آیت استخلاف ہے جس میں اللہ تعالیٰ نے مسیح کا وعدہ دیا ہے؟ ایک ہی آیت ہے، وعد اللہ الذین آمنوا منکم وعملوا الصالحات، سورہ نور کی آیت 56، جس میں حضرت محمد صلی اللہ علیہ وسلم کے خلیفوں کا وعدہ دیا ہے۔ ایک ہی نبی ہے جس کی نبوت قیامت تک ہے، لیکن آپ نے مسیح کی خلافت چلا دی اس وجہ سے کہ آپ نے مرزا خاندان کی گدی چلانی تھی، کیونکہ گدی سے مال بڑا ملتا ہے، عیاشیاں ہوتی ہیں مرزا خاندان کی، تو وہ یہ کام کر رہے ہیں۔ اب فعلی شہادت خدا تعالیٰ کی یہ ہے کہ مرزا صاحب کی اپنی تعلیم بتا رہی ہے کہ آپ ایک گمراہی کے راستے پر چل چکے ہیں۔ آپ نے یہ دلیل دی کہ یہ ہماری خود ہی ختم ہو جائے گی۔ اگر یہ دلیل آپ کی درست ہوتی تو پھر عیسائیت جو 2000 سال سے چل رہی ہے، انہوں نے ایک عاجز بندے کو خدا کا بیٹا اور خدا بنا دیا، وہ کیوں نہیں ختم ہوئی؟ تو ختم ہونا، یہ جو فیصلہ ہونا ہے یہ قیامت کے دن ہونا ہے۔ اس میں تو جھوٹ بھی چل رہا ہے اور سچ بھی چل رہا ہے، تو آپ کا جھوٹ اگر چل رہا ہے اس کی یہ وجہ نہیں ہے کہ آپ سچے ہیں، بلکہ اس وجہ سے کہ خدا تعالیٰ نے آپ کو چھوڑ دیا ہے، اپنی سرکشیوں میں آپ بہتے رہیں، اور آپ کے اندر سے گواہیاں مل رہی ہیں کہ آپ کی جو مرزائی قصر خلافت ہے وہ ایک قصر خباثت بن چکا ہے، اور آپ کے اپنے مربی جو ہیں وہ کیا کیا کام کر رہے ہیں۔ دیکھیں ویڈیو کتنی بن کے آ رہی ہے، بچوں کے ساتھ زیادتی ہو رہی ہے، ظلم ہو رہا ہے، اور آپ کے گھر سے آوازیں آ رہی ہیں، ملحدین سے بدتر ہے، اور زناکاریاں یہاں سے ہو رہی ہیں۔ تو اس سے بڑی آپ کو پھیلی شہادت ہوتی ہے، کیا خدا کی بنائی ہوئی جماعت، الہی جماعت کا یہ حال ہوتا ہے کہ اس میں یہ گند اور زناکاریاں اور بدکاریاں ہو، اور آپ کہتے ہیں دوسروں میں تو زناکاریاں بھی ہیں؟ تو اگر یہی دلیل ہے کہ ساری زناکار ہیں، آپ بھی زناکار ہیں، تو پھر آپ کون سا یہ مصیبت کیوں ڈالی؟ ایک نئی جماعت بنانے کی آپ کو کیا ضرورت تھی؟ زنا پہلے بھی ہو رہا تھا اور آپ کی جماعت میں بھی ہو رہا ہے، تو پھر آپ سارے برابر ہی ہیں۔ تو یہ بھی خدا تعالیٰ کی فعلی شہادت ہے جو بتا رہی ہے کہ آپ کا خدا سے، اس کے رسول سے اور حضرت مرزا غلام محمد علیہ السلام کی تعلیم سے کچھ بھی تعلق نہیں ہے۔ ابھی آپ نے اور گھنٹہ تقریر کرنی ہے یا اپنے بات ختم کر دی؟ میں ایک اور گھنٹہ کر سکتا ہوں، اب بڑا سننا چاہتے ہیں؟ لگے رہے ہیں 15-20 منٹ میں پھر کام کو دوسرا کراتا ہوں، آپ ادھر بولتے رہیں تاکہ دنیا آپ کی باتیں اور آپ کی تقریریں سنتی رہے۔ اصل میں آپ نے دلیل یہ دینی تھی کہ حضرت مرزا صاحب کی جماعت کی جھوٹا ہونے کی دلیل یہ ہے کہ وہ مرزا صاحب کے تعلیمات پر عمل پیرا نہیں، یہ دلیل آپ نے ساری دی ہے ٹوٹل چنگے میں۔ آپ قرآن کے منکر ہیں۔ قرآن مجید دلیل یہ دیتا ہے، فرماتا ہے اعوذ باللہ من الشیطان الرجیم افلا یرون انا ناتی الارض ننقصها من اطرافها افهم الغالبون، فرماتا ہے کہ پس کیا وہ نہیں دیکھتے کہ ہم زمین کو اس کے کناروں سے گٹاتے چلے جاتے ہیں، تو پھر کیا وہ پھر بھی غالب آ سکتے ہیں؟ مراد یہ ہے کہ جو اللہ کی طرف سے ہوتا ہے اس کو اللہ تعالیٰ تقویت دیتا ہے، اور جو جھوٹا ہوتا ہے وہ نامراد رہتا ہے، وہ ٹانگے میں ہی رہتا ہے، وہ ٹانگے سے باہر نہیں نکل پاتا، اس کی زمین نہیں پھیلتی۔ یہ ہے جھوٹے اور سچے ہونے کی دلیل۔ یہ جو لوگ قرآن کو ایک پس پش ڈال لیتے ہیں اور حضرت مرزا صاحب کی کتابوں سے فیصلہ کرنا چاہتے ہیں قرآن کو چھوڑ کر، ان کے پاس دلیل نہیں ہے، وہ سوائے بد کلامی اور فضول الزامات لگانے کی اور کچھ نہیں کر سکتے، ان کی ہاتھوں میں طاقت ہی نہیں ہے۔
قرآن ایک دلیل ہمیں دیتا ہے اور یہ بتاتا ہے کہ دیکھو اپنی آنکھیں کھول کر کہ فعلی شہادت کس کے ساتھ ہے، خدا کی. یہ افلا یرون انا ناتی الارض میں یہ بات بیان ہوئی ہے کہ ننقصها من اطرافها، جو منکرین ہیں ان کی جو زمین ہے وہ گھٹتی جاتی ہے. اگر آپ لوگ ٹانگے سے نکل کر ایک ضلع میں پھیل جاتے تو ہم آپ کی طرف توجہ دیتے ہیں. بھائی جان آپ لوگ تو اس قابل ہی نہیں کہ آپ کی بات پر توجہ دی جا سکے. آپ کی حیثیت ہی کوئی نہیں ہے. یعنی کہ آپ کو کہتے ہیں نا 3 میں 13 میں آپ یہاں پر براڈو پر آ کر جماعت احمدی کے خلاف گلے پھاڑتے ہیں. بھائی جان آپ کی تو حیثیت ہی کوئی نہیں ہے. آپ کی حیثیت صرف اس وقت آپ کو کوئی سنتا ہے جب آپ عامر نذیر کے ساتھ گٹھ جوڑ کر ان براڈوں کے اوپر تشریف لاتے ہیں. ورنہ طاہر چوہان صاحب کی تو ذات کی حیثیت ہی نہیں ہے، نہ ان کی جماعت کی حیثیت. تو یہ ہے دلیل جو قرآن سے میں نے پیش کی ہے. آپ کا دعویٰ یہ ہے کہ مرزا صاحب مجدد ہیں اور ان کی کتابوں سے ہم ثابت کرتے ہیں. بھائی جان آپ قرآن کو تو مانتے نہیں ہیں. آپ لوگ قرآن کے اوپر دھوکہ دیتے ہیں دن رات، قرآن کے اوپر جھوٹ بولتے ہیں. آپ لوگوں کی حیثیت ہے کہ آپ مرزا صاحب کی کتاب پر بات کر سکیں؟ جو لوگ قرآن کو نہیں خاطر میں لاتے، جن کے نزدیک قرآن کی کوئی حیثیت نہیں ہے، وہ ان کے ساتھ ہم مرزا صاحب کی کتابوں پر بات کریں. تو اس لیے یہ وجہ ہے کہ ہم جو کہ محکم ترین کتاب ہے، جو کہ شک اور شبہ سے پاک کتاب ہے، جس میں آیات بینات موجود ہیں، جن میں کوئی اختلاف نہیں ہے، آپ لوگ ان آیات کی مدد سے فیصلہ کرنے سے کتراتے ہیں اور اس کتاب سے فیصلہ کرنے کی کوشش کرتے ہیں جو کہ ایک انسان نے لکھی ہے. اس کی ایک تحریر کسی زمانے میں لکھی ہوئی ہے اور بعد میں اللہ تعالیٰ سے رہنمائی پا کر انہوں نے دوسری جگہ پر اس کی اصلاح کر دی ہے، دوسری بات لکھ دی ہے. اور آپ لوگ جو پہلی والی باتیں پکڑ کے اختلافی باتیں ان میں آپ اپنے لیے راہ نجات ڈھونڈتے ہیں. اور اتنا جھگڑا آپ دن رات کر رہے ہیں 130 سال سے. او بھائیو، ان کتابوں میں وہ انسانی لکھی ہوئی کتابیں ہیں، خدا کا کلام نہیں ہے. اور انہوں نے جو کلام لکھا ہے اس میں شروع میں ان کے کچھ اور ان کے عقائد تھے. جب آہستہ آہستہ اللہ تعالیٰ کی طرف سے رہنمائی آئی تو کئی باتیں تبدیل ہوئی، ان میں اصلاح ہوئی ہے ان میں. اور آپ لوگ دن رات ان کی جو مختلف تحریریں ہیں ان کو آپس میں موازنہ کر کے ان کے منکرین ان کو نعوذ باللہ جھوٹا ثابت کرتے ہیں. آپ اپنا الو سیدھا کرتے ہیں کہ انہوں نے جو مجدد کا دعویٰ کیا تھا اس سے زیادہ بات کی کوئی نہیں کی. انہوں نے دن رات آپ لوگوں نے فساد مچایا ہوا ہے، قرآن کو آپ چھوڑ چکے ہیں. تو اس لیے عرض یہ ہے کہ مرزا صاحب نے کہیں یہ نہیں بتایا کہ میری کتابوں کے جو الفاظ ہیں ان کے ساتھ اپنے فیصلے کرنا اور جھگڑے کرتے رہنا. اس لیے ہم مرزا صاحب کی کتابوں کو اس لیے فیصلے کے لیے درمیان میں نہیں لاتے کہ اللہ نے ہمیں بتایا ہے کہ جب بھی تم نے فیصلہ کرنا ہو تو اللہ کے نازل کردہ کلام سے فیصلہ کرو. حضرت مرزا صاحب کا لکھا ہوا کلام اللہ کا نازل کردہ نہیں ہے. سارا کا سارا کلام جو اللہ کا نازل کردہ ہے انہوں نے الہام اور وحی کی شکل میں وہاں پر تحریر کر دیا ہے. باقی انہوں نے اپنا کلام لکھا ہے. تو اس لیے اس کلام کی مختلف وقتوں میں مختلف باتیں جو تحریر شدہ ہیں یا مختلف تبدیلیاں آئی ہیں بعد میں، تو آپ ان کی بنیادوں پر عقیدے بنا کے بیٹھ جائیں اور ہماری جان کھاتے رہیں دن رات اور سمجھیں کہ ٹانگا بنا کر آپ ایک الگ سے اور دنیا میں جماعت احمدیہ خلافت حقہ کو اپنا کام و نامراد کر دیں گے. اللہ تعالیٰ نے جواب دیا ہوا اس کا. اولم یروا انا ناتی الارض ننقصها من اطرافها، کیا غور نہیں کرتے تم لوگ؟ من اطراف آفاهم الغالبون. ہاں جی. تو اللہ تعالیٰ نے جگہ جگہ مختلف آیتوں میں یہ بات بیان فرمائی ہے. افلا یرون انا ناتی الارض ننقصها من اطرافها. تو اس لیے اولم یرو، نہیں، وہ دوسری آیت ہے. اولم یرو دوسری آیت ہے. یہ افلا یرون انا ناتی الارض یہ دوسری آیت ہے. نات الارض من ہاں جی یہ دوسری آیت ہے. یہ سورۃ انبیاء سے ہے اور وہ جو دوسری ہے اولم یرو وہ ہے غالباً سورۃ الرعد سے ہے غالباً. تو یہ صورتحال بھائی. تو یہ میں جب نے آپ کہتے ہیں کہ یہ آپ نے اللہ تعالیٰ کے کلام سے فیصلہ کرنا ہے، ایک چھوٹا سا ہی ایک بات ہے معمولی. جی اگر اجازت دیں تو میں پوچھ لوں جی سدھو آپ صاحب کریں. سے. وہ کہتے ہیں کہ مرزا صاحب کا کلام جو ہے وہ تو اللہ کا کلام نہیں، وہ ان کی اپنی بات ہے، لیکن مرزا صاحب کا الہام تو اللہ کا کلام ہے نا. تو کیا اس کو حجت بنایا جا سکتا ہے بات چیت میں؟
جی اس کو حجت بنانے کا اس وقت آئے گا جب آپ اللہ کے کلام پر ایمان لے آئیں گے، جو اللہ کا نازل کردہ کلام جو قرآن میں اترا ہوا ہے ہمارے پاس پہلے سے موجود ہے. جس وقت آپ اس کلام کو انکار کرتے ہیں اور پھر دعویٰ کرتے ہیں کہ ہم مرزا صاحب کے کلام کو پرکھیں گے، پھر آپ کو حق نہیں پہنچتا. نہیں میں کچھ بھی پرکھنے کی کوئی اعتراض کی بات نہیں کر رہا. سن تو لیں، اگر اللہ کے کلام میں اللہ نے لکھا ہے کہ بنی آدم، اے بنی آدم تم میں سے جب بھی تمہارے پاس رسول آئے تو یہ مستقبل کے سیغے میں اللہ نے لکھا ہے اور بنی آدم کو مخاطب کیا ہے. اور جب آپ بنی آدم میں رسولوں کا، رسول وہ ہوتا ہے جو اللہ نے بھیجا ہوا ہو، اللہ کا بھیجا ہوا رسول کہلاتا ہے. جب آپ اس بات پر ایمان لے آئیں گے قرآن کے مطابق کہ اللہ کا بھیجا ہوا اس دنیا میں تشریف لا سکتا ہے، تو پھر آپ اللہ کے بھیجے ہوئے کے اوپر نازل ہونے والا کلام بعد میں آپ دیکھیں گے. آپ جس کلام پر پہلے ایمان کے دعوے دار ہیں اس کے آپ منکر ہیں. آپ کی حیثیت ہی نہیں کہ آپ مرزا صاحب کا کلام کھول کے دیکھیں. یہ ہے میری پوزیشن. میرا تو عرض صرف اتنی تھی کہ جو قرآن کریم میں ہے وہ بھی اللہ کا کلام ہے، جو مرزا صاحب پر نازل ہوا وہ بھی اللہ کا کلام ہے. تو دونوں اللہ کے کلام ہیں یا نہیں ہیں؟ میں جواب درج کرتا ہوں. ایک کلام وہ ہے اللہ کا جس پر آپ ایمان لانے کا دعویٰ کرتے ہیں، اور ایک اللہ کا کلام وہ ہے جو مرزا صاحب نے پیش کیا، آپ اس کلام کے منکر ہیں. یا تو آپ کہیں کہ میں دونوں کلاموں پر ایمان لاتا ہوں، وہ تو آپ انکار کرتے ہیں کہ آپ حضرت مرزا صاحب کے کلام پر ایمان لاتے ہیں، جو حضرت مرزا صاحب کے اوپر اترا ہوا اللہ کا کلام اس پر آپ ایمان لاتے ہیں. اس کے تو آپ منکر ہیں. آپ اقراری ہیں، آپ ایمان لاتے ہیں اللہ کے اس کلام پر جو قرآن میں ہے نازل شدہ. تو بھائی جان آپ کا حق نہیں ہے کہ آپ اس بحث میں پڑھیں کہ مرزا صاحب کے اوپر اترنے والا اللہ کا کلام کیا فرماتا ہے. پہلے آپ اللہ پر جس کلام پر آپ ایمان لاتے ہیں، جس کے دعوے دار ہیں آپ، اس پر تو فیصلہ کریں نا پہلے. ادھر اس کو آپ جو چھوڑ میں دیں. نے سوال نہیں پوچھا اس کا آپ نے تفصیلی جواب دے دیا، وہ ٹھیک ہے. میرا سوال صرف اتنا ہے کہ قرآن کریم بھی اللہ کا کلام ہے اور جو مرزا صاحب پر اترا ہے وہ بھی اللہ کا کلام ہے. دونوں اللہ کے کلام ہیں یا نہیں ہیں؟ دونوں کو اللہ کے کلام ہیں، اس میں کوئی شک نہیں. لیکن میرے لیے اللہ کا کلام سب سے پہلے قرآن مجید ہے اور اس کے بعد حضرت مرزا صاحب کے اوپر نازل ہونے والا دونوں ہی اللہ کے کلام ہے. میں دونوں پر ایمان رکھتا ہوں، لیکن آپ کے لیے دونوں نہیں ہیں، آپ کے لیے ایک ہے. یہ ہے جواب اس کا. میں دوبارہ یہی عرض کرتا ہوں کہ والذین یؤمنون بما انزل الیک وما انزل من قبلک، دونوں کلام اللہ کے ہیں یا نہیں ہیں؟ بالکل ہے، بالکل ہے. جزاک اللہ. تو مرزا صاحب کا کلام بھی اللہ کا کلام ہے یا نہیں ہے؟ آپ ایمان لے آئے ہیں. اور اللہ تعالیٰ کا سارا کلام اللہ کا ہی کلام ہوتا ہے یا نہیں؟ بھائی جان آپ بالآخرہ پر ایمان لے آئے ہیں کہ نہیں لے آئے؟ آپ اس کے منکر ہیں. آپ مومنین میں داخل ہی نہیں، تو آپ کیا بات کرتے ہیں؟ اچھا میں تو اس کا جواب یہی ہے کہ کفر کا فتویٰ ہے آپ پہ. ٹھیک ہے، جزاک اللہ. نہیں تو آپ خود انکاری کرتے، اپنے منہ سے انکار کرتے ہیں. میں کوئی یہ تو ذکر ہے ہی نہیں کہ کون ایمان لایا کون ہے. میں تو صرف یہ پوچھ رہا ہوں، آپ سے سوال پوچھا ہے. میرے سوال میں آپ، تم، ہم، وہ، یہ وغیرہ چیزیں نہیں ہیں. حسینی صاحب آپ نہ اس پوزیشن میں ہے کہ آپ اپنی وکالت کر سکیں، اور نہ اس پوزیشن میں ہے کہ آپ منکرین حضرت مرزا صاحب علیہ السلام کی وکالت کر سکیں، کیونکہ وہ تمام کے تمام بالآخرہ والے. یہ جو مطلب آپ نے ایویلویٹ کرنا شروع کیا، مجھے جزاک اللہ، ٹھیک ہے، آپ کی مرضی ہے. اگرچہ یہ سوال نہیں تھا، سوال تو صرف یہ تھا کہ یہ کلام اللہ کا ہے یا نہیں. میں نے نہیں پوچھا کہ میرا وزن کر کے بتائیں، میرا ٹمپریچر بتائیں، اور میرا بتائیں کہ میری عقلی حالت کیا ہے اور میں کیا مانتا ہوں کیا نہیں مانتا. یہ ذکر نہیں ہے. لیکن بات ٹھیک ہے، جزاک اللہ، آپ نے اس کو جزاک اللہ، آپ نے بات ٹھیک مان لی. شکریہ. نہیں، اصل بات یہ کہ آپ نے قرآن کا حوالہ دیا، تو مرزا صاحب نے تو حضرت عیسیٰ علیہ السلام کا ذکر کر کے کہا ہے کہ جب صلیب کا واقعہ ہوا تو ان کے جو 12 حواری تھے وہ بھی ان کو چھوڑ کے چلے گئے. تو کیا آپ کے خیال میں حضرت عیسیٰ علیہ السلام کی ٹانگا پارٹی تھی اس وقت؟ کیونکہ وہ ٹانگے میں تو ایک بھی بندہ نہیں رہا مرزا صاحب کی اپنی تحریر کے مطابق. تو کیا وہ حضرت عیسیٰ علیہ السلام خدا تعالیٰ کے برگزیدہ نبی نہیں تھے
یہ آپ کا جو دلیل ہے وہ بالکل غلط ثابت ہوگی اس بات پہ کہ آپ کہہ رہے ہیں کہ تعداد کی وجہ سے صداقت ثابت ہوتی ہے، اور اگر تعداد کی وجہ سے ثابت ہوتی ہے تو 2.5 ارب عیسائی ہیں اس وقت جنہوں نے پوپ کی خلافت شروع کی۔ آپ کے مرزا محمود صاحب نے 1956 میں پوپ کی طرز پر دھوئیں کے بغیر خلافت کیوں شروع کی؟ کیونکہ آپ کے پاس تو فعلی شہادت تھی کہ اللہ تعالیٰ کی تائید ان کے پاس ہے، عیسائیت ہے، اور ان کے پاس حکومتیں بھی ہیں، تو تائید تو ان کے پاس ہے، اور وہ بڑھتے بھی جا رہے ہیں، 2.5 ارب ہو گئے، مسلمانوں سے بھی زیادہ ہیں۔ تو آپ کو تو چاہیے تھا کہ دھوئیں کے بغیر خلافت شروع کرنے کی بجائے آپ پوپ کے ساتھ ہی جا کے بیٹھ جاتے۔ پوپ کی طرز پر نئی خلافت شروع کرنے کی مرزا خاندان کی گدی کیا ضرورت تھی؟ دوسری آپ کہہ رہے ہیں کہ جی قرآن مجید کہہ رہا ہے تعداد کے لحاظ سے آپ اس کو دلیل بنا رہے ہیں، تو قرآن تو یہ فرما رہا ہے قلیل من عبادی شکور، اللہ تعالیٰ کے شکر گزار بندے قلیل تعداد میں ہوتے ہیں۔ اور پھر اللہ تعالیٰ فرما رہا ہے اکثرہم لا یؤمنون، اکثریت لوگوں کی بے ایمان ہے، اکثرہم لا یعلمون، اکثریت لوگوں کی جاہل ہے، اکثرہم فاسقون، اکثریت لوگوں کی اللہ رسول کی منکر ہے، فاسق ہے۔ تو آپ کہہ رہے ہیں کہ ہم اکثریت میں ہیں، اس وجہ سے آپ دوسروں کو تانا دے رہے ہیں کہ وہ ٹانگا پارٹی ہیں اور آپ بڑی اکثریت میں ہیں، اور خدا تعالیٰ تو آپ کو کہہ رہا ہے آپ جاہل بھی ہیں، فاسق بھی ہیں، بے ایمان بھی ہیں، کیونکہ آپ اپنے منہ سے کہہ رہے ہیں کہ آپ بہت بڑی تعداد ہیں۔ تو خدا تعالیٰ تو یہ فرما رہا ہے۔ پھر سورہ اعراف میں اللہ تعالیٰ 180 آیت میں فرماتا ہے کہ اکثریت کو اللہ تعالیٰ نے پیدا ہی جہنم کے لیے کیا ہے۔ کس وجہ سے؟ کیونکہ آنکھیں رکھتے ہوئے دیکھتے نہیں، کان رکھتے ہوئے سنتے نہیں، دل روکتے سوچتے نہیں، جانوروں سے بھی بدتر ہیں یہ لوگ۔ تو آپ اکثریت جس کو اللہ تعالیٰ کہہ رہا ہے یہ پیدا ہی جہنم کے لیے، ساری مرزائیت کو اللہ نے جہنم کے لیے پیدا کیا ہے، کیونکہ آپ کے خلیفہ نے 2001 میں کہا تھا اپنی وفات سے پہلے کہ ہم 20 کروڑ ہو چکے ہیں، اب تو آپ 50 کروڑ ہو گئے ہیں۔ تو اللہ تعالیٰ کہہ رہا ہے کہ جاہل بھی ہیں، فاسق بھی ہیں، بے ایمان بھی ہیں۔ یہ ہے قرآن کا فتویٰ۔ تو قرآن کا فتویٰ آپ کیوں نہیں مانتے؟ پھر جس خلافت کی آپ بات کر رہے ہیں کہ وہ آپ نے شروع کر دی ایک گدی جس کا مرزا صاحب نے کہیں ذکر نہیں کیا، آپ کہہ رہے ہیں مرزا صاحب نے جو پہلی باتیں تھی منسوخ کر دی۔ بھی اگر میں نے یہ بات آپ کے سامنے پیش کی ہے اور میں نے یہ کہا 20 گھنٹے پہلے وہ کہہ کے گئے کہ مجددین کا سلسلہ ہے، مجدد کا انہوں نے کہا انتظار کرو، ہر صدی کے سر پہ مجدد آتا ہے۔ انہوں نے کہیں نہیں کہا میرے بعد نبوت جاری ہوگی، یا انہوں نے کہا کہ میرے بعد مرزا خاندان کی گدی جاری ہوگی، یہ تو آپ نے بنایا ہے نا۔ تو مرزا صاحب کی تعلیم آپ کو چاہیے تھا پیش کرتے، جس میں جو میں نے آپ کو پیش کی اس کے خلاف انہوں نے کوئی بات کی۔ آپ کے پاس ایسی کوئی بات نہیں، آپ نے صرف تانے بازی کی ہے۔ پھر آپ کا مرزا محمود صاحب جنہوں نے یہ گدی بنائی، وہ اس وقت بھی وہ کہہ رہے ہیں کہ یہ جو میں گدی بنا رہا ہوں، پہلے جو شورا کی تھی خلافت حقہ اسلامیہ 1956 میں پڑھ لیں ساری تقریر، انہوں نے کہا ہے کہ میں نے خلافت قائم اس لیے کی ہے نئے سرے سے، جو پہلے طریق تھا مجلس شورا منتخب کرتی تھی وہ غلط طریق تھا، اس سے تو 2-4 لفنگے اٹھ کے کہہ دیں گے خلیفہ منتخب ہو گیا، اس لیے میں اس کو منسوخ کرتا ہوں۔ اب نئے طریقے سے ہم سوچ رہے ہیں، ہمیں یہی نظر آیا ہے کہ یہ جو عیسائیت کی طرز ہے خلافت کی، اس کے طرز پہ ہم بھی اپنی خلافت استوار کر رہے ہیں، چند بندے خلیفہ منتخب کر رہے ہیں اور ہم کہہ دیں کہ خدا نے خلیفہ بنا رہے ہیں۔ اور پھر وہ یہ بھی کہہ رہے ہیں کہ اس وقت شیطان نے حکیم نور الدین کے بیٹے عبد الوہاب اور عبد المنان کو چنا ہے اور لاہوریوں کو چنا ہے، اور خدا تعالیٰ نے یہ جو ابنائے فارس ہیں ان کو چنا ہے، ان میں خلافت چلانی ہے۔ یعنی مرزا خاندان کو اللہ نے چن لیا ہے اور شیطان نے لاہوریوں کو حکیم نور الدین کے بیٹوں کو چن لیا ہے۔ تو وہ تو یہ کہہ رہے ہیں کہ خلافت 2 خاندانوں میں جھگڑا تھا، تو وہ کہہ رہے ہیں وہ شیطانی ہے اور ہم جو ہے رحمانی ہے، ہمیں خدا نے چن لیا ہے تو مرزا خاندان میں خلافت چلے گی۔ تو یہ کبھی پڑھا کریں کہ آپ کی مرزا خاندان کی گدی ہے کیا اور اس کی بنیاد کیسے پڑی، اور خلافت کون سی چلا رہی۔ وہ کہتے ہیں حکومت ہمارے پاس نہیں ہے کہ ہم جبر کے ساتھ ان لوگوں کی اصلاح کریں، اور ہٹلر یا مسولینی کی طرح جو شخص ہمارے حکموں کی تعمیل نہ کرے اسے ملک سے نکال دیں، اور جو ہماری باتیں سنے اور ان پر عمل کرنے پر تیار نہ ہو اسے عبرتناک سزا دیں۔ اگر ہم حکومت ہمارے پاس ہوتی تو ہم ایک دن کے اندر یہ کام کر لیتے۔ الفضل 2 جون 1936۔ یعنی وہاں پہ وہ یہ نہیں کہہ رہے کہ حضرت مرزا صاحب نے یہ فرمایا تھا، ان کے حکم و عدل تو ہٹلر اور مسولینی ہیں۔ وہ کہتے ہیں ہٹلر اور مسولینی سے وہ اتنے متاثر تھے کہ ان کے طرز پہ وہ چلانا چاہتے تھے خلافت۔ تو یہ آپ کی خلافت ہے جس کو آپ کہہ رہے ہیں کہ یہ خدا کی خلافت ہے۔ پھر آپ کا خلیفہ دیکھیں کیا کہہ رہا ہے، عیدگاہ پہ خطبہ دے رہا ہے قادیان میں کھڑے ہو کر، کہتے ہیں جب میں ولایت گیا تو مجھے خصوصیت سے خیال تھا کہ یورپین سوسائٹی کا عیب والا حصہ بھی دیکھوں گا،
क़याम इंग्लिस्तान के दौरान मुझे इसका मौका न मिला। वापसी पर जब हम फ्रांस आए तो मैंने चौधरी ज़फ़रुल्लाह खान से, जो मेरे साथ है, मैंने कहा मुझे कोई ऐसी जगह दिखाएं जहां यूरोपियन सोसाइटी उड़ियां नजर आ सके। ये आपके खलीफा मुस्लिम मऊद साहब, वो भी फ्रांस से तो वाकिफ न थे, मगर मुझे एक ओपेरा में ले गए जिसका मुझे याद नहीं रहा। चौधरी साहब ने बताया ये वही सोसाइटी की जगह है, इसे देखकर आप अंदाज़ा लगा सकते हैं। मेरी नज़र चूंकि कमज़ोर है इसलिए दूर की चीज़ अच्छी तरह से नहीं नज़र आती। थोड़ी देर मैंने देखा तो ऐसा मालूम हुआ कि सैकड़ों औरतें बैठी हैं। मैंने चौधरी साहब से कहा, क्या कहा, क्या ये नंगी हैं? तो उन्होंने बताया कि ये नंगी नहीं है, मगर कपड़े इतने पहने हुए कि नंगी मालूम होती हैं। अल फजल 28 जनवरी 1934। तो मिर्ज़ा साहब तो खुद कह रहे हैं, आपके खलीफा जी जिन्होंने आपकी मिर्ज़ाइयत की बुनियाद रखी, कि उनको नंगी औरतों का बड़ा शौक था, मौका नहीं था मिल रहा। आखिर सहूलतकारी की वो आलमी अदालत इंजाद के जज सदर चौधरी ज़फ़रुल्लाह खान ने, तो वो उनको फिर उनका शौक पूरा हुआ, नंगी औरतों को देखने गए। फिर लाहौर आए तो सैसल होटल की इटालियन कैबरे डांसर पे दिल आ गया, उसको कादियान ने उठा के ले गए, ये भी उन्होंने खुद ही लिखा हुआ है। फिर शेख अब्दुर्रहमान मिस्री साहब, जो उनके अपने मदरसा अहमदिया के प्रिंसिपल थे और बल्कि वो नायब खलीफा भी थे, वो उन्होंने फिर बयान दिया 1937 में अदालत में, पंजाब हाई कोर्ट में। वो कहते हैं कि मौजूदा खलीफा महमूद अहमद सख्त बदचलन है, ये तकद्दुस के पर्दों में औरतों का शिकार खेलता है। इस काम के लिए इसने बाज मर्दों और बाज औरतों को बतौर एजेंट के रखा हुआ है। इनके जरिए से ये मासूम लड़कियों को काबू करता है उनसे, और उसने एक सोसाइटी बनाई है जिसमें मर्द और औरतें शामिल है और उस सोसाइटी में हर वक्त जना होता रहता है। ये कोई जाहिल मुखालिफ नहीं है जिसने इल्जाम लगाया। ये मदरसा अहमदिया का प्रिंसिपल था, मिर्जा महमूद का मुरीद था, और उन्होंने ये सारी बातें देखी हैं, उन्होंने जाके बयान दिया कि ये काम हो रहा है। तो खुदा की फेली शहादत तो बता रही है कि आपकी मिर्जाइयत एक बदकारी का अड्डा, इससे ज्यादा कुछ है ही नहीं है। आप कहते हैं ये को खुदा ने इसको बनाया हुआ है। हर जगह हर वक्त ना आपके पास दलाइल हैं, ना आपके पास कोई ऐसी बात है जो आप पेश कर सकें, आपके पास ना कोई पैगाम है। क्या आप किसी को बुलाएंगे कि आए हमारे मिर्जाई कंजर खाना में शामिल हो जाएं, जो रबवा में खुला हुआ है, कादियान में खुला हुआ है, जो लंदन में खुला हुआ है? ये आपके पास पैगाम है। तो आप बढ़ नहीं रहे, आप घट रहे हैं सारा सारा दिन, और लोग आपसे नफरत का इजहार कर रहे हैं। आपकी रुसवाई जिल्लत हर वक्त ऐसे के दीवार पर लिखा हुआ है, एक रोजे रोशन की तरह जाहिर हो रही है, फिर भी आपको नजर नहीं आ रही, और आप कहते हैं कि फेली शहादत आपके पास है। खुदा ताला ने आपको रिजेक्ट कर दिया हुआ है, क्योंकि आपने खुदा ताला के जो मुरसल था मिर्ज़ा ग़ुलाम अहमद अलैहिस्सलाम ख़ातिमुल खुलफ़ा थे, उनकी बात को रिजेक्ट करके आपने मिर्ज़ा ख़ानदान की गद्दी चला दी, जो मिर्ज़ा साहब की तालीम के बिल्कुल खिलाफ है। जी सिद्धू साहब, ये कर लिया ना बात आपने इनसे, ये इसी गालियां देंगे, आपने क्यों शुरू की थी ये बात? अच्छा, ये अब्दुल मिस्री साहब वाला बयान किस साल का तारीख से भाई? एक मिनट जी, बिलाल साहब जरा खामोशी इख्तियार करें। 1937 अर्ज ये है पंजाब हाई कोर्ट। मैं मुख्तसर से जवाब देने लगा हूँ कि इन्होंने ये सवालात जो उठाए हैं जमात अहमदिया के बारे में, इन्होंने यही सवालात हजरत अक़दस मोहम्मद मुस्तफ़ा सल्लल्लाहु अलैहि वसल्लम के खिलाफ उठा दिए हैं। क्या बात है। जो इल्ज़ाम इन्होंने जमात पर लगाए हैं उससे 20 गुना या 1000 गुना या 100 गुना ज्यादा जना और दुनिया की तमाम बदमाशियां पाकिस्तान, जो कि इस्लामी सल्तनत कहलाती है दुनिया में, इस्लाम के नाम पर बनी हुआ मुल्क है, उसमें बल्कि शाही महल्ले के नाम से वो तमाम अड्डे मौजूद हैं, और दुनिया के तमाम गुनाह कबीरा दुनिया की तमाम मुल्कों से ज्यादा उस मुल्क में पाए जाते हैं। तो इसका इल्जाम किस पर जाएगा, इनको पता है। अब इन्होंने जमात के बारे में जो चंद एक बदकलामियां की हैं, तो वो जो इल्जामात लगाए हैं किस पर जाएगा बता दें, ये भी साथ साथ बता दें, तफसील कर दें इसकी। अपना मुंह बंद रखें, खामोशी इख्तियार करें और बात सुने तवज्जो से। इन्होंने जो इल्जाम लगाए हैं चंद एक जमात के ऊपर, वो इल्जाम इन्होंने लगाए हैं और उन इल्जामों की का कोई सबूत इनके पास नहीं है। वो इल्जाम जो एक खातून के बारे में लगाया है वो दिमागी मरीजा है, और वो अदालत में जा चुकी है, और अदालत की तरफ से अगर फैसला आ जाता जमात के खिलाफ तो इनको बात करने का मौका मिल जाता। वो लंदन में बरतानिया में रहती थी, और ये तमाम मौलवी
जमात के दिन रात के दुश्मन उसकी पुष्टपनाही पर थे, और इन्होंने एड़ी चोटी का जोर लगाया होगा, और नतीजा क्या निकला है? शर्मिंदगी इनके लिए। तो इसी किस्म के इल्जाम हैं। बाकी इन्होंने हजरत मिर्जा साहब के बारे में, हजरत खलीफा सानी के बारे में, ओपरा के बारे में बताया कि वो ओपरा में गए थे। यूरोप में ओपरा जो है इनकी मोस्ट मॉडर्न सोसाइटी का जो रहन सहन है और कल्चर है वहां पर नजर आ सकता है। यहाँ फ्रैंकफर्ट में जहां पर मैं होता हूँ वहां पर 2 ओपरा हैं, और मैं उनके बाहर देखता हूँ कोई नंगी औरतें नहीं होती, सिवाय इसके कि गर्मियों में कोई रॉक पहन के आ जाए, 2-4 या 10-20 औरतें रॉक पहन के आ जाएं वहां पर, नंगी तो कोई नहीं होती। लेकिन इनके लिबास ऐसे होते हैं कि तकरीबन नीम बरना होते हैं, ये कह सकते हैं आप। तो इसलिए इन्होंने बाकी जितनी भी लफाजी की है वो इनके अंदर का गंद है, गलाजत है, जो कि जुम्बा साहब ने इनके दिमागों में भरी हुई है, वो निकल रही है। तो उसका जवाब देने का मैं मुकल्लफ रही हूँ। अल्लाह ताला ने हमें फरमाया है कि वलाओ शाह रब्बो का माफालू हो। ये जो बकवास करते हैं और कुत्तों की तरह भौंकते हैं अल्लाह के नबियों पर और उनकी जमातों पर, उनके बारे में अल्लाह ने फरमाया कि अगर अल्लाह उन्हें चाहता तो उन्हें रोक देता। और अल्लाह ताला फरमाता है फ़ज़रहुम वमा यफ्तरून, और उनको भी छोड़ दो और उनके उस इफ्तरा को भी छोड़ दो जो वो करते हैं। तो ये इफ्तरा करना, बदकलामी करना, झूठ बोलना और मुकज़्ज़बीन के तरीके पर चलना, ये आप असल में अंदर से आप हजरत मिर्जा साहब के मुनकर हैं, और आप हजरत मिर्जा साहब के मुनकरीन के साथ इत्तेहाद बैनुल मुनाफिकीन और बैनुल काफरीन का आप एक शाहकार हैं। और आप आमर हाकिम साहब और आमर नज़ीर साहब की ज़ुबान यहाँ पर बोलते हैं और जमात के खिलाफ दिन रात बदकलामी करते हैं। कभी आप मिर्जा साहब के मानने वाले बन जाते हैं, कभी आप खिलाफत के मुनकर बन जाते हैं, कभी आप हमें नई नई मिर्जा साहब की तालीमात से रोशनास करते हैं। आपकी हैसियत कोई नहीं है, यानी कि या तो आपकी कोई हैसियत हो तो फिर आपकी बात सुनी जाए। तो इसलिए मैं यहाँ पर इतना ही इत्तफाक करता हूँ, आपके साथ मैं अपना सारा दिन नहीं खराब करना चाहता। अब ये बदकलामी यहाँ पर 24 घंटे करते हैं, और इस ब्रॉड को मैं नीचे बैठकर सुनता हूँ अक्सर कभी कभी गुजरते हुए। तो मैं नहीं समझता कि आप इस लायक हैं कि आपकी बातों पर तवज्जो की जाए। आप लोग टांगे से बाहर नहीं निकल सके, और ना आपने इंशाल्लाह निकलना है। और ये जुम्बा साहब पिछले 35 या 40 साल जो हैं वही के वही हैं, और जमात से खारिज शुदा जो 3-4 हैं खारिज शुदा लोग, उन्होंने अपने इर्द गिर्द इकट्ठे किए हुए हैं। उनकी हैसियत इससे ज्यादा नहीं है। तो आपकी हैसियत खुदा ने कुरान में बता दी हुई है, मैंने उसकी दलील दे दी है आपको। बाकी बातें जो आपने फजूलियात बोली हैं उस किस्म के इल्जामात मैं आप पर नहीं लगाता। और अगर आप उन इस इल्जामात को दलालत समझते हैं और सच्चाई की दलील समझते हैं, तो फिर आप अपने पाकिस्तान को नमूना बना लें, और उसमें जो बुराइयां और गंदगियां हैं उनको दलील बना के किस पर इल्जाम लेके जाएंगे वो आपको पता है। तो इसलिए ये दलील नहीं होती मेरे भाई, दलील वो होती है जो कुरान ने बयान की है। और कुरान ने हमें बताया है कि अगर आप लोग सच्चे होते हैं तो आपको अल्लाह ताला कामयाबी अता करता, आपको नुसरत अता करता, अल्लाह ताला की ताईद का हाथ आपकी कमर पर नजर आता है। वो नहीं है, आप नामुराद हैं, और नामुराद लोग नजर आ जाते हैं। तो इसलिए हमारे साथ दिन रात का बहसियां ना किया करें, हमें नई नई तालीमात ना बताया करें, और ये जो ओपरा और फलां बातें ये आप करते रहा करें। ये आप हमें नुकसान नहीं पहुंचा सकते इन बातों से, और इससे आप बाज भी नहीं आएंगे, हम आपको बाज भी नहीं कर सकते। इस तरह आप असल में हमारी जमात के जो मुनकरीन हैं, जो हजरत मिर्जा साहब के मुनकरीन हैं, उनको आप असल में शह देने के लिए आते हैं यहाँ पर। तो आप उनके साथ इत्तेहाद में हैं, आप मिर्जा साहब के मानने वाले नहीं हैं। मैं आपको मिर्जा साहब का मानने वाला नहीं समझता। तो यहाँ पर मैं बात खत्म करता हूँ, और अब मजीद आपके साथ मजीद गुफ्तगू नहीं होगी, और आप लोग अपनी गुफ्तगू जारी करें बाकी लोग। जी, असल बात ये कि जो मैंने दलाइल पेश किए हैं उसका तो आपने कोई रद्द नहीं किया, नहीं उन्होंने आपको उसका कोई जवाब दिया। अबे चुप कर जाओ यार, चुप कर जाओ, अब मेरी बारी, चुप कर जाओ। आपने अपनी वही तानेबाजी शुरू की है जो पहले आपने गुफ्तगू खत्म हो गई। मैंने यहाँ पे भाई चुप कर जाए, अब आप भाईजान चुप कर जाए, आपका कोई काम नहीं, आपकी खत्म हो गई है, आप जाएं यहाँ जहाँ जाना है, मैं आप जवाब दे रहा हूँ। आपने ये मुझे कहा है कि मैंने गलत बयानी की है। ये जो अल फजल 2 जून 1936 में ये लिखा है उन्होंने कि हुकूमत हमारे पास नहीं है, हम जबर के साथ उन लोगों की इस्लाह करें, और हिटलर या मुसोलिनी की तरह जो शख्स हमारे हुक्मों की तामील ना करे उसे मुल्क से निकाल दें, और जो हमारी बातें सुने और हमारे अमल करने पर तैयार ना हो उसे इबरतनाक सजा दें। तो या ये क्या है, यहाँ पे ये हाशिया राय की गई,
ये झूठ बोला है मैंने, ये आपके खलीफा ने लिखा हुआ। वो हिटलर और मसोलिनी से मुतासर थे, उनसे मिलने भी गए थे वो। तो वो मिर्जा साहब की तालीम पे अमल नहीं था करना चाहते, वो हिटलर और मसोलिनी की तरह कायम करना चाहते थे। फिर आप कहते हैं कि वो निदा जो है उसका दिमाग ठीक नहीं है। 45 मिनट की वो ऑडियो है, आपके खलीफा जी उसमें बोल रहे हैं, आप सुन लें, आपको पता चले जा कि निदा का दिमाग तो बिल्कुल ठीक है, आपके खलीफा जी का खराब है। मैं आपको मिसाल दे देता हूँ। निदा कह रही है कि जब जना बिल जबर होता है ना, उसमें 4 गवाह नहीं चाहिए होते। खलीफा जी आपके अपने वेबसाइट के डॉक्यूमेंट पे ये लिखा हुआ है। तो खलीफा जी कह रहे हैं नहीं मुझे तो नहीं है पता, मेरे ख्याल में तो 4 ही चाहिए। तो वो उसके बाद फिर वो डॉक्यूमेंट हटा ही दिया गया। ये आपके दजल हैं। तो आप कह रहे हैं निदा का दिमाग ठीक है, ठीक नहीं था। निदा का दिमाग ठीक था, आपके खलीफा जी का ठीक नहीं था। उनके पास कोई इल्म नहीं था, वो सामने नजर आ रहा है। फिर आपने ये कहा कि मैंने ये जो ओपेरा की बात की है ये अपनी तरफ से की, हाशिया राय की। मैं आपको दोबारा पढ़ के सुना देता हूँ, और बैन ही वही अल्फाज लिखे हुए हैं। अगर मैं आपको चैलेंज करता हूँ कि आप मुझे दिखाएं कि ये अल्फाज वो वहां पे नहीं है। वो उन्होंने ईदगाह में कादियान में ये खुतबा में सुनाए हैं ये बातें। वो कहते हैं जब मैं विलायत गया तो मुझे खुसूसियत से ख्याल था कि यूरोपियन सोसाइटी का ऐब वाला हिस्सा भी देखूंगा। ये उनका शौक था, वो खुद बयान कर रहे हैं। फिर कहते हैं क़याम इंग्लिस्तान के दौरान मुझे इसका मौका ना मिला, यानी क़याम इंग्लिस्तान के दौरान बेचारे कोशिश करते रहे, ऐब वाला हिस्सा ना देख सके जिसका उनको शौक था। तो खुद ही एक बात करें, क़याम इंग्लिस्तान के दौरान मुझे इसका मौका ना मिला। वापसी पर जब हम फ्रांस आए तो मैंने चौधरी ज़फ़रुल्लाह खां से कहा जो मेरे साथ थे कि मुझे कोई ऐसी जगह दिखाएं जहां यूरोपियन सोसाइटी उरियां नजर आ सके। ये मेरे अल्फाज नहीं है, ये उनके अल्फाज हैं। वो उरियां देखना चाहते थे। उरियां आपको शायद पता ना हो, उरियां नंगा को कहते हैं। वो कहते हैं कि मैं ऐसी जगह दिखाओ जहां नंगे लोग हों, नंगी दिखाएं, नंगी औरतें हों। फिर कहते हैं वो भी फ्रांस से वाकिफ तो न थे, मगर मुझे एक ओपेरा में ले गए जिसका नाम मुझे याद नहीं रहा। चौधरी साहब ने कहा ये वही सोसाइटी वाली जगह है। कहते मेरी नज़र कमज़ोर थी इसलिए मुझे ज़्यादा नज़र नहीं था आता, तो मैंने देखा कि सैकड़ों औरतें बैठी हैं। फिर मैंने चौधरी साहब से वो मशहूर ज़माना फ़िक्रा कहा जो आज तक तारीख़ अहमदियत में सुनहरी हरूफ में लिखा जाता है। चौधरी साहब क्या ये नंगी हैं? ये अल्फाज मेरे नहीं हैं, ये आपके मुस्लिम मऊद के हैं जिन्होंने इस्लाह नंगी औरतों को देखने से की थी। तो चौधरी साहब ने कहा ये नंगी नहीं है बल्कि कपड़े पहने हुए, मगर बावजूद इसके वो नंगी मालूम होती हैं। ये मैंने अपनी तरफ से ये लिखा हुआ है। ये आपके मुस्लिम मऊद का हाल है जिसने इस्लाह का मिशन शुरू करने से पहले नंगी औरतों को देखना मुनासिब समझा। फिर आपका अपना वो मदरसा अहमदिया का प्रिंसिपल था अब्दुल रहमान मिस्री, वो कह रहा है कि ज़नाकारी की सोसाइटी इन्होंने खोली हुई है, और उसने ये बयान अदालत में दिया है, अदालत में, और डॉक्यूमेंटेड है वो। इनका गाल निकलने दें की पंजाब हाई कि मिर्जा महमूद नंगी औरतों का इसने सोसाइटी रखी हुई है, वहां पे जना होता है, इसी काम के लिए सोसाइटी बनाई है। आप कहते हैं आपकी दलील है जी जना तो हर जगह होता है, शाही महल्ले में भी होता है। अगर हमारे यहाँ जना हो रहा है तो फिर क्या हो गया? तो फिर आप ये क्यों कहते हैं कि आप इस्लाह के लिए आए लोगों की? तो जो गंद वहां पे है वही गंद आपके तो बीच में भी है। वहां पे भी जनाकारी हो रही है, बदकारी हो रही है, आपके घर में भी हो रही है बदकारी। तो फिर आप ये कैसे कह सकते हैं कि आप उनसे बेहतर हैं? जैसे वो गलीज हैं या अच्छे हैं वैसे ही आप गलीज और अच्छे हैं। तो ये आपकी फेली शहादत जो आप कह रहे थे ना, ये है फेली शहादत खुदा की। अल्लाह ताला ने आपकी पर्दादरी की और बता दिया कि ये कोई इलाही जमात नहीं है कि बल्कि गलीज लोगों का, बदकारों का, जनाकारों का एक अड्डा है। जी साहब चले ठीक है जी। अब आप भाई ना बोलना, प्लीज ना बोलना। नहीं आप खत्म, मैं बात खत्म कर रहा हूँ। मैंने किसी बात का जवाब, आपको पता भी है, आप बॉर्डर पे जाते हैं। साहब आप थोड़ी देर खामोश कीजिए, तो मैं भी जवाब दूंगा। क्या करना है अगर ये नहीं, मैं आपको जवाब देंगे तो मेरा भी हक है जवाब। नहीं आपने अपना गंद निकाला है और भी कुछ निकाला। आपने भी अपना गंद निकाला था ताकि कुछ गलाजत भरी हुई है आपके अंदर। चलो ठीक है। अल्लाह गलाजत से भरे पुर, बदकारी, जनाकारी से पुर, कसरे खिलाफत आपका कसरे खबासत बन चुका है, और अंदर से गवाहियां आपके में आ रही हैं। बाहर के लोग नहीं है वो, अंदर की से गवाहियां आ रही हैं। तो फिर आप ऐसी बेशर्मी से आप कह रहे हैं ये इलाही जमात है। इलाही जमात ऐसा होता है, मतलब इलाही जमात का खलीफा घुसपैठिया होता है। 20 साल से वो कभी अपनी कुटिया से बाहर नहीं निकला, और ज्यादा उसका क्याम क्या है, बच्चियों की रोटियां चेक कर रहा है। आपको शर्म है भी नहीं आती
कि आपकी बच्चियों को, जिनको आप जान माल इज्जत कुर्बान करेंगे, आपने बच्चियां अपने खलीफा को दी होती हैं कि खलीफा जी इनकी रोटियां चेक करो, ये नरम है, ये गर्म है, ये तेज है, इसको सेक लगाओ, करीब आ जाओ, घबराओ ना। वीडियो आपने खुद बना के चढ़ाई हुई है। आप समझते ये फख्र का काम है कि आपका खलीफा खुदा का बनाया हुआ रोटियां चेक कर रहा है? ये इतना अहम काम है कि कोई और काम कर नहीं सकता। ये आज मर जाना है, मैं चलता हूँ। तो पहले मरे हैं, अधमुआ तो हो गए, बाकी हमारे घर जाके जाएं। बेहतर यह है कि मैं इस ब्रॉड को छोड़ दूं। हाँ जी, जाएं जो जाएगा। आपके पास कोई दलील ही नहीं रही, जिल्लत और रुसवाई आपका मुकद्दर है। जो देनी थी दलील दे दी, बस काफी है। हाँ काफी है। शानी साहब, आज हमारा एक्स जो सेनेटर है मुश्ताक अहमद, उसने तो हिस्ट्री बना दिया है, वो तो इसराइल में चला गया पहला बंदा। अच्छा, जो आज राना राशिद ने हिस्ट्री बनाई है वो नहीं आपने सुनी यार? कुछ टॉपिक चेंज करने दे क्या जिसने पहले वादा किया था कि हम बात करेंगे, फिर वहां से भाग गया अपने खलीफा की तरह। आप मेरे अंकल है, मैं आपसे रिस्पेक्ट में बात कर रहा हूं। अंकल की क्या बात है, मैं आज बात कर रहा हूँ। आपने नहीं सुना वो राना राशिद ने क्या किया? निजायत के मुंह पर उसने कालक मल दी है। अहमद साहब ऐसे ना करें। मैं आपको सारे टिकटॉक के अकाबरीन वहां बैठे होते, उसको कहते खबरदार जो तुमने आमिर नदीर से बात की तुम्हें कच्चा कहा जाएगा। ये आपका हाल है। आप कहते हैं हमारे पास दलाइल हैं, हमारे पास फेल इजाजत है। अंकल की तौहीन ना करें, ऐसे हर किसी अंकल ही बना लेते। नहीं मेरे अंकल है। बिलाल साहब ਤੁਸੀਂ ਮੌਜੂਦ ਹੋ? मेरे अंकल है। जी मौजूद है सर, ਅੱਛਾ, बिल्कुल मौजूद है। ਨੋਟ ਕੀਤੀ ਹੈ ਕਿ ਗੱਲ ਹੋ ਰਹੀ ਹੈ ਸਿੱਧੂ ਜੱਟ ਸਾਹਿਬ ਦੀ ਤੇ ਤਾਰਕ ਚੌਹਾਨ ਸਾਹਿਬ ਦੀ ਨਾ, ਤੇ ਦੋਏ ਬਲ ਜਿਹੜੇ ਨੇ ਮਿਰਜ਼ਾ ਸਾਹਿਬ ਦੇ ਮੰਨਣ ਵਾਲੇ ਨੇ। ਤਾਰਕ ਚੌਹਾਨ ਸਾਹਿਬ ਉਹਨਾਂ ਦੇ ਨਹੀਂ ਮੰਨਣ ਵਾਲੇ, ਅਲੀ ਸਾਹਿਬ ਨਹੀਂ ਮੰਨਣ ਵਾਲੇ। ਸਰ ਤੁਸੀਂ ਕਹਿ ਰਹੇ ਹੋ ਨਾ ਮੰਨਦੇ ਮਿਰਜ਼ਾ ਸਾਹਿਬ ਨਹੀਂ ਮੰਨਣ ਵਾਲੇ, ਮੈਂ ਤੁਹਾਨੂੰ ਪ੍ਰੂਫ ਦੇ ਛੱਡੋ ਇਹਨਾਂ ਨੂੰ ਛੱਡੋ, ਤੁਸੀਂ ਆਪਣੀ ਗੱਲ ਕਰੋ। ਅਲੀ ਵਾਲਾ ਬਸ ਆਪਣੀ ਗੱਲ ਕਰੋ, ਛੱਡੋ। ਮੈਂ ਤੁਹਾਨੂੰ ਉਹ ਸੁਣਾ ਲਗਾ ਕਿ ਇਹ ਗੱਲ ਹੋਈ ਹੈ। ਤਾਰਕ ਚੌਹਾਨ ਸਾਹਿਬ ਨੇ ਜਿਹੜੇ ਪੜ੍ਹੇ ਨੇ ਅਲਫਾਜ਼ ਓਪੇਰਾ ਵਾਲੇ ਦੇ ਨਾਲ, ਉਹਨਾਂ ਨੇ ਇੱਕ ਦੋ ਅਲਫਾਜ਼ ਕਿਹਾ ਅਲਫਜ਼ਲ ਦੇ, ਜਿਹੜੇ ਅਲਫਜ਼ਲ ਨੇ ਪੜ੍ਹੇ ਨੇ ਉਹਨਾਂ ਨੇ। ਜੀ ਅਬਦੁਰ ਰਹਿਮਾਨ ਮਿਸਰੀ ਦਾ ਜਿਹੜਾ ਬਿਆਨ ਪੜਿਆ, ਤੇ ਸਿੱਧੂ ਜੱਟ ਸਾਹਿਬ ਨੇ ਪਤਾ ਕੀ ਜਵਾਬ ਦਿੱਤਾ ਜੀ? ਬਿਲਕੁਲ, ਕਿ ਕਿੰਨੀ ਗਲੀਜ਼ ਸੋਚ ਹੈ ਕਿ ਉਹਨਾਂ ਨੇ ਕਿਹਾ ਕਿ 1000 ਮਰਤਬਾ 100 ਮਰਤਬਾ ਜ਼ਿਆਦਾ ਜਿਹੜੇ ਨੇ ਜ਼ਿਨਾ ਦੇ ਇਲਜ਼ਾਮ ਨਬੀ ਪਸੰਦ ਲੱਗੇ ਨੇ। ਉਹ ਤੇ ਇਹਨਾਂ ਲਾਏ ਨੇ ਨਾ, ਉਹ ਤੇ ऐसी लानती कौम है, ऐसी लानती कौम है कि इन्हां नूं सुन लो, सबर करो। ਲਾਂਤੀ ਕੌਮ ਹੋਵੇ। कोई इल्जाम तुसी ਇਹਨਾਂ ਦੇ ਕਿਸੇ ਅਕਾਬਰ ਤੇ ਲਾਓ ਤੇ ਨਾਸਿਕ ਰਸੂਲullah ਸੱਲੱਲਾਹੁ ਅਲੈਹਿ ਵਸੱਲਮ ਦੇ ਉੱਤੇ ਪੜ ਦੇਣਗੇ, ਤੇ ਮੁੜ ਕੇ ਭਲਾ ਕਿ ਮੁੜ ਕੇ ਜਲਸਾ ਸਾਲਾਨਾ ਤੇ ਕਹਿੰਦੇ ਆ ਉਹ ਪੇਸ਼ਵਾ ਹਮਾਰਾ ਜਿਸੇ ਹਨੂਰ ਜਾ ਸਾਰਾ। ਉਹ ਖੁਦਾ ਦੇ ਉਹ ਬੰਦੇ ਹੋ, ਮੁਨਾਫਕਤ ਕਿੰਨੀ ਜ਼ਿਆਦਾ। ਉਹ ਤੁਸੀਂ ਹਰ ਗੱਲ ਜਾ ਕੇ ਨਬੀ ਤੇ ਸੁੱਟ ਦਿੰਦੇ ਹੋ। ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਤੁਸੀਂ ਕੀ ਕਰ ਰਹੇ ਹੋ। जी जी, की हाल है?